ਸਾਈਡ ਪੰਜਾਬ 'ਚ ਆਇਆ ਇਹਨੇ ਪੰਜਾਬ ਦੀ ਹਾਲਤ ਇਹ ਕਰ ਦਿੱਤੀ ਹੈ ਵੀ ਅੱਜ ਪੰਜਾਬ ਦੇ ਵਿੱਚ ਹਰ ਮੁਸ਼ਕਲ ਵੱਧ ਗਈ ਹੈ। ਕ੍ਰਾਈਮ ਜੇ ਵਧਿਆ ਤਾਂ ਉਹਦੀ ਵੀ ਬਹੁਤ ਵੱਡੀ ਵਜ੍ਹਾ ਇਹ ਹੈ ਸਿੰਥੈਟਿਕ ਡਰੱਗ ਹੋਣ ਕਰਕੇ ਨੌਜਵਾਨਾਂ ਦੇ ਵਿੱਚ ਇੱਕ ਤਲਬ ਹੈ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਦਾ ਜੁਗਾੜ ਕਰਨਾ ਹੈ। ਉਹਦੇ ਨਾਲ ਕ੍ਰਾਈਮ ਵੀ ਵੱਧ ਗਿਆ, ਉਹਦੇ ਨਾਲ ਨੌਜਵਾਨਾਂ ਦੇ ਘਰਾਂ ਦੇ ਜਦੋਂ ਜੇ ਇੱਕ ਬੰਦਾ ਨਸ਼ਾ ਕਰਨ ਲੱਗ ਪਏ ਤਾਂ ਸਾਰੇ ਘਰ ਦਾ ਢਾਂਚਾ ਵਿਗੜ ਜਾਂਦਾ ਹੈ। ਇੱਕ ਘਰ ਦਾ ਢਾਂਚਾ ਵਿਗੜਨਾ ਸਾਰੇ ਸਮਾਜ ਦਾ ਢਾਂਚਾ ਵਿਗੜਦਾ। ਪੋਲੀਟੀਕਲ ਜਿਹੜੀਆਂ ਪਾਰਟੀਆਂ ਨੇ ਉਹ ਰਿਲੇਵੈਂਟ ਹੋ ਗਈਆਂ, ਪੰਥਕ ਪਾਰਟੀਆਂ ਰਿਲੇਵੈਂਟ ਹੋ ਗਈਆਂ, ਪੰਥਕ ਤਰ੍ਹਾਂ ਰਿਲੇਵੈਂਟ ਹੋ ਗਈਆਂ, ਕਿਉਂਕਿ ਜਦੋਂ ਨੌਜਵਾਨੀ ਦਾ ਰੁਝਾਨ ਇੱਕ ਐਸੇ ਪਾਸੇ ਤੁਰ ਪੈਂਦਾ ਜੋ ਸੁਸਾਈਡਲ ਹੈ, ਜਿੱਧਰ ਅਖੀਰੀ ਮੌਤ ਹੀ ਹੈ, ਉੱਥੇ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਵੀ ਹੁਣ ਇਹ ਐਡੀ ਐਕਸਟ੍ਰੀਮ ਸਿਚੁਏਸ਼ਨ ਦੇ ਵਿੱਚ ਅਸੀਂ ਕਰੀਏ ਕੀ। ਸਾਲ ਪਹਿਲਾਂ ਤਾਂ ਚੋਣ ਹੋਈ ਹੈ, ਤੁਸੀਂ ਕਿਵੇਂ ਕਹਿੰਦੇ ਹੋ ਕਿ ਇਰਰੈਲੇਵੈਂਟ ਹੋ ਗਈਆਂ ਪੋਲੀਟੀਕਲ ਧਿਰਾਂ, ਲੋਕਾਂ ਨੇ ਵੋਟ ਪਾਈ ਹੈ, ਮੌਜੂਦਾ ਸਰਕਾਰ ਨੂੰ 92 ਸੀਟਾਂ ਦਿੱਤੀਆਂ, ਉਹ ਵੋਟਰ ਵੀ ਤਾਂ ਇੱਥੇ ਦਾ ਹੀ ਹੈ। 3 ਮਹੀਨੇ ਬਾਅਦ ਜੋ ਕੁਝ ਵਾਪਰਿਆ ਹੈ, ਉਹਨਾਂ ਦੀ ਆਪਣੀ ਜਿਹੜੀ ਛੱਡੀ ਹੋਈ ਸੀਟ ਹੈ ਉਹਦੇ ਤੇ ਉਹਨਾਂ ਦਾ ਫੇਲੀਅਰ ਹੋ ਜਾਣਾ, ਖਾਲਿਸਤਾਨ ਦੀ ਪਾਰਟੀ ਜਿਹੜੀ ਹੈ, ਜਿਹੜੇ MP ਹੈ ਉਹਨਾਂ ਦਾ ਜਿੱਤ ਜਾਣਾ, ਔਰ ਉਸ ਤੋਂ ਸਿੱਧਾ ਸਾਬਤ ਹੁੰਦਾ ਹੈ ਵੀ ਜਿਹੜਾ ਇੱਕ ਲੋਕਾਂ ਦੇ ਵਿੱਚ ਅੱਗੇ ਹੁੰਦਾ ਸੀ ਨਾ ਵੀ ਨਵੀਂ ਸਰਕਾਰ ਬਣੀ ਇਹਨਾਂ ਨੂੰ ਕੋਈ ਮੌਕਾ ਦਿਓ, ਉਹ ਲੋਕਾਂ 'ਚ ਖਤਮ ਹੋ ਗਿਆ। ਤੁਹਾਡੇ ਲਈ ਕਿਆ ਸੰਗਰੂਰ ਦਾ ਇਲੈਕਸ਼ਨ ਮੋਰਲ ਬੂਸਟਿੰਗ ਸੀਗਾ ਪੰਜਾਬ ਆਉਣ ਲਈ? ਮੈਂ ਨਹੀਂ ਕਹੂੰਗਾ ਮੋਰਲ ਬੂਸਟਿੰਗ ਸੀ, ਪਰ ਮੈਨੂੰ ਐਂ ਲੱਗਦਾ ਸੀ ਵੀ ਪੰਥਕ ਜਿਹੜੀ ਇੱਕ ਸਫ਼ਿਆਂ 'ਚ ਵੈਕਿਊਮ ਸੀ ਉਹ ਕਿਤੇ ਨਾ ਕਿਤੇ ਰਿਫਲੈਕਟ ਹੋਇਆ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਵੀ ਨੌਜਵਾਨਾਂ ਤੇ ਜਿਹੜੀ ਉਹ ਤੇਜ਼ਨਾ ਹੈ, ਜੋ ਵੀ ਕੁਝ ਉਹ ਆਪਸ ਸੰਗਰੂਰ ਦੀ ਇਲੈਕਸ਼ਨ 'ਚ ਵੇਖਿਆ ਇਹ ਪੰਥ ਦਾ ਇੱਕ ਉਬਾਲ ਸੀ ਹੈ। ਸੋ ਮੇਰੇ ਲਈ ਤੇ ਪੰਜਾਬ ਆਉਣ ਦਾ ਜਿਹੜਾ ਇਹ ਸੀ, ਮੈਨੂੰ ਲੱਗਦਾ ਵੀ ਇਹ ਸਵਾਲ ਬੜਾ ਇੱਕ ਪੁੱਠਾ ਜਿਹਾ ਸਵਾਲ ਹੈ ਵੀ ਮੈਂ ਇਸ ਧਰਤੀ ਦਾ ਜੰਮਿਆ ਪਲਿਆ, ਇਹ ਤੋਂ ਮੈਂ ਕਿਤੇ ਗਿਆ ਸੀ, ਮੇਰੇ ਜਾਣ ਤੇ ਸਵਾਲ ਹੋ ਸਕਦਾ ਵੀ ਕਿਉਂ ਗਏ ਅਸੀਂ, ਜਦੋਂ ਜਾਂਦੇ ਹਾਂ ਕਿਉਂ ਜਾਂਦੇ ਹਾਂ, ਸਵਾਲ ਹੋਣਾ ਚਾਹੀਦਾ ਕਿਉਂ ਗਏ ਸੀ। ਦੇਖੋ ਇੱਥੇ ਕੀ ਪੰਜਾਬ ਦੇ ਵਿੱਚ ਨਾ ਤੇ ਪੰਜਾਬ ਦੀ ਨੌਜਵਾਨੀ ਨੂੰ ਅੱਜ ਇੱਥੇ ਕੋਟ ਆਸਰਾ ਨਜ਼ਰ ਆਉਂਦਾ, ਨਾ ਕੋਈ ਕਾਰੋਬਾਰ ਕਰਨ ਦਾ ਤਰੀਕਾ ਕੋਈ ਹੈਗਾ। ਇੱਥੇ ਜੇ ਕੋਈ ਨੌਕਰੀਆਂ ਨਿਕਲਦੀਆਂ ਨੇ 4 ਤੇ ਉਹ ਪੰਜਾਬ ਤੋਂ ਬਾਹਰ ਨੂੰ ਲੈ ਕੇ ਬੰਦੇ ਨੂੰ ਇੱਥੇ ਸਾਡੇ ਸਿਰ ਤੇ ਬਿਠਾ ਦਿੱਤਾ ਜਾਂਦਾ। ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰਨ ਦੇ ਜਿਹੜਾ ਵਾ ਉਹ ਸਿਸਟਮ ਹੈ। ਉਹ ਦੂਜੀ ਸਭ ਤੋਂ ਵੱਡੀ ਮੁਸ਼ਕਲ ਹੈ, ਪੰਜਾਬ ਦੀ ਸੁਸਾਇਟੀ ਇੰਨੀ ਡਿਸਟਰਬ ਹੋ ਗਈ ਹੈ ਵੀ ਇੱਥੇ ਕੋਈ ਨੌਜਵਾਨ ਜੇ ਰਹਿੰਦਾ ਜਾਂ ਤਾਂ ਨਸ਼ੇ 'ਚ ਫਸ ਜਾਂਦਾ ਜਾਂ ਕਿਸੇ ਨਾ ਕਿਸੇ ਕ੍ਰਾਈਮ 'ਚ ਫਸ ਜਾਂਦਾ। ਸੋ ਜਦੋਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਇਹੋ ਜਿਹੀ ਹੋ ਜਾਏ, ਸੋ ਮੈਨੂੰ ਐਂ ਲੱਗਦਾ ਵੀ ਸਾਡੇ ਜਾਣ ਦਾ ਕਾਰਨ ਇਹ ਹੋਈ ਵੀ ਇੱਥੇ ਪੰਜਾਬ 'ਚ ਰਹਿ ਕੇ ਸਿੱਖਾਂ ਨੂੰ ਬਗਾਨਗੀ ਦਾ ਅਹਿਸਾਸ ਦਵਾਇਆ ਜਾਂਦਾ। ਸੋ ਨੌਜਵਾਨੀ ਜਾਂ ਤੇ ਤੁਸੀਂ ਅੱਜ ਵੀ ਰੁਝਾਨ ਵੇਖੋ, ਜਾਂ ਤੇ ਜਿਹੜਾ ਬੰਦਾ ਸਮਰੱਥ ਨਹੀਂ ਇੱਥੋਂ ਜਾਣ ਦੇ ਉਹ ਨਸ਼ੇ ਕਰ ਰਿਹਾ, ਤੇ ਜਿਹੜਾ ਜਾਣ ਦੇ ਸਮਰੱਥ ਆ ਉਹ ਪੈਸੇ ਖਰਚ ਕੇ ਜ਼ਮੀਨਾਂ ਵੇਚ ਕੇ ਤੇ ਬਾਹਰ ਜਾਣਾ ਚਾਹੁੰਦਾ। ਇਹ ਰੁਝਾਨ ਹੈ। ਔਰ ਜਿਹੜੀਆਂ ਮਾਸ ਮਾਈਗ੍ਰੇਸ਼ਨ ਹੈ ਇਹ ਜੈਨੋਸਾਈਡਲ ਸਿੰਪਟਮ ਹੈ ਬਹੁਤ ਵੱਡਾ। ਦੁਨੀਆ ਦੇ ਉੱਤੇ ਇੱਦਾਂ ਕਿਤੇ ਨਹੀਂ ਵਾਪਰਦਾ, ਜਿੱਥੇ ਜਿੱਥੇ ਵਾਪਰਦਾ ਉਹਦੀ ਜਦੋਂ ਤੁਸੀਂ ਹਿਸਟਰੀ 'ਚ ਜਾਂਦੇ ਜਦੋਂ ਉੱਥੇ ਪਤਾ ਲੱਗਦਾ ਵੀ ਇੱਥੇ ਇੱਕ ਬਹੁਤ ਵੱਡੀ ਨਸਲਕੁਸ਼ੀ ਜਾਂ ਹਿੰਸਾ ਹੋਈ ਹੈ ਜਿਹਦੇ ਨਤੀਜੇ ਵਜੋਂ ਇਹ ਸਾਰਾ ਕੁਝ ਵਾਪਰ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਦੋਨਾਂ ਚੀਜ਼ਾਂ ਨੂੰ ਰੋਕ ਲਓਗੇ? ਰੋਕਣ ਦਾ ਦਾਅਵਾ ਕੋਈ ਵੀ ਬੰਦਾ ਕਰੇ ਤੇ ਗਲਤ ਜੀ ਗੱਲ ਹੈ, ਪਰ ਮੈਂ ਇਹ ਕਹਿਣਾ ਵੀ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਤੇ ਸਾਨੂੰ ਕਰਨੀ ਚਾਹੀਦੀ ਹੈ। ਸਾਨੂੰ ਘਰਾਂ 'ਚੋਂ ਨਿਕਲ ਕੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪ੍ਰੇਮ ਨਾਲ ਉਹਨੂੰ ਸਮਝਾ ਕੇ ਉਹ ਇਹ ਵਰਤਾਰੇ ਦੇ ਵਿਕਟਮ ਨੇ, ਦੋਸ਼ੀ ਨਹੀਂ ਗੇ। ਜਿਹੜੇ ਨੌਜਵਾਨ ਨਸ਼ਿਆਂ 'ਚ ਫਸੇ ਹੋਏ ਨੇ ਉਹ ਸਾਰੇ ਵਰਤਾਰੇ ਦੇ ਉਹ ਵਿਕਟਮ ਨੇ, ਉਹਨਾਂ ਨੂੰ ਦੋਸ਼ੀਆਂ ਵਜੋਂ ਟਰੀਟ ਕਰਨਾ ਇਹ ਚੰਗੀ ਗੱਲ ਨਹੀਂ। ਸੋ ਅੱਜ ਉਹਨਾਂ ਨੂੰ ਪ੍ਰੇਮ ਦੀ ਲੋੜ ਹੈ, ਉਹਨਾਂ ਨੂੰ ਲੋੜ ਹੈ ਵੀ ਅਸੀਂ ਉਹਨਾਂ ਨੂੰ ਕੋਈ ਮਕਸਦ ਦਈਏ ਜੀਵਨ ਦਾ। ਉਹਨਾਂ ਦੇ ਜੀਵਨ ਦਾ ਮਕਸਦ ਕੀ ਹੈ? ਕੋਈ ਕੌਮੀ ਸੰਘਰਸ਼ ਉਹਨਾਂ ਦੇ ਜੀਵਨ ਦਾ ਮਕਸਦ ਬਣੇ, ਕੋਈ ਐਸਾ ਨਸ਼ਾ ਜਿਹੜਾ ਇਸ ਨਸ਼ੇ ਤੋਂ ਵੱਡਾ ਹੋਵੇ, ਕੋਈ ਨਾਮ ਦਾ ਕੋਈ ਬਾਣੀ ਦਾ ਨਸ਼ਾ ਉਹਦੇ ਲੜ ਲੱਗਣ, ਫਿਰ ਉਹ ਉਸ 'ਚ ਜਾ ਕੇ ਉਹਨਾਂ ਨੂੰ ਪਤਾ ਹੋਵੇ ਵੀ ਜੀਵਨ ਦੇ ਸਾਡੇ ਦੇ ਜੀਵਨ ਦਾ ਆਹ ਮਕਸਦ ਹੈ, ਅਸੀਂ ਆਹ ਅਚੀਵ ਕਰਨਾ। ਸਿੱਖੀਜ਼ਮ 'ਚ ਬਾਣੀ ਦਾ ਨਸ਼ਾ ਤਾਂ ਕਦੀ ਖਤਮ ਹੀ ਨਹੀਂ ਹੋਇਆ ਨਾ। ਉਹਦਾ ਅਗਰ ਸਿਮਰਨ ਨਹੀਂ ਕਰਦਾ ਕੋਈ ਤੇ ਉਹਦੇ 'ਚ ਕਿਸੇ ਧਿਰ ਦਾ ਜਾਂ ਗੁਰੂ ਸਾਹਿਬ ਦਾ ਤਾਂ ਕਸੂਰ ਨਹੀਂ ਹੈ। ਕੋਈ ਵੀ ਸੁਸਾਇਟੀ ਹੈ ਨਾ ਉਹਦੇ ਮਾਸਸ ਤੇ ਜਿਹੜੀ ਗੱਲ ਐਪਲੀਕੇਬਲ ਹੁੰਦੀ ਆ ਉਹ ਗੱਲ ਸਟਰਕਚਰ ਦੇ ਨਾਲ ਹੀ ਹੁੰਦੀ ਹੈ। ਪੜ੍ਹਨ ਨੂੰ ਤੇ ਕੋਈ ਬੰਦਾ ਘਰੇ ਵੀ ਪੜ੍ਹ ਸਕਦਾ, ਪਰ ਫਿਰ ਵੀ ਸਕੂਲਸ ਦਾ ਇੱਕ ਢਾਂਚਾ ਖੜਾ ਕੀਤਾ ਗਿਆ ਤਾਂ ਜੋ ਜਿਹੜੇ ਮਾਸਸ ਹੁੰਦੇ ਆ ਉਹਨਾਂ ਨੂੰ ਇੱਕ ਓਪਰਚੁਨਿਟੀ ਮਿਲੇ ਉੱਥੇ ਜਾਣ ਦੀ। ਐਸੀ ਕੀ ਓਪਰਚੁਨਿਟੀ ਪੰਜਾਬ 'ਚ ਨਹੀਂ ਮਿਲ ਰਹੀ ਜਿਹੜੀ ਤੁਸੀਂ ਕ੍ਰੀਏਟ ਕਰ ਸਕਦੇ ਹੋ? ਇਸ ਡਰੱਗ ਦੇ ਕ੍ਰਾਈਸਿਸ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਕਿਹਦੀ ਹੈ? ਕੀ ਡਰੱਗ ਦਾ ਕ੍ਰਾਈਸਿਸ ਪੰਜਾਬ 'ਚੋਂ ਖਤਮ ਨਹੀਂ ਕੀਤਾ ਜਾ ਸਕਦਾ? ਕਿ ਗਵਰਨਮੈਂਟ ਕੇਪੇਬਲ ਨਹੀਂ ਹੈਗੀ ਵੀ ਜਿਹੜੇ ਨਸ਼ੇ ਵੇਚਣ ਵਾਲੇ ਨੇ, ਨਸ਼ਿਆਂ ਦੇ ਵਪਾਰੀ ਨੇ, ਜਾਂ ਸਿੰਥੈਟਿਕ ਡਰੱਗ ਹੈ ਜਿਹੜਾ ਸਾਰੀਆਂ ਚੀਜ਼ਾਂ ਨੂੰ ਇਫੈਕਟ ਕਰਦਾ, ਸਾਡੀ ਰੀਪਰੋਡਕਸ਼ਨ ਤੋਂ ਲੈ ਕੇ ਸਾਡੀ ਥਿੰਕਿੰਗ ਕੈਪੇਬਿਲਿਟੀ, ਸਾਡੇ IQ ਲੈਵਲ, ਸਾਡੀ ਜਨਰੇਸ਼ਨਲ IQ ਲੈਵਲ ਨੂੰ ਵੀ ਇਫੈਕਟ ਕਰਦਾ, ਉਹਨੂੰ ਕੰਟਰੋਲ ਕਿੰਨੇ ਕਰਨਾ? ਤੁਸੀਂ ਕੀ ਮੰਨਦੇ ਹੋ ਕਿ ਕੰਮ ਨਹੀਂ ਹੋ ਰਿਹਾ ਡਰੱਗਸ? ਤੁਸੀਂ ਦੱਸੋ ਵੀ ਕੰਮ ਹੋ ਰਿਹਾ? ਜੇ ਤੁਸੀਂ ਸਟੋਰੀਆਂ ਕਰਨ ਲੱਗ ਪਓ ਡਰੱਗਸ ਦੀਆਂ, ਪਿੰਡਾਂ ਦੇ ਵਿੱਚ 20-20, 25-25 ਨੌਜਵਾਨ ਓਵਰਡੋਜ਼ ਨਾਲ ਮਰ ਚੁੱਕੇ ਆ, ਤਕਰੀਬਨ ਪਿੰਡਾਂ ਦਾ ਇਹ ਹਾਲ ਹੈ। ਇੱਕ ਤੇ ਐਪੀਡੈਮਿਕ ਹੁੰਦਾ, ਇੱਕ ਜੈਨੋਸਾਈਡ ਹੈ। ਇਹ ਜੈਨੋਸਾਈਡਲ ਲੈਵਲ ਦੀ ਗੱਲ ਚਲੀ ਗਈ ਹੈ ਦੁਨੀਆ ਦੇ ਉੱਤੇ। ਕੋਈ ਵੀ ਸਿਆਣੀ ਕੌਮ ਜਦੋਂ ਇਹ ਹਾਸ਼ਰ ਵੇਖਦੀ ਹੈ ਸਾਡਾ, ਤੇ ਉਹ ਕਹਿੰਦੀ ਹੈ ਵੀ ਤੁਸੀਂ ਇਹਦੇ ਤੇ ਕਰ ਕੀ ਰਹੇ ਜੋ? ਮਤਲਬ ਤੁਹਾਨੂੰ ਤੇ ਬੇਚੈਨ ਹੋ ਕੇ ਤੇ ਆਪਣੇ ਘਰਾਂ 'ਚੋਂ ਨਿਕਲ ਕੇ ਇੱਕ ਢਾਂਚੇ ਨੂੰ ਖੜੇ ਕਰਨ ਦੀ ਗੱਲ ਕਰਨੀ ਚਾਹੀਦੀ ਹੈ, ਔਰ ਜਿਹੜਾ ਢਾਂਚਾ ਕਰੰਟਲੀ ਚੱਲ ਰਿਹਾ ਉਹ 'ਚੋਂ ਤੁਹਾਨੂੰ ਕੋਈ ਹੈਲਪ ਨਹੀਂ ਮਿਲਣੀ। वी के साथ करो 99 रुपए का रिचार्ज और पाओ 28 दिन की वैलिडिटी और फुल टॉक टाइम भी। आज ही जुड़ें वी के साथ।
पलक झपकाओ अपनी सुविधा के लिए टाटा कैपिटल टू व्हीलर लोन पाओ। ये सिर्फ अपनी ही चाबी से मिलते हैं, लिंक लॉक्स। नागालैंड सरकार डियर होली बम्पर 2023। पहला इनाम 2.5 करोड़ गारंटीड, दूजा इनाम 1 करोड़ तीजा इनाम 1 करोड़। ਤੇ ਹੋਰ ਬਹੁਤ ਸਾਰੇ ਇਨਾਮ। ਟਿਕਟ ਦੀ ਕੀਮਤ 500 ਰੁਪਏ। ਡਰਾ 11 ਮਾਰਚ ਨੂੰ। ਪਹਿਲਾ ਇਨਾਮ ਵਿਕਿਆ ਹੋਈਆਂ ਟਿਕਟਾਂ ਵਿੱਚੋਂ। ਕੁਸ਼ੰਕ ਗੋਇਲ ਨੇ ਡੀਅਰ ਕ੍ਰਿਸਮਸ ਨਿਊ ਈਅਰ ਬੰਪਰ 2023 ਵਿੱਚ 2.5 ਕਰੋੜ ਜਿੱਤੇ ਸੀ। ਕੀ ਤੁਸੀਂ ਹੋ ਇਸ ਵਾਰ ਦੇ ਕਰੋੜਪਤੀ? ਵਿਦੇਸ਼ਾਂ 'ਚ ਡਰੱਗਸ ਦੀ ਇੰਨੀ ਪ੍ਰੋਬਲਮ ਹੈ ਤੇ ਉੱਥੇ ਵੀ ਕੋਈ ਨਾ ਕੋਈ ਬੰਦਾ ਚੱਕ ਕੇ ਆਪ ਕਹਿ ਦਿੰਦਾ ਕਿ ਮੈਂ ਸਿਸਟਮ ਨੂੰ ਸੁਧਾਰੂੰਗਾ। ਉੱਥੇ ਵੀ ਤਾਂ ਸਿਸਟਮ ਹੀ ਕੰਮ ਕਰਦਾ ਹੈ। ਉੱਥੇ ਡਰੱਗ ਦੀ ਪ੍ਰੋਬਲਮ ਇੱਕ ਹੈਗੀ, ਉੱਥੇ ਇੱਕ ਸਪੈਸੀਫਿਕ ਕਮਿਊਨਿਟੀ ਡਰੱਗ ਦੀ ਪ੍ਰੋਬਲਮ 'ਚ ਨਹੀਂ ਫਸੀ ਹੋਈ। ਉੱਥੇ ਜਨਰਲਾਈਜ਼ ਪ੍ਰੋਬਲਮ ਹੈਗੀ ਹੈ ਡਰੱਗ ਦੀ। ਡਰੱਗ ਐਪੀਡੈਮਿਕ ਅਮਰੀਕਾ 'ਚ ਵੀ ਚੱਲ ਰਿਹਾ ਹੈ, ਹੈਰੋਇਨ ਦਾ ਕ੍ਰਾਈਸਿਸ, ਕੋਕੇਨ ਦਾ ਕ੍ਰਾਈਸਿਸ, ਪਰ ਉੱਥੇ ਇੱਕ ਮੁੱਦਤਾਂ ਤੋਂ ਚੱਲ ਰਿਹਾ ਹੈ ਔਰ ਉਹਦੇ 'ਚ ਵੀ ਦੇਖੋ ਬਲੈਕਸ ਜਿਹੜੇ ਨੇ ਉਹ ਜ਼ਿਆਦਾ ਵਿਕਟਮ ਨੇ ਇਸ ਚੀਜ਼ ਦੇ। ਕਿਉਂ? ਹੁਣ ਇਹ ਤਾਂ ਨਹੀਂ ਹੈਗਾ ਵੀ ਉਹਨਾਂ ਨੂੰ ਜ਼ਿਆਦਾ ਨਸ਼ਾ ਪਸੰਦ ਹੈ ਕਾਲੇ ਲੋਕਾਂ ਨੂੰ ਕਰਨਾ ਤੇ ਦੂਜੇ ਗੋਰਿਆਂ ਨੂੰ ਘੱਟ ਹੈ। ਜਿਹੜੀ ਸਲੇਵਰੀ ਹੁੰਦੀ ਹੈ ਜਾਂ ਜਿਹੜੀ ਗੁਲਾਮੀ ਹੁੰਦੀ ਹੈ ਔਰ ਉਹਦੇ ਉੱਪਰ ਜਿਹੜਾ ਨਸ਼ੇ ਦਾ ਪ੍ਰਭਾਵ ਹੁੰਦਾ, ਇਸੇ ਸੁਸਾਇਟੀ ਦੇ ਵਿੱਚ ਤੁਸੀਂ ਆਮ ਵਰਤਾਰਾ ਵੇਖੋਗੇ ਤੇ ਸਿੱਖਾਂ ਦੇ ਬੱਚੇ ਜ਼ਿਆਦਾ ਫਸੇ ਹੋਣਗੇ ਨਸ਼ਿਆਂ ਦੇ ਵਿੱਚ। ਬਾਕੀ ਵੀ ਹੈ, ਅਸੀਂ ਸਮਾਜ 'ਚ ਰਹਿ ਰਹੇ ਹਾਂ, ਸਾਨੂੰ ਤਾਂ ਆਪਣੇ ਜ਼ਿਆਦਾ ਦਿਖਦੇ ਆ। ਤੁਸੀਂ ਬੰਬੇ ਚਲੇ ਜਾਓ, ਸਾਡੇ ਕਾਲਜਿਸ 'ਚ ਚਲੇ ਜਾਓ, ਹਰ ਬੰਦਾ ਇਸ ਚੀਜ਼ ਤੋਂ ਪਰੇਸ਼ਾਨ ਹੈ। ਨਹੀਂ, ਹਰ ਬੰਦਾ ਪਰੇਸ਼ਾਨ ਹੋ ਸਕਦਾ। ਐਕਸਪੈਰੀਮੈਂਟ ਵੀ ਕਰ ਰਹੇ ਹਨ ਸਾਡੇ ਕੋਲ ਲੋਕ ਆ ਰਹੇ ਪੰਜਾਬ ਨੂੰ ਗਲਤ ਪੋਰਟਰੇਟ ਵੀ ਕਰ ਰਹੇ ਹਾਂ। ਕਿੱਦਾਂ ਪੋਰਟਰੇਟ ਕਰ? ਅਸੀਂ ਜੇ ਇਹ ਗੱਲ ਕਹਿੰਦੇ ਰਵਾਂਗੇ ਕਿ ਜੀ ਹਾਈ ਪੰਜਾਬ ਮਰ ਗਿਆ, ਹਾਈ ਪੰਜਾਬ ਡਰੱਗਸ ਨਾਲ ਮਰ ਗਿਆ, ਹਾਈ ਪੰਜਾਬ 'ਚ ਹੋ ਗਿਆ, ਤੇ ਤੁਸੀਂ ਸੋਚੋ ਪੰਜਾਬੀ ਇੰਨੇ ਜ਼ਿਆਦਾ ਬਾਹਰ ਨਾ ਕਮਾ ਰਹੇ ਆ, ਉਹਨਾਂ ਦੀ ਇਮੇਜ ਤੇ ਵੀ ਫਰਕ ਪੈਂਦਾ। ਨਹੀਂ, ਕਿੱਦਾਂ ਫਰਕ ਪੈਂਦਾ ਜੇ ਤੇ ਝੂਠ ਬੋਲੀਏ? ਡਰੱਗ ਐਪੀਡੈਮਿਕ ਹੈ ਨਹੀਂ ਪੰਜਾਬ ਦੇ ਵਿੱਚ? ਨਹੀਂ ਹੈਗੀ ਹੈ। ਡਰੱਗ ਦਾ ਜੈਨੋਸਾਈਡ ਪੰਜਾਬ 'ਚ ਨਹੀਂ ਚੱਲ ਰਿਹਾ। ਐਪੀਡੈਮਿਕ ਦੀ ਪ੍ਰੋਬਲਮ ਹੈਗੀ ਹੈ, ਡਰੱਗਸ ਬਹੁਤ ਜ਼ਿਆਦਾ ਹੈ, ਲੇਕਿਨ ਅਸੀਂ ਚੰਗੇ ਕੰਮ ਦੀ ਬਜਾਏ ਅਸੀਂ ਨੈਗੇਟਿਵ ਪਿਕਚਰ ਕਿਉਂ ਪੋਸਟ ਕਰ ਰਹੇ ਹਾਂ? ਕਿਉਂ? ਕੌਣ ਕਹਿ ਰਿਹਾ? ਅਸੀਂ ਤਾਂ ਕਹਿੰਦੇ ਵੀ ਡਰੱਗ ਖਤਮ ਕਰਨਾ ਹੈ ਤੇ ਪੋਜ਼ਿਟਿਵ ਗੱਲ ਹੈ। ਦੇਖੋ ਜੇ ਇੰਨਾ ਜ਼ੁਲਮ ਸਹਿ ਕੇ ਵੀ ਅਸੀਂ ਹਾਈ ਨਾ ਕਰੀਏ, ਇਹੋ ਤੇ ਪ੍ਰੋਬਲਮ ਹੈ ਸਾਡੀ ਕੌਮਾਂ ਦੀ। ਬਲੈਕ ਲਾਈਵਸ ਮੈਟਰ ਦੀ ਮੂਵਮੈਂਟ ਚੱਲ ਰਹੀ ਹੈ। ਹੁਣ ਉੱਥੇ ਕੋਈ ਐਸਾ ਸਪਰੈਸ਼ਨ ਮੌਕੇ ਤੇ ਨਹੀਂ ਚੱਲ ਰਿਹਾ, ਕੋਈ ਲਾਅ ਤੇ ਨਹੀਂ ਉਹਨਾਂ ਨੂੰ ਡਿਸਕ੍ਰਿਮੀਨੇਟ ਕਰ ਰਿਹਾ, ਹਨਾ? ਇਦਾਂ ਉਹ ਇਕੁਐਲਿਟੀ ਹੈਗੀ ਆ ਉੱਥੇ। ਪਰ ਉੱਥੇ BLM ਮੂਵਮੈਂਟ ਚੱਲਦੀ ਹੈ, ਸ਼ਹਿਰਾਂ ਦੇ ਸ਼ਹਿਰ ਫੂਕ ਦਿੱਤੇ ਜਾਂਦੇ ਨੇ ਉਸ ਮੂਵਮੈਂਟ ਦੇ ਵਿੱਚ। ਕੋਈ ਬੰਦਾ ਨਹੀਂ ਕਹਿੰਦਾ ਉਹ ਲੋਕ ਵਾਇਲੈਂਟ ਨੇ, ਕੋਈ ਨਹੀਂ ਕਹਿੰਦਾ ਵੀ ਤੁਸੀਂ ਯਾਰ 60 ਸਾਲ ਪੁਰਾਣੀ ਗੱਲ ਹੈ, 200 ਸਾਲ ਪੁਰਾਣੀ ਗੱਲ ਹੈ, ਜਦੋਂ ਤੁਸੀਂ ਸਲੇਵ ਹੁੰਦੇ ਸੀ, ਹੁਣ ਕਿਉਂ ਤੁਸੀਂ ਮੁੱਦੇ ਚੱਕੀ ਫਿਰਦੇ ਜੋ? ਉਹਦਾ ਜਸਟਿਸ ਕੀ ਮਿਲਿਆ ਸਾਨੂੰ? ਕੀ ਮਿਲਿਆ ਜਸਟਿਸ? ਜਿਹੜੇ ਇੱਥੇ ਡਰੱਗ ਦੇ ਵੱਡੇ ਵੱਡੇ ਡੀਲਰ ਨੇ ਉਹ ਖੁੱਲ੍ਹੇਆਮ ਘੁੰਮ ਰਹੇ ਨੇ। ਕੌਣ ਡੀਲਰ ਹੈ ਉਹ ਦੱਸੋ ਤੁਸੀਂ ਇਸ ਕੈਮਰੇ? ਨਹੀਂ, ਇਦਾਂ ਦੇਖੋ, ਮੈਂ ਦੱਸਣ ਲੱਗ ਪਾਵਾਂ ਵੀ ਡੀਲਰ ਕੌਣ ਨੇ। ਨਹੀਂ, ਫਿਰ ਆਪਾਂ ਸਰਕਾਰ ਨੂੰ ਪੁੱਛਾਂਗੇ ਨਾ ਵੀ ਜੇ ਇਹਨਾਂ ਨੂੰ ਇਹ ਡੀਲਰ ਪਤਾ ਹੈ ਤਾਂ ਤੁਹਾਨੂੰ ਕਿਉਂ ਨਹੀਂ ਪਤਾ? ਸਰਕਾਰਾਂ ਕੋਲ ਲਿਸਟਾਂ ਸਾਰੀਆਂ ਹੈਗੀਆਂ ਨੇ। ਸਰਕਾਰਾਂ ਨੂੰ ਤੁਸੀਂ ਪੁੱਛੋ ਵੀ ਜਦੋਂ ਇੱਕ ਬੰਦਾ ਡਰੱਗ ਵੇਚਣ ਦੇ ਕੇਸ 'ਚ ਫਸ ਜਾਂਦਾ ਹੈ ਕਿਤੇ, ਉਹ ਬਾਹਰ ਕਿਵੇਂ ਆਉਂਦਾ? ਉਹ ਬਾਹਰ ਜ਼ਮਾਨਤ ਤੇ ਪਹਿਲਾਂ ਆ ਜਾਂਦਾ, ਜਿਹੜੇ ਉਹਨੂੰ ਫੜਾਉਣ ਜਾਂਦੇ ਉਹ ਤੋਂ ਪਹਿਲਾਂ। ਤੇ ਆਮ ਪੰਚਾਇਤਾਂ ਨੂੰ ਤੁਸੀਂ ਪੁੱਛ ਲਓ ਜਾ ਕੇ, ਜੇ ਤੁਸੀਂ ਸਟੋਰੀਆਂ ਕਰਨ ਲੱਗ ਪਓ ਡਰੱਗ ਦੇ ਉੱਤੇ, ਤੁਹਾਨੂੰ ਸਾਰਾ ਕੁਝ ਖੁੱਲ ਜਾਵੇ। ਉਹ ਕੋਰਟ ਦਾ ਮਸਲਾ ਹੁੰਦਾ ਹੈ ਨਾ ਜੀ। ਨਹੀਂ, ਕੋਰਟ ਦਾ ਮਸਲਾ ਹੋਵੇ, ਕੋਰਟ ਕੁਛ ਨਾ ਹੁਣ 30 ਸਾਲ ਤੋਂ ਸਾਨੂੰ ਸਿੱਖਾਂ ਦਾ ਕਤਲੇਆਮ ਦਾ ਕੋਰਟ ਨੇ ਸਾਨੂੰ ਕੋਈ ਜਸਟਿਸ ਨਹੀਂ ਦਿੱਤਾ ਤੇ ਅਸੀਂ ਹੱਥ ਧਰ ਕੇ ਬੈਠੇ ਰਹੀਏ। ਫਿਰ ਕੋਰਟ ਜੇ ਬਾਇਸਡ ਹੋ ਜਾਵੇ ਇੱਕ ਮੌਕੇ ਦੇ ਉੱਤੇ, ਤੁਹਾਨੂੰ ਨਾ ਜਸਟਿਸ ਦੇਵੇ, ਹੁਣ ਸਾਰੇ ਮਸਲੇ ਕੋਰਟ 'ਚ ਹੀ ਨਹੀਂ ਜਾ ਸਕਦੇ। ਫਿਰ ਕੋਰਟ ਤੇ ਹੈਗਾ ਹੀ ਆ ਉੱਥੇ ਅਵੇਲੇਬਲ, ਪਰ ਕੀ ਤੁਸੀਂ ਤੁਹਾਡਾ ਬੱਚਾ ਕੋਈ ਡਰੱਗ 'ਚ ਫਸ ਜਾਵੇ, ਉਡੀਕ ਕਰੋਗੇ ਵੀ ਕਦੋਂ ਕੋਰਟ ਆਵੇ, ਕਦੋਂ ਇੰਟਰਫੇਅਰ ਕਰੇ, ਕਦੋਂ ਮਸਲਾ ਖਤਮ ਹੋਵੇ? ਜਾਂ ਤੁਸੀਂ ਇੱਕ ਆਪਣਾ ਜਿਹਦੀ ਮਾਂ ਦਾ ਪੁੱਤ ਜਿਹੜਾ ਨਸ਼ੇ 'ਚ ਮਰ ਗਿਆ, ਕੀ ਉਹ ਕੋਰਟ ਤੇ ਰਿਲਾਏ ਕਰੇ? ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਮਰ ਚੁੱਕੇ ਨੇ, ਅਸੀਂ ਕੋਰਟਾਂ ਕੋ ਜਾ ਕੇ ਲੱਭੀਏ ਉਹਨਾਂ ਦੀਆਂ ਲਾਸ਼ਾਂ? ਇਹ ਗੱਲ ਥੋੜੀ ਦੇਰ ਲਈ ਟੀਵੀ ਕੈਮਰਾ ਤੇ ਕਰਨ ਲਈ ਤਾਂ ਚੰਗੀ ਲੱਗਦੀ ਹੈ, ਸੁਣਨ ਲਈ ਵੀ ਚੰਗੀ ਲੱਗਦੀ ਹੈ, ਲੇਕਿਨ ਮੈਨੂੰ ਲੱਗਦਾ ਕਿ ਇਹਦੇ 'ਚ ਪ੍ਰੈਕਟੀਕੈਲਿਟੀ ਨਹੀਂ ਹੈ। ਲੌਂਗ ਰਨ 'ਚ ਪ੍ਰੈਕਟੀਕੈਲਿਟੀ ਹੁੰਦੀ ਤੇ ਫਿਰ ਰਾਜਸ਼ਾਹੀ ਅੱਜ ਵੀ ਚੱਲ ਰਹੀ ਹੁੰਦੀ। ਨਹੀਂ, ਰਾਜਸ਼ਾਹੀ ਦੀ ਤਾਂ ਅਸੀਂ ਗੱਲ ਹੀ ਨਹੀਂ ਕੀਤੀ ਕੋਈ, ਕਿਉਂਕਿ ਉਹਦੇ 'ਚ ਇੱਕ ਇੰਡੀਵਿਜੂਅਲ ਡਿਸੀਜਨ ਲੈਂਦਾ ਸੀ ਨਾ। ਲੋਕਤੰਤਰ 'ਚ ਇੰਡੀਵਿਜੂਅਲ ਡਿਸੀਜਨ ਨਹੀਂ ਲੈਂਦਾ, ਜਿਹੜੀ ਚੁਣੀ ਹੋਈ ਸਰਕਾਰ ਹੈ ਉਹ ਫੈਸਲਾ ਲੈਂਦੀ ਹੈ। ਨਹੀਂ, ਇਦਾਂ ਨਹੀਂ ਗੱਲ ਹੁੰਦੀ ਨਾ। ਤੇ ਅਸੀਂ ਇੰਡੀਵਿਜੂਅਲਿਟੀ ਦੀ ਗੱਲ ਕੀਤੀ ਹੈ, ਇਹ ਮੇਰਾ ਇੰਡੀਵਿਜੂਅਲ ਦਾ ਕਿੱਥੇ ਫੈਸਲਾ ਹੈ ਵੀ ਡਰੱਗ ਨੂੰ ਖਤਮ ਕਰਨਾ ਹੈ? ਗੱਲ ਆਪਾਂ ਡਰੱਗ ਦੀ ਕਰ ਰਹੇ ਹਾਂ, ਚ ਰਾਜਸ਼ਾਹੀ ਤੇ ਲੋਕਤੰਤਰ ਦਾ ਤਾਂ ਮਸਲਾ ਹੀ ਨਹੀਂਗਾ। ਤੁਸੀਂ ਸਿਸਟਮ ਦੀ ਗੱਲ ਕਰਨ ਲੱਗ ਪਏ ਨਾ ਸਾਰੀ। ਸਿਸਟਮ ਤੇ ਦੇਖੋ ਕਿ ਸਾਨੂੰ ਜਸਟਿਸ ਨਹੀਂ ਮਿਲਿਆ ਜਾਂ ਕਿਸੇ ਨੂੰ ਜਸਟਿਸ ਨਹੀਂ ਮਿਲਦਾ। ਅਸੀਂ ਕਦੋਂ ਕਿਹਾ ਵੀ ਇਹਦੇ 'ਚ ਇੱਕ ਬੰਦੇ ਦਾ ਫੈਸਲਾ ਹੈ, ਹਜ਼ਾਰਾਂ ਸਿੱਖਾਂ ਨਾਲ ਕਤਲੇਆਮ ਹੋਇਆ ਤੇ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ? ਇਹਦੇ 'ਚ ਲੋਕਤੰਤਰ ਰਾਜਸ਼ਾਹੀ ਦਾ ਮਸਲਾ ਕਿੱਥੋਂ ਆ ਜਾਂਦਾ? ਲੇਕਿਨ ਇਸ ਗੱਲ ਨੂੰ ਤੇ ਹਰ ਬੰਦਾ ਚੱਕਦਾ ਹੈ, ਹਰ ਸਿਸਟਮ ਚੱਕਦਾ ਹੈ ਕਿ ਵਾਕਈ ਜੋ 84 'ਚ ਹੋਇਆ ਉਹ ਠੀਕ ਨਹੀਂ ਹੋਇਆ ਸੀ। ਠੀਕ ਨਹੀਂ ਹੋਇਆ, ਉਹਦਾ ਜਸਟਿਸ ਮਿਲਣਾ ਚਾਹੀਦਾ। ਇੱਥੋਂ ਤੱਕ ਲਿਮਿਟ ਰਹਿਣਾ ਚਾਹਾਂ ਵੀ ਜੈਨੋਸਾਈਡ ਨੂੰ ਇਹ ਕਹਿਣਾ ਵੀ ਠੀਕ ਨਹੀਂ ਹੋਇਆ। ਨਾਜ਼ੀਸ ਦਾ ਜੋ ਕੀਤਾ
ਉਸ ਜਸਟਿਸ ਦਾ ਬਣਿਆ ਕੀ ਫਿਰ, ਉਹ ਸਿੱਟਾ ਕੀ ਨਿਕਲਿਆ? ਸਿੱਟਾ ਇਹ ਨਿਕਲਿਆ ਵੀ ਜੂਸ਼ ਅੱਜ ਸਿਕਿਉਰਡ ਨੇ, ਦੁਨੀਆ ਭਰ ਦੇ ਵਿੱਚ ਸਿਕਿਉਰਡ ਨੇ, ਉਹਨਾਂ ਨੇ ਦੁਨੀਆ ਭਰ ਦੇ ਨਹੀਂ, ਅੱਜ ਵਿੱਚ ਵੀ ਉਹ ਲੜ ਰਹੇ ਆ ਪੈਲਸਤੀਨ ਨਾਲ। ਨਹੀਂ, ਫਲਸਤੀਨ ਨਾਲ ਲੜ ਰਹੇ ਵੱਖਰੀ ਵਿਸ਼ਾ, ਘੱਟੋ ਘੱਟ ਉਹਨਾਂ ਕੋਲ ਆਪਣਾ ਘਰ ਹੈਗਾ। ਘਰ ਸਾਡੇ ਕੋਲ ਵੀ ਹੈ, ਜ਼ਮੀਨ ਸਾਡੀ ਵੀ ਹੈ। ਨਹੀਂ, ਉਹ ਤਾਂ ਫਿਰ ਸਾਡੇ ਕੋਲ ਬ੍ਰਿਟਿਸ਼ ਸ਼ਹਿਰਾਂ ਦੇ ਵਿੱਚ ਵੀ ਹੈਗਾ ਸੀ, ਜ਼ਮੀਨਾਂ ਦੇ ਵਿੱਚ ਅਸੀਂ ਖੇਤੀ ਵੀ ਕਰਦੇ ਸੀ, ਸਾਡੇ ਮੰਤਰੀ ਵੀ ਬਣਦੇ ਸੀ, ਸਾਡੇ ਬੱਚੇ ਪੁਲਿਸ 'ਚ ਵੀ ਜਾਂਦੇ ਸੀ, ਫਿਰ ਆਜ਼ਾਦੀ ਕਿਉਂ ਲੈ ਲਈ ਆਪਾਂ? पलक झपकाओ, अपनी सुविधा के लिए टाटा कैपिटल टू व्हीलर लोन पाओ। ये सिर्फ अपनी ही चाबी से मिलते हैं, लिंक लॉक्स। ਸੁਰੇਸ਼ ਭਾਜੀ ਫੇਰ ਤੋਂ ਰੋਟਾਵੇਟਰ ਦੀ ਮੁਰੰਮਤ ਹਫਤੇ 10 ਦਿਨਾਂ 'ਚ ਕੁਝ ਨਾ ਕੁਝ ਹੋ ਹੀ ਜਾਂਦਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸੋਚ ਸਮਝ ਕੇ ਰੋਟਾਵੇਟਰ ਖਰੀਦੋ। ਯਾਦ ਰਵੇ, ਟਰੈਕਟਰ ਕੋਈ ਵੀ ਹੋਵੇ, ਰੋਟਾਵੇਟਰ ਸਿਰਫ ਸ਼ਕਤੀਮਾਨ ਦਾ ਹੀ ਹੋਵੇ। ਸ਼ਕਤੀਮਾਨ ਰੋਟਾਵੇਟਰ, ਪ੍ਰੋਫੈਸ਼ਨਲ ਕਿਸਾਨ ਦਾ ਦਮਦਾਰ ਸਾਥੀ। ਸ਼ਕਤੀਮਾਨ ਤੁਹਾਡਾ ਅਤੇ ਕਿਸਾਨ ਭਰਾਵਾਂ ਦਾ ਮਜ਼ਬੂਤ ਸਾਥੀ। ਤੁਹਾਡਾ ਮਕਸਦ ਇੱਥੇ ਡਰੱਗਸ ਔਰ ਜਿਹੜਾ ਬੇਰੋਜ਼ਗਾਰੀ ਹੈ ਇਹਨੂੰ ਮੁਕਾਉਣਾ ਹੈ, ਤੁਹਾਡਾ ਮਕਸਦ ਖਾਲਿਸਤਾਨ ਹੈ? ਖਾਲਿਸਤਾਨ ਸਿੱਖਾਂ ਦਾ ਇੱਕ ਸੋਲੂਸ਼ਨ ਹੈ, ਪੰਜਾਬ ਦੀ ਪ੍ਰੋਬਲਮ ਦਾ ਸੋਲੂਸ਼ਨ ਹੈ। ਸੋ ਇਹ ਕਹਿਣਾ ਵੀ ਆ ਜਾਂ ਆ ਪਿਕ ਐਂਡ ਚੂਜ਼ ਦਾ ਮਸਲਾ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਬੇਰੁਜ਼ਗਾਰੀ ਜਿਹੜੀ ਹੈ ਉਹਨੂੰ ਖਤਮ ਕਰਨ ਦਾ ਤੁਹਾਡੇ ਕੋਲ ਕੀ ਤਰੀਕਾ? ਮੈਂ ਕਹਿੰਦਾ ਵੀ ਜਿੰਨਾ ਚਿਰ ਸਾਡੀਆਂ ਐਥਨਿਕ ਤੇ ਪਛਾਣ ਦੀਆਂ ਪ੍ਰੋਬਲਮਾਂ, ਸਾਡੀਆਂ ਧਾਰਮਿਕ ਪ੍ਰੋਬਲਮਾਂ ਨਹੀਂ ਹੱਲ ਹੁੰਦੀਆਂ, ਬੇਰੁਜ਼ਗਾਰੀ ਸਾਡੇ ਇੱਕ ਜੈਨੋਸਾਈਡਲ ਸਿੰਪਟਮ ਦੇ ਵਿੱਚੋਂ ਉਪਜੀ ਹੈ। ਬੇਰੁਜ਼ਗਾਰੀ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ, ਇਹ ਸਿੰਪਟਮ ਹੈ। ਪੂਰੇ ਦੇਸ਼ 'ਚ ਬੇਰੁਜ਼ਗਾਰੀ ਦੀ ਪ੍ਰੋਬਲਮ ਨਹੀਂ, ਪੰਜਾਬ ਦੇ ਵਿੱਚ ਤੇ ਸਭ ਤੋਂ ਉੱਪਰ ਚੱਲ ਗਈ। ਪੰਜਾਬ ਦੇ ਵਿੱਚ ਡਰੱਗ ਦੀ ਪ੍ਰੋਬਲਮ, ਹੁਣ ਫਿਰ ਤੁਸੀਂ ਉਧਰ ਨਹੀਂ ਜਾਣਾ। ਜਦੋਂ ਮੈਂ ਕਹਿੰਦਾ ਪੰਜਾਬ 'ਚ ਮੈਂ ਤਾਂ ਕਹਿ ਰਿਹਾ ਪੂਰੇ ਦੇਸ਼ 'ਚ ਬੇਰੁਜ਼ਗਾਰੀ ਪ੍ਰੋਬਲਮ ਹੈ। ਡਰੱਗ ਦੀ ਪ੍ਰੋਬਲਮ ਪੂਰੇ ਦੇਸ਼ 'ਚ ਪ੍ਰੋਬਲਮ ਤਾਂ ਹੈਗੀ ਹੈ, ਕਿਉਂ ਨਹੀਂ ਹੈ? ਤੁਸੀਂ ਕੀ ਕਹਿੰਦੇ ਹੋ, ਬੰਬੇ 'ਚ ਨਹੀਂ ਹੈ, ਫਿਲਮ ਸਟਾਰਾਂ ਦੇ ਬੱਚੇ ਫੜੇ ਜਾ ਰਹੇ, ਤਾਂ ਪ੍ਰੋਬਲਮ ਹੈ ਤਾਂ ਹੀ ਹੈ ਨਾ। ਸਿਟੀਜ਼ ਦੇ ਵਿੱਚ ਪਹਿਲਾਂ ਇੱਕ ਪ੍ਰੋਬਲਮ ਰਹੀ ਹੈ, ਪਿੰਡਾਂ ਦੇ ਵਿੱਚ ਯੂਪੀ ਬਿਹਾਰ ਦੇ ਪਿੰਡਾਂ 'ਚ ਜਾਓ, ਨੌਜਵਾਨ ਚਿੱਟੇ ਨਾਲ ਮਰ ਰਹੇ ਨੇ, ਉੱਥੇ ਨਹੀਂ ਹੋ ਰਿਹਾ ਇਹ ਕੰਮ। ਆਪਾਂ ਇਸ ਗੱਲ ਤੋਂ ਇੰਨੇ ਇਗਨੋਰੈਂਟ ਨਾ ਬਣੀਏ। ਇਗਨੋਰੈਂਸ ਸਰਕਾਰਾਂ ਵਾਸਤੇ ਬੈਨੀਫੀਸ਼ੀਅਲ ਹੈ, ਸੁਸਾਇਟੀ ਵਾਸਤੇ ਇੰਨੀ ਡੇਂਜਰਸ ਹੈ। ਜਾਂ ਕਿਸੇ ਜਰਨਲਿਜ਼ਮ ਦੀ ਇਗਨੋਰੈਂਸ ਆ ਜਾਏ ਵੀ ਇੱਕ ਪਾਸੇ ਅਸੀਂ ਤੁਹਾਨੂੰ ਐਪੀਡੈਮਿਕ ਦੀ ਗੱਲ ਕਰ ਰਹੇ ਹਾਂ, ਸਾਡੇ ਕੋਲ ਰੋਜ਼ 25 30 50 ਬੱਚੇ ਆ ਰਹੇ ਨੇ, ਕੁੜੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਚਿੱਟੇ ਦੀਆਂ ਐਡਿਕਟ ਨੇ। ਤੁਸੀਂ ਦੱਸੋ ਹੋਰ ਆਪਾਂ ਕਿਹਦੀ ਵੇਟ ਕਰ ਰਹੇ ਹਾਂ? ਲੇਕਿਨ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹ ਤਾਂ ਆਲਰੇਡੀ ਵੀ ਬਹੁਤ ਸਾਰੇ ਡੀ ਐਡਿਕਸ਼ਨ ਸੈਂਟਰ ਚੱਲ ਰਹੇ ਹੈ। ਉਹ ਸਾਰੇ ਵੈਸਟਰਨ ਫਿਲਾਸਫੀ ਦੇ ਡੀ ਐਡਿਕਸ਼ਨ ਸੈਂਟਰ ਚੱਲਦੇ ਹੋ, ਰਿਜ਼ਲਟ ਦਿਖਾਓ ਕੀ ਇਹਨਾਂ ਦਾ ਹੋਇਆ। ਪ੍ਰੋਬਲਮ ਪਤਾ ਕੀ ਹੈ ਸਾਡੀ ਸੋਸਾਇਟੀ ਦੇ ਵਿੱਚ? ਅਸੀਂ ਇਹ ਨਹੀਂ ਸਮਝਿਆ ਵੀ ਇੱਥੋਂ ਦਾ ਤੰਤਰ ਵੱਖਰਾ ਹੋਣਾ ਚਾਹੀਦਾ। ਵੈਸਟ ਦਾ ਕਾਪੀ ਕਰਕੇ ਸਾਈਕੈਟਰਿਸਟ ਸਾਰੇ ਉੱਥੋਂ ਆਈਡੀਆ ਲੈ ਲਿਆ, ਆਪਾਂ ਸਾਰੀ ਚੀਜ਼ਾਂ ਦਾ ਆਈਡੀਆ ਉੱਥੋਂ ਲੈ ਕੇ ਅਸੀਂ ਇੱਥੇ ਕਾਪੀ ਪੇਸਟ ਕਰ ਦਿੱਤਾ। ਡੀ ਐਡਿਕਸ਼ਨ ਜਿਹੜੀ ਹੈ, ਡਰੱਗ ਜਿਹੜਾ ਵਾ ਮੈਂਟਲ ਇਸ਼ੂ ਜ਼ਿਆਦਾ ਹੈ, ਫਿਜ਼ੀਕਲ ਇਸ਼ੂ ਘੱਟ ਹੈ। ਡਰੱਗ ਫਿਜ਼ੀਕਲੀ ਤੁਹਾਨੂੰ ਨੀਡ ਹੁੰਦੀ ਹੈ ਦੀ 1 ਹਫ਼ਤਾ 2 ਹਫ਼ਤੇ ਤੋਂ ਬਾਅਦ ਬੋਡੀ ਡਿਮਾਂਡ ਨਹੀਂ ਕਰਦੀ, ਉਸ ਤੋਂ ਬਾਅਦ ਮੈਂਟਲੀ ਸਾਰੀ ਪ੍ਰੋਬਲਮ ਹੈ। ਜਿਹੜੀਆਂ ਕੌਮਾਂ ਐਥਨਿਕ ਸਲੇਵਰੀ ਚੋਂ, ਰਿਲੀਜੀਅਸ ਸਲੇਵਰੀ ਚੋਂ ਜਾਂ ਕਿਸੇ ਵੀ ਤਰੀਕੇ ਦੀ ਸਲੇਵਰੀ ਚੋਂ ਲੰਘ ਕੇ ਆਉਂਦੇ, ਉਹਨਾਂ ਵਾਸਤੇ ਮੈਂਟਲ ਤੌਰ ਤੇ ਡਰੱਗ ਨੂੰ ਛੱਡਣਾ ਔਖਾ ਹੋ ਜਾਂਦਾ। ਇੱਕ ਰਿਐਲਿਟੀ ਹੈ। ਤੁਸੀਂ ਕਿੱਦਾਂ ਸੋਲਵ ਕਰੋਗੇ? ਜਿੰਨਾ ਚਿਰ ਇੱਕ ਢਾਂਚਾ ਖਾਲਸੇ ਦੇ ਰਾਜ ਦੇ ਉੱਤੇ ਢਾਂਚਾ ਨਹੀਂ ਖੜਾ ਹੁੰਦਾ, ਉਹਨਾਂ ਚਿਰ ਇਹ ਡਰੱਗ ਦੀ ਪ੍ਰੋਬਲਮ ਸਿੰਪਟਮ ਵਜੋਂ ਉੱਭਰਦੀ ਰਹੂਗੀ। ਡਰੱਗ ਇਕੱਲੇ ਦੀ ਪ੍ਰੋਬਲਮ ਨਹੀਂ ਹੈਗੀ, ਹਰ ਪ੍ਰੋਬਲਮ ਹੁਣ ਪੱਤੇ ਤੇ ਪੁਣੇ ਦੀ ਪ੍ਰੋਬਲਮ ਹੈ। ਹੁਣ ਕੋਈ ਤੇ ਕਹਿ ਸਕਦਾ ਵੀ ਭਾਈ ਦੇਖੋ ਕਿਹੜਾ ਕੋਈ ਤੁਹਾਡੇ ਜ਼ਬਰਦਸਤੀ ਕੇਸ ਕੱਟਦਾ, ਇਹ ਗੱਲ ਜਾਇਜ਼ ਹੈ ਸੁਣਨ ਨੂੰ, ਪਰ ਰਿਐਲਿਟੀ ਇਹ ਹੈ ਵੀ ਜਦੋਂ ਕੌਮਾਂ 'ਚ ਸੈਲਫ ਹੇਟ ਦੀ ਭਾਵਨਾ ਆਉਂਦੀ ਹੈ, ਇਨਫੀਰੀਟੀ ਕੰਪਲੈਕਸ ਆ ਜਾਂਦਾ ਹੈ, ਉਹਨਾਂ ਕੌਮਾਂ ਦੇ ਇਨਫੀਰੀਟੀ ਕੰਪਲੈਕਸ ਨੂੰ ਇਹ ਕਹਿ ਕੇ ਨਹੀਂ ਟਾਲਿਆ ਜਾ ਸਕਦਾ ਵੀ ਕੌਣ ਤੁਹਾਡੀ ਜ਼ਬਰਦਸਤੀ ਕੱਟ ਜਾਂਦਾ ਕੇਸ। ਇਨਫੀਰੀਟੀ ਕੰਪਲੈਕਸ ਕੀ ਆ? ਮੀਡੀਆ ਕੋਲ ਇੱਕ ਪੋਰਟਰੇ ਕਰਨ ਦੀ ਪਾਵਰ ਹੈਗੀ ਹੈ ਵੀ ਬੰਦਾ ਸੋਹਣਾ ਕੌਣ ਹੈ ਤੇ ਮਾੜਾ ਕੌਣ ਹੈ। ਇਹ ਮੀਡੀਆ ਨੇ ਦੁਨੀਆ ਭਰ ਦੇ ਵਿੱਚ ਇਹ ਵਾਪਰਿਆ। ਪਹਿਲਾਂ ਬਲੂ ਆਈਜ਼, ਗੋਰਾ ਰੰਗ, ਯੂਰਪੀਅਨ ਬਿਊਟੀ ਸਟੈਂਡਰਡਸ ਤੈਅ ਕੀਤੇ ਗਏ। ਇਹ ਤੁਹਾਡੇ ਮਨ ਦੀ ਗੱਲ ਹੈ ਕਿ ਕੋਈ ਮੀਡੀਆ ਜਾਂ ਪੋਰਟਰੇਟ ਕਰ ਸਕਦਾ ਕਿਸੇ ਨੂੰ। ਅਗਰ ਅਮਰੀਕਾ 'ਚ ਕੋਈ ਸਿੱਖ ਬ੍ਰਾਂਡ ਐਂਬੈਸਡਰ ਬਣ ਸਕਦਾ ਹੈ ਕਿਸੇ ਵੱਡੇ ਬ੍ਰਾਂਡ ਦਾ, ਨਹੀਂ, ਉਹ ਅੱਜ ਵਾਪਰਿਆ ਨਾ ਅਮਰੀਕਾ ਦੇ ਵਿੱਚ ਅੱਜ ਵਾਪਰਿਆ। ਉਹਦੀ ਰਿਐਲਿਟੀ ਵੇਖੋ ਤੁਸੀਂ ਪਿੱਛੇ ਜਾ ਕੇ। ਆਪਣਾ ਮਕਸਦ ਖਾਲਿਸਤਾਨ ਹੈ ਜਾਂ ਕੁਝ ਹੋਰ ਹੈ? ਨਹੀਂ, ਆਪਣਾ ਮਕਸਦ ਸਾਰਾ ਕੁਝ ਕਰਨਾ ਤੇ ਉਹਦਾ ਅਲਟੀਮੇਟ ਗੋਲ ਖਾਲਿਸਤਾਨ ਹੈ। ਆਪਾਂ ਇਹਨੂੰ ਇੱਕ ਗੱਲ ਨੂੰ ਇਦਾਂ ਪੋਰਟਰੇ ਕਰੀਏ, ਖਾਲਿਸਤਾਨ ਸਾਡੀ ਮੰਜ਼ਿਲ ਹੈ, ਰਸਤੇ 'ਚ ਸਾਡਾ ਸਾਰਾ ਸੰਘਰਸ਼ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਖਾਲਿਸਤਾਨ ਬਣਾਉਣਾ ਵਾ ਤੇ ਉਹਦੇ ਜੇ ਆਪਾਂ ਡਰੱਗ ਦੀ ਪ੍ਰੋਬਲਮ ਦੀ ਗੱਲ ਕਰ ਰਹੇ ਤੇ ਜਿਹੜਾ ਬੰਦਾ ਡਰੱਗ ਦੀ ਪ੍ਰੋਬਲਮ ਦੀ ਗੱਲ ਕਰੂਗਾ ਉਹ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦਾ। ਖਾਲਿਸਤਾਨ ਇਜ਼ ਦਾ ਅਲਟੀਮੇਟ ਸੋਲੂਸ਼ਨ ਟੂ ਐਵਰੀ ਪ੍ਰੋਬਲਮ ਵੀ ਹੈਵ ਰਾਈਟ ਨਾਓ।
ਔਰ ਇਹਦੇ ਲਈ ਆਪਾਂ ਓਪਨ ਹੈ ਡਿਸਕਸ਼ਨ ਵਾਸਤੇ। ਡੂ ਯੂ ਥਿੰਕ ਇਟ ਇਜ਼ ਸੋ ਈਜ਼ੀ? ਨਹੀਂ, ਮੈਂ ਕਦੋਂ ਕਿਹਾ ਈਜ਼ੀ ਹੈ? ਅਗਰ ਇੰਨਾ ਆਸਾਨ ਹੁੰਦਾ ਖਾਲਿਸਤਾਨ, ਤੇ ਤੁਸੀਂ ਕੀ ਸੋਚਦੇ ਹੋ ਕਿ ਜਰਨੈਲ ਸਿੰਘ ਭਿੰਡਰਾਂ ਹੋਲੀ, ਬੱਬਰ ਖਾਲਸਾ ਕਮਾਂਡੋ ਫੋਰਸ, ਖਾਲਿਸਤਾਨ ਜਿੰਦਾ ਫੋਰਸ, ਇਹ ਲੋਕਾਂ ਨੇ ਇੰਨਾ ਐਫਰਟ ਕੀਤਾ ਤੇ ਉਸ ਐਫਰਟ ਤੋਂ ਜ਼ਿਆਦਾ ਤੁਹਾਡਾ ਕੱਲਿਆਂ ਦਾ ਐਫਰਟ ਜ਼ਿਆਦਾ ਹੋ ਜਾਊਗਾ? ਇਹ ਤੇ ਕਲੇਮ ਕਰਨ ਵਾਲੀ ਗੱਲ ਹੈ ਨਾ। ਕੋਈ ਬੰਦਾ ਕਹਿ ਰਿਹਾ ਵੀ ਮੈਂ ਕੀਤਾ, ਮੈਂ ਕਲੇਮ ਕਰ ਰਿਹਾ ਹੋਵਾਂ। ਮੈਂ ਗੱਲ ਕਰ ਰਿਹਾ ਹਰ ਮੂਵਮੈਂਟ ਦੀ ਇੱਕ ਕੰਟੀਨਿਊਟੀ ਹੁੰਦੀ ਹੈ। 47 ਦੇ ਵਿੱਚ ਸੋ ਕਾਲਡ ਫਰੀडम ਮਿਲੀ ਹੈ, ਠੀਕ, ਤੋਂ ਪਹਿਲਾਂ ਗਦਰ ਮੂਵਮੈਂਟ ਜਿਹੜੀ ਸੀ ਉਹ ਖਤਮ ਹੋ ਗਈ ਹੈ। ਸੋ ਪ੍ਰੋਬਲਮ ਇਹ ਹੈ 1931 ਚ ਭਗਤ ਸਿੰਘ ਨੂੰ ਫਾਂਸੀ ਹੁੰਦੀ ਹੈ, 47 ਚ ਮੂਵਮੈਂਟ ਹੁੰਦੀ ਹੈ। ਸੋ ਇਹ ਕਹਿਣਾ ਵੀ ਉਹਨਾਂ ਦੇ ਐਫਰਟ ਫੇਲ ਸੀ ਸਾਰੇ, ਇਦਾਂ ਨਹੀਂ ਹੁੰਦਾ। ਆਪਾਂ 1849 ਤੋਂ ਬਾਅਦ ਸਾਡੇ ਵੱਖ-ਵੱਖ ਸੰਘਰਸ਼ ਸ਼ੁਰੂ ਹੋਏ ਆ ਰਾਜ ਦੀ ਪ੍ਰਾਪਤੀ ਵਾਸਤੇ, ਔਰ ਰਾਜ ਦੀ ਪ੍ਰਾਪਤੀ ਦੇ ਜਿਹੜੇ ਸੰਘਰਸ਼ ਆ ਉਹਨਾਂ ਦੇ ਵਿੱਚੋਂ ਕੋਈ ਵੀ ਇਹ ਨਹੀਂ ਹੁੰਦਾ ਵੀ ਇੱਕ ਮੌਕੇ ਦੇ ਉੱਤੇ ਇਕੱਠਾ ਸੰਘਰਸ਼ ਚੱਲ ਰਿਹਾ ਸੀ, ਉਸ ਤੋਂ ਬਾਅਦ ਬੰਦੇ ਨੂੰ ਕਿਹਾ ਜਾਵੇ ਵੀ ਹੁਣ ਤੂੰ ਉਦੋਂ ਨਹੀਂ ਹੋਇਆ ਤੇ ਹੁਣ ਕਿਉਂ ਹੋਊਗਾ। ਇਹ ਤੇ ਮੈਨੂੰ ਲੱਗਦਾ ਵੀ ਪਿੰਜਰੇ 'ਚ ਪਈ ਕਿਸੇ ਕੌਮ ਨੂੰ ਇਹ ਕਹਿਣਾ ਵੀ ਪਹਿਲਾਂ ਤੁਸੀਂ 10 ਬੰਦੇ ਪਿੰਜਰਾ ਤੋੜਨ ਦੇ ਸੀ, ਉਦੋਂ ਤੁਹਾਡੇ ਟੁੱਟਣ ਨਹੀਂ, ਹੁਣ ਕੱਲਾ ਕਿਤੋਂ ਲੱਗਾ ਆ। ਮੈਨੂੰ ਐਂ ਲੱਗਦਾ ਵੀ ਬੰਦਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਅਸੀਂ ਸਲੇਵਰੀ ਨੂੰ ਆਇਡੈਂਟੀਫਾਈ ਕੀਤਾ, ਅਸੀਂ ਸਲੇਵਰੀ ਦੇ ਖਿਲਾਫ ਕੰਮ ਕਰ ਰਹੇ ਹਾਂ, ਅਸੀਂ ਬੜੇ ਪੀਸਫੁਲ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਵਾ ਕੌਮ ਨੂੰ ਸਮਝਾ ਰਹੇ ਹਾਂ ਵੀ ਤੁਸੀਂ ਭਾਈ ਆ ਪਛਾਣੋ ਗੁਲਾਮੀ ਕੀ ਹੈ। ਮੈਂ ਤੁਹਾਡੇ ਸਲੇਵਰੀ ਔਰ ਪੰਜਾਬੀਆਂ ਨੂੰ ਉਹਦੇ ਨਾਲ ਨਹੀਂ ਜੋੜਦਾ। ਖਾਲਸਾ ਰਾਜ ਕਰਦਾ ਰਿਹਾ ਔਰ ਖਾਲਸਾ ਅੱਜ ਵੀ ਚੜ੍ਹਦੀ ਕਲਾ ਹੈ। ਤੁਹਾਡੇ ਮਨ 'ਚ ਕਦੋਂ ਆਇਆ ਕਿ ਜਾ ਕੇ ਪੰਜਾਬ 'ਚ ਇਸ ਮੂਵਮੈਂਟ 'ਚ ਕੰਮ ਕਰੀਏ ਆਪਾਂ? 12 ਜਦੋਂ ਅਸੀਂ ਤੇ ਗਏ, ਅਸੀਂ ਇੱਥੇ ਧਰਤੀ ਤੇ 18 ਸਾਲ ਕੱਟੇ ਨੇ। ਸਾਨੂੰ ਉਦੋਂ ਵੀ ਇਹਨਾਂ ਚੀਜ਼ਾਂ ਦੀ ਪਤਾ ਸੀ। ਬੇਸ਼ੱਕ ਅਸੀਂ ਉਦੋਂ ਕਿਸੇ ਸੋਲੂਸ਼ਨ ਵੱਲ ਨਹੀਂ ਸੀ ਵੱਧ ਸਕਦੇ। ਇੱਕ ਉਮਰ ਹੁੰਦੀ ਹੈ ਬੰਦੇ ਦੀ, ਬੰਦੇ ਦਾ ਉਮਰ ਦਾ ਤਕਾਜ਼ਾ ਹੁੰਦਾ ਹੈ। ਫਰੀडम ਫਾਈਟਰ ਸੀ, ਉਹਨਾਂ ਨੂੰ ਬਾਹਰ ਜਾ ਕੇ ਅਹਿਸਾਸ ਹੋਇਆ, ਚਾਹੇ ਕਰਤਾਰ ਸਿੰਘ ਸਰਾਭਾ ਸੀ ਜਾਂ ਹੋਰ ਵੀ ਸੀ, ਵੀ ਸਾਡੀ ਧਰਤੀ ਦੇ ਉੱਤੇ ਸਾਨੂੰ ਕੁਛ ਨਾ ਕੁਛ ਸੰਘਰਸ਼ ਕਰਨਾ ਚਾਹੀਦਾ। ਜਦੋਂ ਅਸੀਂ ਬਾਹਰ ਗਏ ਉੱਥੇ ਜਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਰਾਮ ਸਾਰਾ ਕੁਝ ਸਾਨੂੰ ਮਿਲਿਆ, ਇਦਾਂ ਦੀ ਕੋਈ ਗੱਲ ਨਹੀਂ। ਆਪਣੀ ਕੌਮ ਦੇ ਗੁਲਾਮ ਹੋਣ ਦੀ ਬੇਚੈਨੀ ਹੁੰਦੀ ਜਿਹੜੀ ਉਹਨੇ ਸਾਨੂੰ ਤੰਗ ਕੀਤਾ। ਜਿਹੜਾ ਬੇਅਦਬੀ ਘਟਨਾ ਵਾਪਰੀ ਹੈ ਬਰਗਾੜੀ ਦੇ ਵਿੱਚ, ਮੈਨੂੰ ਨਹੀਂ ਪਤਾ ਵੀ ਬਾਕੀ ਸਿੱਖਾਂ ਦੇ, ਪਰ ਜਿੰਨੇ ਸਿੱਖਾਂ ਨੂੰ ਮੈਂ ਜਾਣਦਾ ਨੌਜਵਾਨਾਂ ਨੂੰ, ਉਹਨਾਂ ਦੀ ਲਾਈਫ ਦਾ ਚੇਂਜਿੰਗ ਟਰਨਿੰਗ ਪੁਆਇੰਟ ਉਹ ਬੇਅਦਬੀ ਦੀ ਘਟਨਾ ਸੀ। ਉਸ ਤੋਂ ਬਾਅਦ ਸਾਡੇ ਸੋਚਣ ਦਾ, ਸਾਡੇ ਰਹਿਣ ਸਹਿਣ ਦਾ ਤਰੀਕਾ ਬਦਲ ਗਿਆ। 7 ਸਾਲ ਕਿਉਂ ਲੱਗ ਗਏ ਤੁਹਾਨੂੰ? 15 ਅਕਤੂਬਰ ਦੀ ਘਟਨਾ ਸੀ, ਤੁਸੀਂ ਅਗਸਤ 22 ਚਾਹੁੰਦੇ ਹੋ। ਇਦਾਂ ਨਹੀਂ ਹੁੰਦਾ ਕਦੇ ਵੀ। ਕੀ ਹੁੰਦਾ ਵੀ ਜਦੋਂ ਹੁਣ ਸਵੇਰੇ ਆਪਣੇ ਮਨ 'ਚ ਕੋਈ ਗੱਲ ਹੁੰਦੀ, ਸਵੇਰੇ ਉੱਠ ਕੇ ਐਕਸ਼ਨ ਕਰਨ ਤੁਰ ਪਈਦਾ, ਇਦਾਂ ਨਹੀਂ ਹੁੰਦਾ। ਆਪਾਂ ਉਸ ਤੋਂ ਬਾਅਦ 'ਚ ਸਰਬੱਤ ਖਾਲਸਾ ਵੀ ਹੋਇਆ, ਉਸ ਤੋਂ ਬਾਅਦ 'ਚ ਕਿਸਾਨੀ ਐਜੀਟੇਸ਼ਨ ਚੱਲਿਆ। ਕਿਸਾਨ ਐਜੀਟੇਸ਼ਨ 'ਚ ਤੁਸੀਂ ਮੰਨਦੇ ਹੋ ਵੀ ਇਹ 3 ਬਿੱਲਾਂ ਦੀ ਇਕੱਲੀ ਲੜਾਈ ਨਹੀਂ ਸੀ, ਕਿਉਂਕਿ ਜੋ ਨੌਜਵਾਨਾਂ ਦਾ ਰੌਂ ਸੀ, ਜਿਸ ਤਰ੍ਹਾਂ ਕਿ ਦੇ ਨੌਜਵਾਨਾਂ ਦੀ ਸੈਂਟੀਮੈਂਟ ਸੀ ਕਿਸਾਨ ਦੀ ਦਿੱਲੀ ਦੇ ਖਿਲਾਫ, ਜੋ ਕੁਝ ਹੋਇਆ ਵਾਪਰਿਆ, ਉਹ 3 ਬਿੱਲਾਂ ਦਾ ਲੜਾਈ ਨਹੀਂ ਸੀ ਇਕੱਲੀ। ਉਹ ਇੱਕ ਉਬਾਲ ਜਿਹੜਾ ਸੀ, ਉਹਨੇ ਇੱਕ ਥਾਂ ਤੇ ਪ੍ਰੋਜੈਕਟ ਹੁੰਦਾ ਜਿਵੇਂ ਲਾਵਾ ਧਰਤੀ ਥੱਲੇ ਇੱਕ ਥਾਂ ਤੋਂ ਚੈਨਲਾਈਜ਼ ਹੋ ਕੇ ਨਿਕਲਦਾ, ਇਸ ਤਰੀਕੇ ਨਾਲ ਸੀ। ਔਰ ਕਿਸਾਨ ਬਿੱਲ ਜਦੋਂ ਉੱਥੇ ਸੰਘਰਸ਼ ਹੋਇਆ, ਦੀਪ ਸਿੱਧੂ ਇੰਟਰੋਡਿਊਸ ਹੋਇਆ, ਸਾਨੂੰ ਇਹ ਲੱਗਦਾ ਸੀ ਵੀ ਸਾਡਾ ਲੀਡਰ ਪੰਜਾਬ ਦੀ ਧਰਤੀ ਤੇ ਆਇਆ, ਅਸੀਂ ਉਹਦੇ ਨਾਲ ਤੁਰੇ ਹਾਂ, ਅਸੀਂ ਉਹਨੂੰ ਸਪੋਰਟ ਕੀਤੀ ਹਰ ਮੌਕੇ ਦੇ ਉੱਤੇ। ਜਦੋਂ ਉਹਦੀ ਸ਼ਹੀਦੀ ਹੁੰਦੀ ਹੈ, ਉਸ ਤੋਂ ਬਾਅਦ ਜੋ ਕੁਝ ਸਰਕਮਸਟੈਂਸਸ ਹੋਏ ਆ, ਉਸ ਤੋਂ ਬਾਅਦ ਅਸੀਂ ਆਏ ਹਾਂ ਜਦੋਂ ਸਮਾਂ ਬਣਿਆ। ਪਹਿਲਾਂ ਦੀਪ ਸਿੱਧੂ ਦੀ ਸ਼ਹੀਦੀ ਹੁੰਦੀ ਹੈ ਤੁਸੀਂ ਕਿਹਾ, ਲੇਕਿਨ ਜੋ ਦੋਸਤ ਉਹਨਾਂ ਦੇ ਨਾਲ ਸੀ ਉਹ ਇਸ ਗੱਲ ਤੋਂ ਇਤਫਾਕ ਹੀ ਨਹੀਂ ਰੱਖਦੀ, ਉਲਟਾ ਤੁਸੀਂ ਉਹਦੇ ਤੇ ਵੀ ਪ੍ਰੈਸ਼ਰ ਬਣਾ ਰਹੇ ਹੋ ਕਿ ਸ਼ਹੀਦੀ ਕਹੋ। ਨਹੀਂ, ਅਸੀਂ ਕਿਸੇ ਤੇ ਪ੍ਰੈਸ਼ਰ ਨਹੀਂ ਬਣਾਉਂਦੇ। ਮੈਂ ਤੁਸੀਂ ਨਾ ਕਹੋ ਕਿ ਅਸੀਂ ਤੁਹਾਡੇ ਤੇ ਪ੍ਰੈਸ਼ਰ ਥੋੜੀ ਬਣਾਵਾਂਗੇ। ਗੱਲ ਇਹ ਆ ਵੀ ਹਰ ਬੰਦੇ ਦਾ ਇੱਕ ਚੀਜ਼ ਨੂੰ ਦੇਖਣ ਦਾ ਨਜ਼ਰੀਆ ਵੱਖ-ਵੱਖ ਹੁੰਦਾ ਹੈ। ਹੁਣ ਮੈਂ ਤੁਹਾਨੂੰ ਪੁੱਛਦਾ ਵਾਂ ਵੀ ਤੁਸੀਂ ਜਿਹੜਾ ਵਾ ਸ਼ਹੀਦੀ ਸ਼ਬਦ ਦੇ ਮਾਇਨੇ ਸਾਡੇ ਲਈ ਤੇ ਆ ਵੀ ਜਿਹੜਾ ਪੰਥ ਦੇ ਰਸਤੇ ਤੁਰ ਪਿਆ, ਜੋ ਸਤਿਗੁਰ ਦੀ ਜੋ ਤੋਂ ਪ੍ਰੇਮ ਖੇੜਨ ਕਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਤਮਾਰਗ ਪੈਰ ਧਰੀਜੈ ਸਿਰ ਦੀਜੈ ਘਾਣ ਨਾ ਕੀਜੈ। ਦੀਪ ਸਿੱਧੂ ਨੇ ਜੇਲ੍ਹ ਕੱਟੀ, ਉਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਇਆ, ਸਾਰਿਆਂ ਨੂੰ ਕਹਿੰਦੇ ਸੀ ਵੀ ਦੇਖੋ ਜੀ ਇਹ ਬਾਹਰ ਆਣ ਕੇ ਮੁੱਕਰ ਜੂਗਾ, ਬੰਬਈ ਚਲ ਜੂਗਾ। ਉਹਨੇ ਪੰਥ 'ਚ ਆਣ ਕੇ ਸੰਘਰਸ਼ ਕੀਤਾ। ਸੰਘਰਸ਼ ਕਰਨ ਦੇ ਬਾਵਜੂਦ ਉਹਨੇ ਅਖੀਰੀ ਦਿਨਾਂ ਦੇ ਵਿੱਚ ਦਸਤਾਰ ਵੀ ਧਾਰਨ ਕੀਤੀ ਔਰ ਉਹਨੇ ਖਾਲਿਸਤਾਨ ਦੀ ਇਲੈਕਸ਼ਨ ਲੜ ਰਹੀ ਪਾਰਟੀ ਦਾ ਪ੍ਰਚਾਰ ਵੀ ਕੀਤਾ। ਉਸ ਤੋਂ ਬਾਅਦ 'ਚ ਜੋ ਉਹਦਾ ਐਕਸੀਡੈਂਟ ਕੀਤਾ ਗਿਆ, ਜੋ ਕੁਝ ਹੋਇਆ, ਉਸ ਤੋਂ ਬਾਅਦ 'ਚ ਉਹਨੂੰ ਐਕਸੀਡੈਂਟ ਕਿਹਨੇ ਕੀਤਾ? ਦੇਖੋ ਮੈਂ ਇੱਕ ਸਿੰਪਲ ਗੱਲ ਕਰਦਾ, ਉਹ ਠੀਕ ਹੈ ਕਿ ਤੁਹਾਨੂੰ ਕੀ ਲੱਗਦਾ ਵੀ ਐਕਸੀਡੈਂਟ ਕੋਈ ਨਿਊ ਫੀਨੋਮੀਨਾ ਬੰਦਿਆਂ ਨੂੰ ਮਰਡਰ ਕਰਨ ਦਾ? ਕੋਈ ਵੀ ਚੀਜ਼ ਪਰ ਫਲੋਟ ਕਰ ਦੇਣਾ ਵੀ ਠੀਕ ਨਹੀਂ ਹੈ ਨਾ ਜੀ ਅੰਮ੍ਰਿਤਪਾਲ। ਨਹੀਂ, ਅਸੀਂ ਤੇ ਕਹਿੰਦੇ ਆ ਵੀ ਦੇਖੋ ਸਰਕਾਰਾਂ ਨੇ, ਜਿਹੜਾ ਨਾਲ ਬੰਦਾ ਆਈ ਵਿਟਨੈਸ ਹੈ ਉਹ ਇਹ ਗੱਲ ਕਹਿ ਰਿਹਾ ਕਿ ਐਕਸੀਡੈਂਟ ਸੀਗਾ, ਉੱਥੇ ਪੁਲਿਸ ਨੇ ਜਾਂਚ ਕੀਤੀ। ਹੁਣ ਹਰ ਚੀਜ਼ ਨੂੰ ਆਪਾਂ ਸਾਜ਼ਿਸ਼ ਮੰਨਣ ਲੱਗ ਜਾਵਾਂਗੇ ਤਾਂ ਉਹ ਤਾਂ ਗੁੰਮਰਾਹ ਕਰਨ ਵਾਲੀ ਗੱਲ ਹੈ। ਅਸੀਂ ਦੀਪ ਸਿੱਧੂ ਨੂੰ ਸ਼ਹੀਦ ਕਹਿੰਦੇ ਆ, ਗੁੰਮਰਾਹ ਕਰਨ ਵਾਲੀ ਕਿਹੜੀ ਗੱਲ ਹੈ? ਇਹਦੇ 'ਚ ਕਿਸੇ ਨੂੰ ਕੀ ਪ੍ਰੋਬਲਮ ਹੋ ਸਕਦੀ? ਕੌਣ ਸਾਜ਼ਿਸ਼ ਰਚੇਗਾ ਇਹ ਦੱਸੋ? ਸਾਜ਼ਿਸ਼ ਹਿੰਦੁਸਤਾਨ ਦੀ ਹਕੂਮਤ ਅੱਗੇ ਰਚਦੀ ਨਹੀਂ ਰਹੀ, ਅੱਗੇ ਕਦੀ ਸਾਜ਼ਿਸ਼ ਨਹੀਂ ਰਚੇਗੀ ਸਾਡੇ ਖਿਲਾਫ। ਸਾਡੀ ਹੱਕਾਂ ਦੀ ਜਿਹੜਾ ਬੰਦਾ ਗੱਲ ਕਰਦਾ ਹੈ, ਉਹਨੂੰ ਜਦੋਂ ਜੇਲ੍ਹ 'ਚ ਭੇਜਿਆ ਸੀ ਉਹ ਸਾਜ਼ਿਸ਼ ਨਹੀਂ ਸੀ ਉਹਦੇ ਖਿਲਾਫ? ਕੀ ਸੀ ਉਹਦਾ ਫਿਰ ਕ੍ਰਾਈਮ ਕੀ ਸੀ ਜਿਹੜਾ ਜੇਲ੍ਹ 'ਚ ਭੇਜਣ ਵਾਲਾ ਉਹਨੂੰ? ਪਹਿਲੀ ਗੱਲ ਤਾਂ ਇਹ ਹੈ ਕਿ ਜੋ 26 ਜਨਵਰੀ ਨੂੰ ਹੋਇਆ ਸੀ ਉਹ 26 ਜਨਵਰੀ ਨੂੰ ਨਹੀਂ ਹੋਣਾ ਚਾਹੀਦਾ ਸੀ। ਜੋ ਕਿਸਾਨ ਮੂਵਮੈਂਟ ਦਾ ਇੱਕ ਟੈਂਪੋ ਸੀਗਾ, ਇੱਕ ਬ੍ਰੇਕਰ ਸੀ ਉਹਦੇ ਚੋਂ। ਤੁਸੀਂ ਕਹਿ ਰਹੇ ਹੋ ਕਿ ਜੋ ਦਿੱਲੀ ਦੀ ਹਕੂਮਤ ਦੇ ਪ੍ਰਤੀ ਸੀ, ਇਸ ਤਰ੍ਹਾਂ ਨਹੀਂ ਸੀਗਾ। ਜਦੋਂ ਕਿਸਾਨ ਮੂਵਮੈਂਟ ਸ਼ੁਰੂ ਹੋ ਗਈ ਨਾ, ਉਹਦੇ 'ਚ ਕਈ ਬੰਦਿਆਂ ਨੇ ਆਪਣੀ ਡਾਇਰੈਕਸ਼ਨ 'ਚ ਉਹਨੂੰ ਤੋੜਨਾ ਸ਼ੁਰੂ ਕਰਤਾ। ਇਸ ਕਰਕੇ ਉੱਥੇ ਡਿਵੀਜ਼ਨ ਆਫ ਓਪੀਨੀਅਨ ਵੀ ਹੋ ਗਿਆ ਸੀ। ਜਦੋਂ ਕਿਸਾਨ ਜਿਹੜੇ ਦਿੱਲੀ ਪਹੁੰਚੇ ਆ,
ਉਹ ਦਿੱਲੀ ਵਾਇਲੈਂਸ ਕਰਕੇ ਪਹੁੰਚੇ ਸੀ ਕਿ ਜਿਹੜੇ ਉਹਨਾਂ ਲੀਡਰਾਂ ਕਰਕੇ ਪਹੁੰਚੇ ਸੀ ਜਿਹੜੇ ਕਹਿੰਦੇ ਜਿੱਥੇ ਬਿਠਾਓਗੇ ਅਸੀਂ ਬਹਿ ਜਾਾਂਗੇ। ਕਿਸਾਨ ਲੀਡਰ ਹੀ ਵੰਡ ਗਏ, ਅੱਧੇ ਲੀਡਰਾਂ ਨੇ ਕਿਹਾ ਸੀ ਕਿ ਬਹਿ ਜਾਣਾ, ਅੱਧੇ ਲੀਡਰਾਂ ਨੇ ਕਿਹਾ ਉਧਰ ਨੂੰ। ਕਿਸੇ ਲੀਡਰ ਨੇ ਨਹੀਂ ਸੀ ਕਿਹਾ ਵੀ ਜਾਣਾ। ਦੀਪ ਸਿੱਧੂ ਨੇ ਬੜੀਆਂ ਗੱਲਾਂ ਕੀਤੀਆਂ, ਤੁਹਾਡਾ ਜ਼ਿਕਰ ਵੀ ਨਹੀਂ ਆਇਆ ਉਹਦੇ ਚ, ਲੇਕਿਨ ਜੇ ਤੁਸੀਂ ਉਹਨਾਂ ਦੇ ਨਾਲ ਹੁੰਦੇ ਸੀ। ਨਹੀਂ, ਮੈਂ ਤੇ ਇਹ ਗੱਲ ਕਲੇਮ ਹੀ ਨਹੀਂ ਕੀਤੀ ਵੀ ਮੈਂ ਦੀਪ ਸਿੱਧੂ ਨੇ ਮੇਰਾ ਜ਼ਿਕਰ ਕੀਤਾ ਜਾਂ ਨਹੀਂ ਕੀਤਾ। ਇਹ ਤਾਂ ਮਸਲਾ ਹੀ ਨਹੀਂ ਇਸ ਗੱਲ ਦੇ ਵਿੱਚ। ਗੱਲ ਤੇ ਆਪਾਂ ਉਹਦੀ ਆਈਡੀਓਲੋਜੀ ਦੀ ਕਰ ਰਹੇ ਹਾਂ, ਬੰਦੇ ਕਿੱਥੋਂ ਇਹਦੇ ਵਿੱਚ ਇੰਪੋਰਟੈਂਟ ਹੋ ਗਏ। ਮੈਂ ਗੱਲ ਕਹਿ ਰਿਹਾ ਵੀ ਜੋ ਕੁਝ 26 ਨੂੰ ਵਾਪਰਿਆ ਉਹਨੂੰ ਕ੍ਰਿਮੀਨਲਾਈਜ਼ ਕੀਤਾ ਗਿਆ। 26 ਨੂੰ 26 ਨੂੰ ਵਾਪਰਿਆ ਕੀ ਸੀ ਉਹ ਸਾਰਿਆਂ ਨੇ ਦੇਖਿਆ ਸੀ, ਅਸੀਂ ਵੀ ਟੀਵੀ ਤੇ ਦੇਖਿਆ, ਦਿਖਾਇਆ ਵੀ। ਜਦੋਂ ਲੀਡਰਸ ਨੇ ਕਿਹਾ ਸੀ ਵੀ ਅਸੀਂ ਜਾਣਾ ਹੈ ਦਿੱਲੀ ਦੇ ਅੰਦਰ, ਰਿੰਗ ਰੋਡ ਦੀ ਕਾਲ ਦਿੱਤੀ ਗਈ ਸੀ, ਤੁਸੀਂ ਲੀਡਰਸ ਨੂੰ ਪੁੱਛਿਆ ਵੀ ਤੁਸੀਂ ਨੌਜਵਾਨਾਂ ਨੂੰ ਕਾਲ ਦੇ ਕੇ ਕਿਉਂ ਪਿੱਛੇ ਹਟੇ? ਸਭ ਕੁਝ ਪੁੱਛਿਆ। ਅਸੀਂ ਕਿਸਾਨ ਅੰਦੋਲਨ ਤੋਂ ਅੱਗੇ ਵਧੇ ਆਂ ਔਰ ਕਿਸਾਨ ਜਿਹੜੇ ਉਹ ਬਿੱਲ ਸੀਗੇ 3 ਖੇਤੀਬਾੜੀ ਉਹ ਵੀ ਖਤਮ ਹੋ ਗਏ। ਉਹਦੇ ਨਾਲ ਕੀ ਫਰਕ ਪਿਆ? ਉਹਦੇ ਨਾਲ ਫਰਕ ਫਾਰਮਿੰਗ ਨੂੰ ਕੀ ਫਰਕ ਪਿਆ? ਨਹੀਂ, ਬਿੱਲ ਹੀ ਕੈਨਸਲ ਹੋ ਗਏ। ਨਹੀਂ, ਬਿੱਲ ਕੈਨਸਲ ਹੋ ਗਏ, ਪਰ ਉਹਦੇ ਨਾਲ ਜਿਹੜੇ ਪਹਿਲੇ ਕਿਸਾਨ ਸੁਸਾਈਡ ਕਰ ਰਹੇ ਸੀ ਉਹਨਾਂ ਦਾ ਕੀ ਸੋਲੂਸ਼ਨ ਨਿਕਲਿਆ? ਐਡਾ ਵੱਡਾ ਐਜੀਟੇਸ਼ਨ ਹੋਇਆ। ਦੀਪ ਇਹੋ ਕਹਿੰਦਾ ਸੀ ਨਾ, ਐਡੇ ਵੱਡੇ ਐਜੀਟੇਸ਼ਨ ਚੋਂ ਅਸੀਂ ਸਿਰਫ 3 ਬਿੱਲ ਕੈਨਸਲ ਕਰਾਉਣ ਨਹੀਂ ਆਏ, ਅਸੀਂ ਇਹਦੇ ਚ ਸਟਰਕਚਰਲ ਚੇਂਜਸ ਕਰਨ ਆਏ ਆ। ਜੇ ਉਹ ਕੀਤੇ ਹੁੰਦੇ ਅੱਜ ਦੋਹਰੇ ਮੋਰਚੇ ਲਾਉਣੇ ਪੈਂਦੇ ਸਾਨੂੰ। ਉੱਥੇ ਜੇ ਨਕਸਲੀ ਜਿਹੜੇ ਸੀ ਉਹਨਾਂ ਦੀਆਂ ਫੋਟੋਆਂ ਲੱਗ ਸਕਦੀਆਂ ਸੀ, ਨਕਸਲ ਸਿੰਪਥਾਈਜ਼ਰਸ ਦੀਆਂ, ਜਾਂ ਜਿਹੜੇ ਉਹਨਾਂ ਲਈ ਲੜਦੇ ਆ ਜਾਂ ਲਿਖਦੇ ਆ, ਤੇ ਫਿਰ ਬੰਦੀ ਸਿੰਘਾਂ ਦੀ ਫੋਟੋ ਲਾਉਣ ਤੋਂ ਉੱਥੇ ਕਿਉਂ ਮਨਾ ਕੀਤਾ ਗਿਆ ਸੀ? ਇਹ ਡਿਸਕ੍ਰਿਮੀਨੇਸ਼ਨ ਨਹੀਂ ਸੀ ਸਿੱਖਾਂ ਦੇ ਨਾਲ? ਕਿਹਨੇ ਮਨਾ ਕੀਤਾ? ਮੋਹਾਲੀ ਲੱਗੀਆਂ ਹੋਈਆਂ, ਕੌਣ ਮਨਾ ਕਰ ਰਿਹਾ? ਮੋਹਾਲੀ ਤੇ ਮੋਰਚਾ ਹੀ ਸਪੈਸੀਫਿਕਲੀ ਲੱਗਾ ਹੋਇਆ। ਉੱਥੇ ਅਗਰਾਹਾਂ ਜਥੇਬੰਦੀ ਨੇ ਮਨਾ ਕੀਤਾ ਸਪੈਸ਼ਲੀ। ਉਹਨੇ ਜਦੋਂ 11 ਤਰੀਕ ਨੂੰ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਗਿਆ, ਤੇ ਤੁਸੀਂ ਅਗਰਾਹਾਂ ਨੂੰ ਇਹ ਜਵਾਬ ਪੁੱਛੋ ਨਾ। ਨਹੀਂ, ਫਿਰ ਮੈਂ ਤੁਸੀਂ ਕਹਿ ਰਹੇ ਜੋ ਵੀ ਕੌਣ ਡਾਇਰੈਕਸ਼ਨ ਨੂੰ ਚੇਂਜ ਕਰਕੇ ਲੈ ਗਿਆ? ਤੁਸੀਂ ਕਦੀ ਅਗਰਾਹਾਂ ਨੂੰ ਅੱਜ ਤੱਕ ਇਹ ਕੁਐਸਚਨ ਕੀਤਾ ਵੀ ਤੁਸੀਂ ਕਿਸਾਨੀ ਮੋਰਚੇ ਦੇ ਵਿੱਚ ਉਹਨਾਂ ਦੀ ਫੋਟੋਆਂ ਕਿਉਂ ਲਾਈਆਂ? ਵੇਖੋ ABP ਸਾਂਝਾ ਪੰਜਾਬ ਦੇ ਸਾਰੇ ਵੱਡੇ ਪਲੇਟਫਾਰਮਸ ਤੇ। ਮੈਨੂੰ ਸਭ ਤੋਂ ਵੱਡਾ ਡਰ ਪਤਾ ਕੀ ਲੱਗ ਰਿਹਾ? ਵੀ ਐਂਡ ਚ ਆ ਕੇ ਆਪਾਂ ਪੰਜਾਬੀ ਨਾਲ ਲੜ ਪਈਏ ਫਿਰ ਆਪਸ ਚ। ਨਹੀਂ, ਪੰਜਾਬੀ ਲੜਨ ਦੀ ਗੱਲ ਨਹੀਂ ਹੁੰਦੀ। ਗੱਲ ਇਹ ਆ ਵੀ ਜਦੋਂ ਬਾਇਸਨੈਸ ਆਉਂਦੀ ਹੈ ਨਾ, ਇੱਕ ਪਾਸੇ ਤੁਸੀਂ ਸਾਡੇ ਤੇ ਬਲੇਮ ਲਾਓਗੇ ਵੀ ਲਾਲ ਕਿਲ੍ਹੇ ਦੇ ਨਿਸ਼ਾਨ ਸਾਹਿਬ ਚੜਾਉਣ ਨਾਲ ਮੋਰਚਾ ਸਾਈਡ ਤੇ ਚਲਾ ਗਿਆ। ਹਿੰਸਾ ਨਹੀਂ ਹੋਣੀ ਚਾਹੀਦੀ ਸੀ, ਉਹਦੇ ਮੈਂ ਖਿਲਾਫ। ਹਿੰਸਾ ਕੌਣ ਕਰਦਾ? ਸਵਾਲ ਤੇ ਵੀ ਹੈ। ਹਿੰਸਾ ਨਾਲ ਮੂਵਮੈਂਟ ਵੀਕ ਪੈਂਦੀ ਹੈ। ਹਿੰਸਾ ਸਟੇਟ ਕਰਦੀ ਹੈ ਕਿ ਸਟੇਟ ਦੇ ਜਿਹੜੇ ਉਲਟ ਖੜੇ ਲੋਕ ਉਹ ਕਰਦੇ ਨੇ? ਕਿਆ ਪੰਜਾਬ 'ਚ ਡਰ ਦਾ ਮਾਹੌਲ ਬਣਾ ਕੇ ਆਪਾਂ ਆਪਣੀ ਇੰਪੋਰਟੈਂਸ ਬਣਾ ਰਹੇ? ਪੰਜਾਬ 'ਚ ਡਰ ਦਾ ਮਾਹੌਲ ਕੀ ਹੈ? ਤੁਸੀਂ ਕਿੰਨਾ ਕੁ ਡਰ ਲੱਗਾ ਤੁਹਾਨੂੰ ਪੰਜਾਬ 'ਚ? ਡਰ ਦਾ ਮਾਹੌਲ ਮੀਡੀਆ ਬਣਾਉਂਦਾ, ਮੈਂ ਤੇ ਨਹੀਂ ਬਣਾ ਰਿਹਾ। ਡਰ ਦਾ ਮਾਹੌਲ ਕੀ ਹੁੰਦਾ? ਸਾਡੇ ਕੋਲ ਤਾਂ ਰੋਜ਼ ਬੱਚੇ ਆ ਰਹੇ ਨੇ, ਆਪਣੇ ਬੱਚੇ ਛੱਡ ਕੇ ਜਾ ਰਹੇ ਨੇ ਮਾਂ ਪਿਓ। ਉਹ ਡਰ ਦੇ ਮਾਹੌਲ। ਮੀਡੀਆ ਨੂੰ ਕੀ ਫਾਇਦਾ ਹੈ ਡਰ ਦਾ ਮਾਹੌਲ ਬਣਾ ਕੇ? ਨਹੀਂ, ਸੈਂਸੇਸ਼ਨ ਕ੍ਰੀਏਟ ਕਰਨ 'ਚ ਮੀਡੀਆ ਨੂੰ ਕਿਹੜੇ ਫਾਇਦਾ ਹੋ ਸਕਦਾ? ਕਿੱਥੇ ਸੈਂਸੇਸ਼ਨ ਕ੍ਰੀਏਟ? ਸੈਂਸੇਸ਼ਨ ਕੀ ਹੈ ਵੀ ਜੇ ਆਪਾਂ ਡਰ ਦਾ ਮਾਹੌਲ ਨਾ ਬਣਾਵਾਂਗੇ, ਲੋਕ ਖਬਰਾਂ ਨਾ ਵੇਖਣਗੇ। ਫਿਰ ਦੇਖੋ ਜੀ ਆਹ ਕੁਝ ਹੋ ਜਾਊਗਾ, ਉਹ ਕੁਝ ਹੋ ਜਾਊਗਾ। ਮੈਨੂੰ ਇਹ ਦੱਸੋ ਵੀ 8 ਸੈਕਿੰਡ ਦੀ ਉਸ ਵੀਡੀਓ ਨੂੰ ਚਲਾਉਣਾ। ਕੱਲ ਘਟਨਾ ਵਾਪਰੀ ਹੈ, 25 ਬੰਦੇ ਅੱਜ ਜ਼ਖਮੀ ਕੀਤੇ ਗਏ ਆ ਕਿਸੇ ਸਟੇਟ ਦੇ ਵਿੱਚ। ਪੁਲਿਸ ਤੇ 25 ਬੰਦੇ BJP ਦੇ ਵਰਕਰਸ ਵੱਲੋਂ ਕੁੱਟਮਾਰ ਕੀਤੀ ਗਈ। ਕਿੰਨਾ ਕੁ ਡਰ ਦਾ ਮਾਹੌਲ ਤੇ ਕਿੰਨੀਆਂ ਕੁ ਨੈਸ਼ਨਲ ਨਿਊਜ਼ ਤੇ ਡਿਬੇਟਾਂ ਚੱਲ ਰਹੀਆਂ ਨੇ ਅੱਜ। ਕੱਲ ਹਰਿਆਣੇ ਦੇ ਵਿੱਚ ਪਰਸੋਂ 2-3 ਦਿਨ ਪਹਿਲਾਂ ਜੀਂਦੇ ਬੰਦੇ 2 ਸਾੜ ਦਿੱਤੇ ਗਏ ਮੁਸਲਮਾਨ। ਕਿੰਨੇ ਕੁ ਡਰ ਦਾ ਮਾਹੌਲ ਬਣਿਆ? ਪੰਜਾਬ ਨੂੰ ਅਸੀਂ ਆਪ ਹੀ ਬੀਇੰਗ ਅ ਪੰਜਾਬੀ ਮੀਡੀਆ ਸਾਨੂੰ ਇਹ ਰਿਸਪੌਂਸਿਬਿਲਿਟੀ ਅਦਾ ਕਰਨੀ ਚਾਹੀਦੀ ਹੈ ਵੀ ਜੇ ਨੈਸ਼ਨਲ ਮੀਡੀਆ ਸਾਨੂੰ ਈਵਲ ਪੋਰਟਰੇ ਕਰ ਰਿਹਾ, ਘੱਟੋ ਘੱਟ ਅਸੀਂ ਉਹਨਾਂ ਦਾ ਜਵਾਬ ਦਈਏ ਵੀ ਪੰਜਾਬ 'ਚ ਕੁਛ ਐਸਾ ਨਹੀਂ ਹੋ ਰਿਹਾ, ਪੰਜਾਬ ਨਾਰਮਲ ਹੈ। ਜਦੋਂ ਅਸੀਂ ਆਪ ਜੰਪ ਇਨ ਕਰਕੇ ਤੇ ਕਰਾਂਗੇ ਦੇਖੋ ਜੀ ਆਹ ਹੋ ਗਿਆ, ਉਹ ਹੋ ਗਿਆ, ਫਿਰ ਪ੍ਰੋਬਲਮ ਖੜੀ ਹੁੰਦੀ ਹੈ। ਅਜਨਾਲਾ 'ਚ ਜੋ ਕੁਝ ਹੋਇਆ ਉਹ ਤੁਹਾਡੀ ਜਿੱਤ ਹੈ? ਪੰਥ ਦੀ ਜਿੱਤ ਹੈ, ਸਾਡੀ ਕਦੀ ਜਿੱਤ ਹੋਣੀ? ਮੈਨੂੰ ਲੱਗਦਾ ਹੈ ਕਿ ਉਹ ਤੁਹਾਡੇ ਖਿਲਾਫ ਪੰਜਾਬੀਆਂ ਦਾ ਇੱਕ ਆਗਾਜ਼ ਹੋਇਆ ਹੈ ਵਿਰੋਧ ਦਾ। ਅੱਛਾ, ਕੋਈ ਇੱਕ ਬੰਦਾ ਮੈਨੂੰ ਦੱਸੋ ਜਿਹੜਾ ਮੇਰਾ ਪਹਿਲਾਂ ਸਮਰਥਕ ਸੀ ਤੇ ਬਾਅਦ ਵਿਰੋਧੀ ਬਣ ਗਿਆ। ਤੁਸੀਂ ਜਿਹੜਾ ਗੁਰੂ ਸਾਹਿਬ ਨੂੰ ਨਾਲ ਲੈ ਕੇ ਗਏ, ਤੁਹਾਨੂੰ ਸੰਗਤ ਵੱਲੋਂ ਮਾਫੀ ਮੰਗਣੀ ਚਾਹੀਦੀ ਹੈ। ਕਿੱਦਾਂ ਮਾਫੀ ਮੰਗਣੀ ਚਾਹੀਦੀ ਭਾਈ? ਇਹ ਸਾਡਾ ਪੰਥ ਦਾ ਮਸਲਾ ਹੈ। ਪਹਿਲੀ ਤੇ ਗੱਲ ਇਹ ਹੈ ਵੀ ਸੰਗਤ ਉੱਥੇ ਨਾਲ ਹਜ਼ਾਰਾਂ ਦੀ ਗਿਣਤੀ ਸੰਗਤ ਗਈ ਹੈ, ਉਹਨਾਂ ਤੇ ਕਿਸੇ ਨੇ ਕਿਹਾ ਨਹੀਂ। ਅਸੀਂ ਮਹਾਰਾਜ ਦਾ ਸਰੂਪ ਲੈ ਕੇ ਹਰ ਥਾਂ ਤੇ ਜਾਂਦੇ ਆ। ਤੁਹਾਡਾ ਆਪਣਾ ਮਸਲਾ ਸੀ। ਆਪਣਾ ਕਿਹਦਾ ਮਸਲਾ ਸੀ? ਕੇਸ ਤੇ ਤੁਹਾਡਾ ਤੇ ਤੁਹਾਡੇ ਸਿੰਘਾਂ ਦਾ ਸੀਗਾ। ਅਸੀਂ ਪੰਥ ਦੇ ਰਸਤੇ ਤੇ ਤੁਰੇ ਆ, ਸਾਡਾ ਨਿੱਜੀ ਮਸਲਾ ਕੀ ਹੋ ਗਿਆ ਭਾਈ? ਜੇ ਅਸੀਂ ਇਸ ਰਸਤੇ ਤੇ ਨਾ ਹੁੰਦੇ, ਸਾਡੇ ਤੇ ਇਹ ਝੂਠੇ ਐਲੀਗੇਸ਼ਨ ਲੱਗਦੇ। ਫੇਸਬੁੱਕ ਤੇ ਲੜ ਪੈਣਾ ਕਿੱਥੋਂ ਪੰਥ ਦਾ ਮਸਲਾ ਹੈ? ਮੇਰੀ ਗੱਲ ਸੁਣੋ, ਫੇਸਬੁੱਕ ਤੇ ਕੌਣ ਲੜਿਆ? DGP ਤੱਕ ਚਿੱਠੀਆਂ ਲਿਖੀਆਂ ਗਈਆਂ ਵੀ ਕੋਈ ਮੇਰਾ ਮਰਡਰ ਪਲਾਨ ਕਰ ਰਿਹਾ ਹੈ। ਇਹ ਫੇਸਬੁੱਕ ਦੀ ਲੜਾਈ ਹੈ? ਕਿਹਨੂੰ ਕੀ ਚਿੱਠੀ ਲਿਖੀ? ਮੀਡੀਆ ਇਨਵੈਸਟੀਗੇਟ ਕਰੋ। ਜਿਹੜੇ ਬੰਦੇ ਨੇ ਐਲੀਗੇਸ਼ਨ ਸਾਡੇ ਤੇ FIR ਕਰਾਈ ਹੈ, ਉਸ ਬੰਦੇ ਨੇ ਪਹਿਲਾਂ DGP ਨੂੰ ਚਿੱਠੀਆਂ ਲਿਖੀਆਂ ਵੀ ਮੇਰੇ ਨਾਲ ਦਾ ਕੋਈ ਸਿੰਘ ਮੈਨੂੰ ਕਤਲ ਕਰੂਗਾ 1 ਹਫ਼ਤੇ ਦੇ ਵਿੱਚ। ਇਹ ਬੰਦੇ ਦੀ ਮੈਂਟਲ ਕੈਪੈਸਿਟੀ ਸੀ, ਉਸ ਬੰਦੇ ਦੀ ਜਾਂ ਲੈਵਲ ਸੀ ਜਿਹੜੇ ਬੰਦੇ ਨਾਲ ਇਹ ਗੱਲ ਵਾਪਰੀ ਹੈ। ਔਰ ਉਸ ਬੰਦੇ ਨਾਲ ਉਹ ਕੁਝ ਵਾਪਰੇ ਨਹੀਂ ਜਿਹੜਾ ਕੁਝ ਉਹਨੇ ਕੋਟ ਕੀਤਾ। ਕਦੀ ਤੁਸੀਂ ਸੁਣਿਆ ਵੀ ਇਹੋ ਜਿਹੇ ਬੱਚਿਆਂ 'ਚ FIR ਹੁੰਦੀ ਹੋਵੇ? ਔਰ ਦੂਜੀ ਗੱਲ ਜਿਹੜਾ ਮਹਾਰਾਜ ਦੇ ਸਰੂਪ ਦੀ ਗੱਲ ਹੈ, ਅਸੀਂ ਇੱਕ ਦਿਨ ਪਹਿਲਾਂ ਕਿਹਾ ਵੀ ਅਸੀਂ ਵਹੀਰ ਲੈ ਕੇ ਜਾਣਾ। ਜਿੱਥੇ ਗਏ ਵੀਰ ਪਹਿਲਾਂ ਕੱਢੀ ਨਹੀਂ ਸਾਰੇ ਪੰਜਾਬ ਦੇ ਵਿੱਚ। ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੇ ਐਮਰਜੈਂਸੀ ਦੇ ਵਿੱਚ 37 ਜਲੂਸ ਕੱਢੇ। 36 ਪੰਜਾਬ 'ਚ ਇੱਕ ਦਿੱਲੀ ਲੈ ਕੇ ਗਏ ਮਹਾਰਾਜ। ਕਿਸ ਚੀਜ਼ ਲਈ ਕੱਢੇ ਉਹਨਾਂ ਨੇ?
ਐਮਰਜੈਂਸੀ ਦੇ ਖਿਲਾਫ ਨਾ, ਲੇਕਿਨ ਇਹ ਤਾਂ ਤੁਸੀਂ ਆਪਣੇ ਪਰਚੇ ਦੇ ਖਿਲਾਫ ਨਾ ਦੇਖੋ ਇਹ ਗੱਲ ਉੱਥੇ ਵੀ ਕੋਈ ਕਹਿ ਸਕਦਾ ਤੁਸੀਂ ਗੁਰੂ ਦਾ ਓਟ ਆਸਰਾ ਗੁਰੂ ਨੂੰ ਢਾਲ ਬਣਾਇਆ। ਪਰਚਾ ਸਾਡੇ ਖਿਲਾਫ ਕਾਹਦਾ ਹੋਇਆ? ਪਰਚਾ ਨਸ਼ੇ ਦਾ ਜਿਹੜਾ ਅਸੀਂ ਕੰਮ ਕਰ ਰਹੇ ਆ ਉਹਨੂੰ ਧਰਮ ਪ੍ਰਚਾਰ ਨੂੰ ਰੋਕਣ ਲਈ ਪਰਚਾ ਨਹੀਂ ਹੋਇਆ। ਤੁਸੀਂ ਮੈਨੂੰ ਦੱਸੋ ਇਹੋ ਜਿਹੇ ਪਰਚੇ ਤੁਸੀਂ ਹੁੰਦੇ ਵੇਖੇ ਕਦੀ? 2000 ਰੁਪਏ ਦੀ ਲੁੱਟ ਪਾਉਣੀ ਹੈ ਅਮਰਤਪਾਲ ਸਿੰਘ ਦੇ ਉੱਤੇ ਵੀ ਅਮਰਤਪਾਲ ਸਿੰਘ ਨੇ 2000 ਰੁਪਏ ਲੁੱਟ ਕੇ 600 ਰੁਪਏ ਵਾਪਸ ਕਰ ਦਿੱਤਾ। ਠੀਕ ਹੈ, ਤੁਹਾਡੇ ਆਰੋਪ ਜਾਇਜ਼ ਹੈ, ਲੇਕਿਨ ਇੱਕ ਗੱਲ ਦੱਸੋ ਤੁਸੀਂ ਮੈਨੂੰ, ਕਿਸੇ ਇੰਡੀਵਿਜੂਅਲ ਲਈ ਗੁਰੂ ਮਹਾਰਾਜ ਨੂੰ ਨਾਲ ਲਿਜਾਣਾ ਮੈਂ ਠੀਕ ਨਹੀਂ ਮੰਨਦਾ। ਨਹੀਂ, ਇੱਕ ਨੌਜਵਾਨ ਨਿਰਦੋਸ਼ ਸਿੱਖ ਜਿਹੜਾ ਹੈ ਉਹ ਜੇਲ੍ਹ 'ਚ ਬੰਦ ਹੈ, ਤੁਹਾਨੂੰ ਉਸ ਦੀ ਕੋਈ ਪਰਵਾਹ ਨਹੀਂ। ਅੱਜ ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਉਹ ਵੀ ਤੇ ਇੰਡੀਵਿਜੂਅਲ ਬੰਦੇ ਨੇ ਨਾ। ਨਹੀਂ, ਤੁਹਾਨੂੰ ਕੀ ਲੱਗਿਆ ਕਿ ਜੇ ਦਿੱਲੀ ਦੇ ਵਿੱਚ ਕਿੰਨੀ ਥਾਂ ਤੇ ਮਹਾਰਾਜ ਦਾ ਪ੍ਰਕਾਸ਼ ਸੀ? ਗੁਰੂ ਗ੍ਰੰਥ ਸਾਹਿਬ ਨਹੀਂ ਜਾਣਗੇ ਤਾਂ ਤੁਹਾਨੂੰ ਕਮਜ਼ੋਰ ਲੱਗਦਾ ਸੀ ਕਿ ਮੈਂ ਨਹੀਂ ਕਰ ਪਾਵਾਂਗਾ? ਨਹੀਂ, ਅਸੀਂ ਤੇ ਇਹ ਗੱਲ ਹੀ ਨਹੀਂ ਕੀਤੀ। ਅਸੀਂ ਇੱਥੇ ਅੰਮ੍ਰਿਤ ਸੰਚਾਰ ਕਰਾਇਆ, 240 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਗੁਰੂ ਦੀ ਸਾਹਿਬ ਦੀ ਹਜ਼ੂਰੀ 'ਚ ਹੋਣਾ ਸੀ। ਅੰਮ੍ਰਿਤ ਸੰਚਾਰ ਕਿੱਦਾਂ ਹੋਣਾ ਸੀ? ਆਪਾਂ ਨੂੰ 550 ਸਾਲ ਬਾਅਦ ਕਮੇਟੀ ਬਣਾਣੀ ਪੈ ਰਹੀ ਹੈ 17 ਬੰਦਿਆਂ ਦੀ ਕਿ ਜੀ ਗੁਰੂ ਸਾਹਿਬ ਕਿੱਥੇ ਕਿੱਥੇ ਲਿਜਾਏ ਜਾ ਸਕਦੇ ਆ, ਕਿੱਥੇ ਕਿੱਥੇ ਨਹੀਂ ਲਿਜਾਏ ਜਾ ਸਕਦੇ। ਆਪਾਂ ਨੂੰ ਅਫਸੋਸ ਨਹੀਂ ਹੁੰਦਾ ਇਸ? ਨਹੀਂ, ਮੈਨੂੰ ਉਹ ਕਮੇਟੀ ਬਣੂਗੀ, ਕਮੇਟੀ ਨਾਲ ਗੱਲਬਾਤ ਕਿਉਂ ਬਣਨੀ ਪਈ? 550 ਸਾਲ ਬਾਅਦ ਅਸੀਂ ਕਿਉਂ ਬਣਾ ਰਹੇ ਹਾਂ? ਕਿਉਂਕਿ ਉਹ ਨੌਬਤ ਤੁਹਾਡੇ ਉਸ ਕਰਕੇ ਆਈ ਨਾ। ਦੇਖੋ, ਇਹ ਗੱਲ ਜਿਹੜੀ ਐਲੀਗੇਸ਼ਨ ਤੇ ਪਹੁੰਚ ਰਹੀ ਹੈ ਨਾ, ਇੱਥੋਂ ਆਪਾਂ ਟਾਊਨ ਡਾਊਨ ਕਰੀਏ ਤਾਂ ਗੱਲ ਚੰਗੀ ਹੈ। ਜਿਹੜਾ 550 ਸਾਲ ਬਾਅਦ ਕਮੇਟੀ ਅਕਾਲ ਤਖਤ ਸਾਹਿਬ ਨੇ ਬਣਾਈ ਹੈ, ਅਕਾਲ ਤਖਤ ਸਾਹਿਬ ਬਣਾ ਕੇ ਸਾਨੂੰ ਜੇ ਸੱਦਣਗੇ ਅਸੀਂ ਜਾਵਾਂਗੇ ਉੱਥੇ। ਔਰ ਇਸ ਗੱਲ ਦੇ ਵਿੱਚ ਉਹਨਾਂ ਬੰਦਿਆਂ ਦਾ ਕੀ ਤਲਕ ਹੈ ਜਿਹੜੇ ਬੰਦੇ ਨੂੰ ਧਰਮ ਬਾਰੇ ਕੋਈ ਊੜੇ ਦਾ ਗਿਆਨ ਨਹੀਂ? ਕਿਹਨੂੰ? ਸਾਰੇ ਬੰਦੇ ਜਿਹੜੇ ਬੋਲ ਰਹੇ ਨੇ। ਨਹੀਂ, ਜਿਨ੍ਹਾਂ ਨੇ ਕਮੇਟੀ ਬਣਾਈ ਉਹਨਾਂ ਨੂੰ ਵੀ ਨਹੀਂ ਹੈ? ਨਹੀਂ, ਉਹਨਾਂ ਨੂੰ ਤਾਂ ਅਸੀਂ ਕਿਹਾ ਨਹੀਂ, ਅਸੀਂ ਕਿਹਾ ਜੇ ਸੱਦਣਗੇ ਤੇ ਜਾਵਾਂਗੇ ਉੱਥੇ। ਲੇਕਿਨ ਮੈਂ ਇਹ ਕਹਿ ਰਿਹਾ ਜੇ ਉਹਨਾਂ ਨੇ ਬਣਾਈ ਹੈ ਤਾਂ ਉਹਨਾਂ ਨੂੰ ਵੀ ਕੁਝ ਲੱਗਾ ਹੋਣਾ ਨਾ। ਮੈਂ ਕਿਹਾ ਵੀ ਕਮੇਟੀ ਬਣ ਗਈ ਹੈ, ਕਮੇਟੀ ਨੇ ਕੋਈ ਫੈਸਲਾ ਤੇ ਨਹੀਂ ਨਾ ਸੁਣਾਇਆ। ਉਹਨਾਂ ਨੇ ਜਰਨਲ ਕਿਹਾ ਵੀ ਮੋਰਚੇ ਵਾਲੀ ਥਾਂ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਹੋ ਸਕਦਾ ਕਿ ਨਹੀਂ ਹੋ ਸਕਦਾ ਹੈ, ਉਹਦੇ ਤੇ ਕਮੇਟੀ ਬਣੀ ਹੈ। ਇਹ ਜਨਾਲੇ ਦੀ ਘਟਨਾ ਸਪੈਸੀਫਿਕ ਕਮੇਟੀ ਬਣ ਗਈ ਹੈ। 550 ਸਾਲ ਬਾਅਦ ਜਿਸ ਘਟਨਾ ਤੋਂ ਬਾਅਦ ਇਹ ਉਪਰਾਲਾ ਕਰਨਾ ਪੈ ਰਿਹਾ, ਸਾਨੂੰ ਸੋਚਣਾ ਚਾਹੀਦਾ ਕਿਉਂ ਕਰਨਾ ਪੈ ਰਿਹਾ ਨਾ। ਹਜ਼ਾਰਾਂ ਕਮੇਟੀਆਂ ਬਣੀਆਂ ਨੇ ਅਜੇ ਤੱਕ, ਉਹ ਕਿਸੇ ਘਟਨਾ ਸਪੈਸੀਫਿਕ ਕਰਕੇ ਬਣਦੀਆਂ ਨੇ। ਮਹਾਰਾਜ ਦਾ ਪ੍ਰਕਾਸ਼ ਕਿੱਥੇ ਕਰਨਾ ਜੰਗ ਹੁਣ ਕਮੇਟੀ ਬਣ ਕੇ ਕਹੂਗੀ ਵੀ ਸਿੱਖ ਰੈਜੀਮੈਂਟ ਨੂੰ ਮਹਾਰਾਜ ਦਾ ਪ੍ਰਕਾਸ਼ ਕਰਨਾ ਨਹੀਂ ਚਾਹੀਦਾ। ਕਿਉਂ ਤੁਹਾਡੇ ਤੇ ਬੇਅਦਬੀ ਕਰਵਾਉਣ ਦੀ ਕੋਸ਼ਿਸ਼ ਦਾ ਕੇਸ ਨਹੀਂ ਹੋਣਾ ਚਾਹੀਦਾ? ਮੈਂ ਉਹਦੀ ਵਜ੍ਹਾ ਦੱਸਦਾ। ਗੁਰੂ ਮਹਾਰਾਜ ਗਏ, ਉੱਥੇ ਤੁਸੀਂ ਗੁਰੂ ਮਹਾਰਾਜ ਬੈਰੀਕੇਡਿੰਗ ਦੇ ਪਿੱਛੇ ਪਾਲਕੀ ਸਾਹਿਬ ਖੜੇ ਸੀ, ਤੁਸੀਂ ਅੰਦਰ ਵੜ ਗਏ ਸਾਰੇ। ਉਸ ਤੋਂ ਬਾਅਦ ਉੱਥੇ ਕੋਈ ਇੱਟ ਰੋੜਾ ਆ ਕੇ ਲੱਗ ਜਾਂਦਾ, ਤੁਸੀਂ ਤੇ ਨਹੀਂ, ਅਗਰ ਇੱਟ ਰੋੜਾ ਲੱਗ ਜਾਂਦਾ ਜੋ ਉੱਥੇ ਮਾਹੌਲ ਬਣਿਆ ਸੀ, ਜਾਂ ਪਾਣੀ ਦੀ ਬੁਛਾੜ ਲੱਗ ਜਾਂਦੀ, ਵੀ ਤੁਹਾਨੂੰ ਦੱਸ ਕੇ ਥੋੜਾ ਲੱਗਣਾ ਸੀ। ਅਗਰ ਮੰਨ ਲਓ ਪੁਲਿਸ ਚਲਾ ਦਿੰਦੀ, ਨੰਬਰ 1 ਤੁਸੀਂ ਦੂਜਾ ਬਰਗਾੜੀ ਕਰਾਤਾ ਸੀ। ਕਿੱਦਾਂ ਬਰਗਾੜੀ ਕਰਾਤਾ? ਇੱਕ ਮਿੰਟ ਸਰ, ਇੱਕ ਮਿੰਟ ਸਿੱਧੀ ਮੇਰੀ ਗੱਲ ਸੁਣੋ। ਅਪਮਾਨ ਨਹੀਂ ਹੋਣਾ ਸੀ? ਇੱਕ ਮਿੰਟ, ਬਰਗਾੜੀ ਦਾ ਇਨਸੀਡੈਂਟ ਜਿਹੜਾ ਹੈ ਉਹ ਸਿੱਖਾਂ ਲਈ ਟਰਾਮਾ ਹੈ, ਉਹਨੂੰ ਕਿਸੇ ਹੋਰ ਚੀਜ਼ ਨਾਲ ਕੰਪੇਅਰ ਕਰਨਾ। ਇੱਥੇ ਮੈਂ ਤੁਹਾਨੂੰ ਹੁਣੇ ਟਾਉਣ ਨਾਲ ਇੱਕ ਮਿੰਟ ਮੇਰੀ ਗੱਲ ਨਹੀਂ ਹੋਣੀ ਸੀ ਨਾ, ਇੱਕ ਮਿੰਟ ਮੇਰੀ ਹੁਣੇ ਗੱਲ ਸੁਣ ਲਓ। ਬਰਗਾੜੀ ਦਾ ਜਿਹੜਾ ਇਨਸੀਡੈਂਟ ਹੈ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗਾਇਬ ਕੀਤਾ ਗਿਆ। 6 ਮਹੀਨੇ ਪੋਸਟਰ ਲਾਏ ਗਏ, ਪੋਸਟਰ ਲਾ ਕੇ ਕਿਹਾ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ। ਉਸ ਤੋਂ ਬਾਅਦ ਗੁਰੂ ਦੇ ਅੰਗ ਜਿਹੜੇ ਗਲੀਆਂ 'ਚ ਖਿਲਾਰੇ ਗਏ, ਤੁਸੀਂ ਮੈਨੂੰ ਕਹਿ ਰਹੇ ਜੋ ਵੀ ਬਰਗਾੜੀ ਦਾ ਇਨਸੀਡੈਂਟ ਉੱਥੇ ਭੀੜ 'ਚ ਅਪਮਾਨ ਨਹੀਂ ਹੋਣਾ ਸੀ? ਮੇਰੀ ਨਹੀਂ ਗੱਲ ਦਾ 5 ਪਿਆਰੇ ਗੁਰੂ ਦੀ ਹਾਜ਼ਰੀ 'ਚ, ਸੰਗਤਾਂ ਗੁਰੂ ਦੀਆਂ ਪ੍ਰੇਮੀ ਗੁਰੂ ਦੀ ਹਾਜ਼ਰੀ ਦੇ ਵਿੱਚ ਅਸੀਂ ਆਪ ਅੱਗੇ ਗਏ ਆ, ਗੁਰੂ ਦੀ ਜਗ੍ਹਾ ਬਣਾਈ ਹੈ, ਗੁਰੂ ਦੀ ਜਗ੍ਹਾ ਬਣਾ ਕੇ ਮਹਾਰਾਜ ਦਾ ਪ੍ਰਕਾਸ਼ ਕੀਤਾ, ਪ੍ਰਕਾਸ਼ ਕਰਕੇ ਸੰਗਤਾਂ ਥੱਲੇ ਬੈਠੀਆਂ, ਨਿਤਨੇਮ ਹੋਇਆ, ਬਾਣੀ ਦਾ ਜਾਪ ਕੀਤਾ, ਅਮਰ ਸੰਚਾਰਨ ਦੀ ਲਿਸਟ ਬਣੀ ਹੈ। ਕਿਹੜਾ ਅਪਮਾਨ ਹੈ ਇਹਦੇ ਵਿੱਚ? ਉੱਥੇ ਜਿਹੜਾ ਬੈਰੀਕੇਡਿੰਗ ਤੇ ਝਗੜਾ ਹੋ ਰਿਹਾ ਸੀ, ਬੈਰੀਕੇਡਿੰਗ ਤੇ ਝਗੜਾ ਤੇ ਸੰਗਤ ਦਾ ਹੋਇਆ, ਵੀਡੀਓ ਦੇਖੋ। ਗੁਰੂ ਸਾਹਿਬ ਦਾ ਉਹਦੇ 'ਚ ਕੀ ਲੈਣਾ ਦੇਣਾ? ਜਿਹੜੀਆਂ 3 ਪਹਿਲੀਆਂ ਬੈਰੀਕੇਡਿੰਗ ਖੋਲੀਆਂ ਗਈਆਂ ਸੰਗਤ ਵੱਲੋਂ, ਉਹਦੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ। ਮੰਨ ਲਓ ਕਿ ਪੁਲਿਸ ਪਥਰਾਵੇ ਲਾਠੀ ਚਾਰਜ ਹੋ ਜਾਂਦਾ, ਪੁਲਿਸ ਨੇ ਕੀਤਾ ਪਥਰਾਵਾ ਲਾਠੀ ਚਾਰਜ, ਜੇ ਨਾ ਕੀਤਾ ਹੋਵੇ ਫਿਰ ਤਾਂ ਤੁਸੀਂ ਕਹੋ ਪੁਲਿਸ ਨੇ ਨਹੀਂ ਕੀਤਾ। ਕਿੰਨੇ ਬੰਦੇ ਇੰਜਰਡ ਹੋਏ ਤੁਹਾਡੇ? 21 ਬੰਦੇ ਇੰਜਰਡ ਹੋਏ ਸਾਡੇ। ਕਿਉਂ ਪਰਚਾ ਦਰਜ ਨਹੀਂ ਕਰਾਇਆ? ਤੁਸੀਂ ਕਿੱਥੇ ਹੋ? ਸਾਨੂੰ ਕਿਉਂ ਨਹੀਂ? ਇੱਕ ਮਿੰਟ ਮੇਰੀ ਗੱਲ ਸੁਣੋ, ਅਸੀਂ 21 ਬੰਦੇ ਪੁਲਿਸ ਵਾਲੇ ਉਹਨਾਂ ਨੇ ਪਰਚਾ ਕਰਵਾ ਦਈਏ? ਨਹੀਂ, ਜਿਨ੍ਹਾਂ ਨੇ ਉਹਨਾਂ ਨੂੰ ਜ਼ਖਮੀ ਕੀਤਾ ਉਹਨਾਂ ਤੇ ਪਰਚਾ। ਵੀਡੀਓ ਦੇਖੀ ਕਿ ਨਹੀਂ ਦੇਖੀ? ਮੈਂ ਸਾਰਾ ਲਾਈਵ ਦੇਖ ਰਿਹਾ ਸੀ। ਸਾਰਾ ਲਾਈਵ ਦੇਖਿਆ। ਪੁਲਿਸ ਨੇ ਲਾਠੀ ਚਾਰਜ ਨਹੀਂ ਕੀਤਾ? ਪੁਲਿਸ ਨੇ ਬਹੁਤ ਮਾਈਲਡ ਧੱਕਾ ਮੁੱਕੀ ਹੋਈ ਹੈ। ਲਾਠੀ ਚਾਰਜ ਕੀਤਾ ਕਿ ਨਹੀਂ ਕੀਤਾ? ਨਹੀਂ ਕੀਤਾ ਲਾਠੀ ਚਾਰਜ। ਤੇ ਜੇ ਮੈਂ ਤੁਹਾਨੂੰ ਵੀਡੀਓ ਦਿਖਾ ਦਾਂ? ਹਾਂ ਦਿਖਾ ਦਿਓ। ਤੇ ਫਿਰ ਦਿਖਾ ਦਿਓ। ਫਿਰ ਤੁਸੀਂ ਕੀ ਕਰੋਗੇ? ਮੈਂ ਕਹੂੰਗਾ ਤੁਹਾਨੂੰ ਕਿ ਕੰਪਲੇਂਟ ਦਿਓ, ਪਰਚਾ ਦਰਜ ਕਰਾਓ। ਜਿਹੜੇ ਤੁਹਾਡੇ 21 ਬੰਦੇ ਫੱਟੜ ਹੋਏ ਆ ਉਹਨਾਂ ਦੀ ਕੰਪਲੇਂਟ ਤੇ ਕੰਪਲੇਨ ਕਰਾਈਏ। ਹੋ ਕਿਉਂ ਨਹੀਂ ਦੇਣੀ ਬਣਦੀ? ਕੋਈ ਨਹੀਂ, ਫਿਰ ਅਸੀਂ ਵੇਖ ਲਾਂਗੇ ਜੇ ਪੁਲਿਸ ਸਾਡੇ ਦੇ ਦਿਓ ਕੰਪਲੇਂਟ ਕਰ ਦਾਂਗੇ। ਤੁਸੀਂ ਦਿਓ ਨਾ ਕੰਪਲੇਂਟ, ਅਸੀਂ ਪੁਲਿਸ ਤੇ ਕਰ ਦਾਂਗੇ ਜੇ ਪੁਲਿਸ ਸਾਡੇ। ਜੇ ਮੰਨ ਲਓ ਪਹਿਲੇ ਤੁਹਾਡੇ ਬੰਦੇ ਨੂੰ ਨਜਾਇਜ਼ ਫੜਿਆ ਪੁਲਿਸ ਨੇ, ਉਹਨੂੰ ਛੱਡ ਸਕਦੀ ਹੈ ਤਾਂ ਇਹ ਪਰਚਾ ਵੀ ਦਰਜ ਕਰਨਾ ਪਏਗਾ। ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਵੀ ਤੁਸੀਂ ਉਸ ਗੱਲ ਤੇ ਗੱਲ ਹੀ ਨਹੀਂ ਕੀਤੀ। ਨਜਾਇਜ਼ ਬੰਦਾ ਫੜ ਕੇ ਪੁਲਿਸ ਨੇ ਮੰਨ ਕੇ ਛੱਡਿਆ। ਨਹੀਂ ਉੱਤੇ ਤੇ ਆਈ ਨਹੀਂ ਤੁਸੀਂ। ਮੈਂ ਤੇ ਗੁਰੂ ਮਹਾਰਾਜ ਦਾ ਮੈਨੂੰ ਤੇ ਬੜਾ ਅਫਸੋਸ ਹੈ ਜੀ। ਨਹੀਂ, ਤੁਹਾਨੂੰ ਅਫਸੋਸ ਹੋ ਸਕਦਾ, ਤੁਸੀਂ ਜੇ ਇੰਨਾ ਅਫਸੋਸ ਤੁਹਾਨੂੰ ਹੈ, ਤੁਸੀਂ ਸਿੱਖੀ ਨੂੰ ਪਹਿਲੇ ਜਾਣੋ। ਮੈਂ ਤੁਹਾਨੂੰ ਪੁੱਛ ਰਿਹਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀਵਤ ਜਾਗਤ ਗੁਰੂ ਹੈਗੇ ਕਿ ਨਹੀਂ ਹੈਗੇ? ਸਾਡੇ ਹੈਗੇ ਆ। ਗੁਰੂ ਸਾਡੀ ਅਗਵਾਈ ਕਰ ਸਕਦੇ ਆ, ਕਰ ਸਕਦੇ। ਜੰਗਾਂ ਜੁੱਦਾਂ 'ਚ ਕਰਦੇ ਰਹੇ। ਕਿਸੇ ਇੰਡੀਵਿਜੂਅਲ ਲਈ ਨਹੀਂ ਕਰ ਸਕਦੇ। ਇੰਡੀਵਿਜੂਅਲ ਦਾ ਕੇਸ ਤੁਸੀਂ 29 ਸਾਲ ਦੀ ਉਮਰ 'ਚ ਮੈਨੂੰ ਇੱਕ ਬੰਦਾ ਦੱਸ ਦਿਓ ਜਦੋਂ ਤੁਸੀਂ ਦੇਖਿਆ ਹੋ ਕਿ ਆਪਣਾ ਕੇਸ ਕੈਨਸਲ ਕਰਾਉਣ ਲਈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਗੇ ਲੈ ਕੇ ਗਿਆ। ਕੈਨਸਲ ਦੀ ਗੱਲ ਹੀ ਨਹੀਂ ਹੋਈ ਇਹਦੇ 'ਚ। ਸੰਗਤਾਂ ਇਕੱਠੀਆਂ ਹੋਈਆਂ, ਇੱਕ ਬੰਦਾ ਤੁਸੀਂ ਮੈਨੂੰ ਦੱਸ ਦਿਓ ਜਿਹੜਾ ਇੱਕ ਬੰਦਾ ਦਾ ਕੇਸ ਇਕੱਠੀਆਂ ਹੋਈਆਂ ਸੀ। ਇੱਕ ਮਿੰਟ, ਇੱਕ ਬੰਦੇ ਦਾ ਕੇਸ, ਇੱਕ ਇਨੋਸੈਂਟ ਬੰਦੇ ਨੂੰ ਛਡਾਉਣ ਲਈ 8 ਦਿਨ ਦਾ ਮੁੰਡਾ ਉਹਨੂੰ ਘਰੋਂ ਕ੍ਰਿਮੀਨਲ ਵਾਂਗੂ ਅੱਤਵਾਦੀਆਂ ਵਾਂਗੂ ਚੁੱਕ ਕੇ ਖੜਨਾ, ਉਹਨੂੰ ਸੀਆਈ ਸਟਾਫ ਦੇ ਵਿੱਚ ਜਾਂ ਹੋਰ ਥਾਵਾਂ ਤੇ ਟੌਰਚਰ ਕਰਨਾ ਜਾ ਕੇ ਹੈ। ਤੁਹਾਨੂੰ ਲੱਗਦਾ ਵੀ ਇਹ ਮਸਲਾ ਪੰਥ ਦਾ ਨਹੀਂਗਾ?
ਉਹ ਬੰਦੇ ਨੂੰ ਕਿਉਂ ਘਰੋਂ ਖੜਿਆ ਗਿਆ? ਕਿਉਂਕਿ ਉਹ ਬੰਦਾ ਪੰਥਕ ਕਾਰਜ ਦੇ ਵਿੱਚ ਤੁਰਿਆ ਫਿਰਦਾ। ਸਾਡੇ ਤੇ ਕਿਉਂ ਟਾਰਗੇਟ ਕੀਤਾ ਜਾਂਦਾ? ਮੇਰੇ ਤੁਸੀਂ ਇੰਟਰਵਿਊ ਕਰਨ ਕਿਉਂ ਆਏ ਜੋ? ਮੇਰੀ ਇੰਟਰਵਿਊ ਕਰਨ ਇਸ ਕਰਕੇ ਆਓ, ਮੈਂ ਪੰਥਕ ਕਾਰਜ ਐਕਟਿਵ ਹਾਂ। ਹੋਰ 100 ਬੰਦਿਆਂ ਦੇ ਕੇਸ ਹੁੰਦੇ, ਤੁਸੀਂ ਨਹੀਂ ਜਾਂਦੇ ਉੱਥੇ? ਦੱਸੋ ਮੈਨੂੰ। ਅੱਜ 323 ਦੇ ਜਿਹੜੇ 326 ਦੇ ਪਰਚੇ ਆ, ਇਹ ਹਜ਼ਾਰਾਂ ਪੰਜਾਬ 'ਚ ਡੇਲੀ ਹੁੰਦੇ ਨੇ, ਬੰਦੇ ਲਾਈਵ ਵੱਢੇ ਜਾਂਦੇ ਨੇ, ਕਿਸੇ ਤੇ ਕੋਈ ਪਰਚਾ ਹੋਣ ਦੀ ਗੱਲ ਨਹੀਂ ਹੁੰਦੀ। ਤੁਸੀਂ ਕਿੰਨੇ ਦੀ ਪ੍ਰੋਟੈਸਟ ਲੈ ਕੇ ਗਏ ਹੈ? ਤੁਸੀਂ ਵੀ ਤਾਂ ਇੱਕੋ ਜਗ੍ਹਾ ਪ੍ਰੋਟੈਸਟ ਲੈ ਕੇ ਜਿਹੜੀ ਚੀਜ਼ ਵਾਪਰੇ ਸੀ ਉੱਤੇ ਕਰਾਂਗੇ ਨਾ। ਨਹੀਂ, ਤੁਸੀਂ ਹੁਣ ਪੰਥ ਲਈ ਕੰਮ ਕਰ ਰਹੇ ਹੋ, ਪੰਥ ਤੇ ਤੁਹਾਨੂੰ ਸਾਰਿਆਂ ਲਈ ਜਾਣਾ ਬਣਦਾ ਫਿਰ। ਨਹੀਂ, ਅੱਛਾ ਹੁਣ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਜਿਹੜਾ ਸਾਡੇ ਕੋਲ ਆਉਂਦਾ ਹੈ ਕੋਈ ਚੱਲ ਕੇ, ਅਸੀਂ ਉਹਦੀ ਜਿੱਥੇ ਤੱਕ ਹੋ ਸਕਦਾ ਕਰਦੇ ਹਾਂ, ਪਰ ਅਸੀਂ ਕੋਈ ਇਲੈਕਟਡ ਬੋਡੀ ਜਾਂ ਸਾਡੇ ਕੋਲ ਕੋਈ ਪੁਲਿਸ ਫੋਰਸ ਹੈ? ਇਹੀ ਤਾਂ ਗੱਲ ਮੈਂ ਪਹਿਲੇ ਕਹਿ ਰਿਹਾ ਸੀ ਤੁਹਾਨੂੰ ਕਿ ਬਈ ਤੁਹਾਨੂੰ ਲੱਗਦਾ ਵੀ ਤੁਸੀਂ ਸਭ ਚੀਜ਼ਾਂ ਬਦਲ ਦੋਗੇ। ਤੇ ਮੈਂ ਤਾਂ ਕਹਿ ਰਿਹਾ ਜਿੰਨੀਆਂ ਬਦਲੇ ਜਾਣਗੇ ਉਨੀਆਂ ਬਦਲਾਂਗੇ। ਅਸੀਂ ਤਾਂ ਕੋਈ ਕਲੇਮ, ਕੋਈ ਦਾਵਾ ਕੀਤਾ ਹੀ ਨਹੀਂ। ਇਹ ਦਾਵਾ ਜਿਹੜਾ ਨਾ, ਦਾਵਾ ਤੁਸੀਂ ਸਾਡੇ ਮੂੰਹ 'ਚ ਨਾ ਪਾਉਣ ਦੀ ਕੋਸ਼ਿਸ਼ ਕਰਿਆ ਕਰੋ। ਮੈਂ ਤੁਹਾਨੂੰ ਦੱਸਦਾ, ਤੁਸੀਂ ਹਥਿਆਰਾਂ ਦੀ ਵੀ ਗੱਲ ਕਰਨੀ ਹੈ, ਦਰਬਾਰ ਸਾਹਿਬ ਹਥਿਆਰ ਲੈ ਕੇ ਨਹੀਂ ਜਾ ਸਕਦੇ। ਨਹੀਂ, ਮੈਂ ਤਾਂ ਨਹੀਂ ਕੀਤੀ। ਫਿਰ ਉਹ ਜਾਇਜ਼ ਨੇ? ਨਹੀਂ, ਮੈਂ ਤਾਂ ਨਹੀਂ ਕੀਤੀ। ਨਹੀਂ, ਤੁਸੀਂ ਜਾਇਜ਼ ਮੰਨਦੇ ਕਿ ਨਜਾਇਜ਼ ਮੰਨਦੇ ਹੋ? ਨਹੀਂ, ਗਲਤ ਹੈ, ਕੋਈ ਹਥਿਆਰ ਲੈ ਕੇ ਨਹੀਂ ਜਾ ਸਕਦਾ ਦਰਬਾਰ ਸਾਹਿਬ ਦੇ ਅੰਦਰ। ਨਹੀਂ ਤੇ ਸਤਿਗੁਰੂ ਨੇ ਤਾਂ ਕਿਹਾ ਬਿਨਾਂ ਸ਼ਸਤਰ ਕੇਸਾਂ ਦਿਓ ਨਾ ਦਦਾਰੇ, ਫਿਰ ਤੁਸੀਂ ਧਰਮ ਦਾ ਗਿਆਨ ਤੁਹਾਡਾ ਕਿੱਥੋਂ ਆ ਗਿਆ? ਸਤਿਗੁਰੂ ਨੇ ਕਿਹਾ ਵੀ ਬਿਨਾਂ ਸ਼ਸਤਰਾਂ ਤੇ ਕੇਸਾਂ ਤੋਂ ਮੈਨੂੰ ਤੁਸੀਂ ਦਦਾਰੇ ਨਹੀਂ। ਫਿਰ ਅਸੀਂ ਅਗਰ ਕੋਈ ਪੁਲਿਸ ਵਾਲਾ ਅੰਦਰ ਚਲਾ ਜਾਂਦਾ, ਅਸੀਂ ਕਿਸ ਤਰ੍ਹਾਂ ਕਹਿੰਦੇ ਕਿ ਨਹੀਂ, ਪੁਲਿਸ ਵਾਲਾ ਨਹੀਂ, ਪੁਲਿਸ ਵਾਲਾ ਨਹੀਂ, ਤਿਆਰ ਸਿੰਘ ਨੂੰ ਕਹੇ ਸਤਿਗੁਰੂ। ਤੁਸੀਂ ਸਿੰਘ ਵਰਡ ਪਹਿਲੇ ਮੈਂਸ਼ਨ ਨਹੀਂ ਕੀਤਾ। ਨਹੀਂ, ਬਿਨ ਸ਼ਸਤਰ ਕੇਸਾਂ ਦਿਓ ਨਾ ਜਾ ਕੇ ਨਹੀਂ ਚੱਲਿਆ ਸਕਦਾ। ਨਾ, ਇਦਾਂ ਦੀ ਗੱਲ ਨਹੀਂ। ਇਹ ਤੇ ਫਿਰ ਟੈਕਨੀਕੈਲਿਟੀ ਦੀ ਗੱਲ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਹ ਤੇ ਉਹ ਗੱਲ ਹੋ ਗਈ ਵੀ ਤੁਸੀਂ ਪਹਿਲਾਂ ਦੱਸੋ ਵੀ ਗੁਰੂ ਸਾਹਿਬ ਤੋਂ ਕਿਹੜੇ ਕਿੱਥੇ ਲਈ ਸੀ? ਜਿਨ੍ਹਾਂ ਦੇ ਨਾਲ ਸਾਡਾ ਪੁਲਿਸ ਵਾਲਿਆਂ ਨਾਲ ਝਗੜਾ ਹੋ ਰਿਹਾ ਸੀਗਾ, ਹਾਂ, ਉਹਨਾਂ ਚੋਂ ਸਿੱਖ ਨਹੀਂ ਸੀਗੇ। ਇੱਕ ਦੇ ਡਾਂਗ ਵੱਜ ਰਹੀ ਸੀ, ਉਹਨੇ ਪੱਗ ਪਾਈ। ਮੇਰੀ ਗੱਲ ਸੁਣੋ, ਤੇ ਉਹਨਾਂ ਪੁਲਿਸ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਬੰਦਾ ਚੌਕ ਕੇ ਅੰਦਰ ਕੁੱਟਿਆ ਉਹ ਸਿੱਖ ਹੈ ਕਿ ਨਹੀਂ ਸਿੱਖ? ਜਿਹੜਾ ਬੰਦਾ ਇੱਥੇ ਸਾਡੇ ਬੰਦੀ ਸਿੰਘ ਨੇ, ਇਹ ਸਿੱਖ ਨਹੀਂ ਕਿ ਸਿੱਖ? ਜਿਹੜੇ ਸਾਡੇ ਨੌਜਵਾਨ ਪੁਲਿਸ ਮੁਕਾਬਲਿਆਂ 'ਚ ਮਾਰ ਦਿੱਤੇ, ਉਹ ਸਿੱਖ ਸੀ ਕਿ ਨਹੀਂ ਸਿੱਖ ਸੀ? ਤੁਸੀਂ ਇਸ ਇਨਸੀਡੈਂਟ ਨੂੰ ਤੁਸੀਂ ਪਿੱਛੇ ਕਿਉਂ ਲੈ ਜਾਂਦੇ? ਮੈਂ ਇਸ ਗੱਲ ਦੀ ਗੱਲ ਪੁੱਛ ਰਿਹਾ। ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਜੋ ਵਾਲਾ ਬੰਦਾ ਫਲੋਰ ਫੜਿਆ ਗਿਆ ਸੀ, ਜੋ ਪੁਲਿਸ ਨੇ ਕੀਤਾ, 600 ਪੁਲਿਸ ਦੇ ਗੱਡੀ 600 ਬੰਦਾ ਆਇਆ ਪੁਲਿਸ ਦਾ, ਜੋ ਪੁਲਿਸ ਸਿੱਖ ਨਹੀਂ ਸੀ ਪੁਲਿਸ? ਨਹੀਂ, ਫਿਰ ਤੁਸੀਂ ਇਹ ਗੱਲ ਨਾ ਕਹੋ ਨਾ, ਤੁਸੀਂ ਵੀ ਉਹੀ ਕੰਮ ਕਰ ਰਹੇ ਹੋ ਜਿਹੜਾ ਪਹਿਲੇ ਪੁਲਿਸ ਨੇ ਕੀਤਾ। ਤੁਸੀਂ ਵੀ ਉਹੀ ਕੰਮ ਕੀਤਾ ਸੀ। ਮੈਂ ਕਹਿ ਰਿਹਾ ਕਿ ਜਿਨ੍ਹਾਂ ਦੇ ਡਾਂਗ ਵੱਜੀਆਂ ਉਹ ਵੀ ਤਾਂ ਸਿੱਖ ਸੀਗੇ। ਨਹੀਂ, ਮੈਂ ਕਹਿ ਰਿਹਾ ਵੀ ਜਦੋਂ ਕਨਫਲਿਕਟ ਸ਼ੁਰੂ ਹੋ ਗਿਆ ਹੈ, ਉਥੋਂ ਡਾਂਗ ਨੇ ਵੇਖਣ ਵੀ ਅੱਗੇ ਪੱਗ ਵੱਜੀ ਕਿ ਨਹੀਂ ਵੱਜੀ। ਉਹ ਲਾਠੀ ਚਾਰਜ ਹੋਣਾ ਸੀ। ਲਾਠੀ ਚਾਰਜ ਕਿੱਦਾਂ ਹੋਣਾ ਸੀ? ਲਾਠੀ ਚਾਰਜ ਹੋਣਾ ਸੀ, ਮੈਂ ਅੱਜ ਦੱਸ ਰਿਹਾ ਤੁਹਾਨੂੰ। ਜੇ ਗੁਰੂ ਮਹਾਰਾਜ ਉੱਥੇ ਨਾ ਹੁੰਦੇ, ਲਾਠੀ ਚਾਰਜ ਤਾਂ ਹੋਇਆ, ਤੁਸੀਂ ਕਿੰਨੇ ਹੋਣਾ ਨਹੀਂ? ਮੈਂ ਕਹਿਣਾ ਹੋਣਾ ਸੀ। ਤੁਸੀਂ ਚਾਹੁੰਦੇ ਸੀ ਵੀ ਉੱਥੇ ਜਲਿਆਂਵਾਲਾ ਬਾਗ ਦਾ ਸੀਨ ਬਣੇ? ਪੁਲਿਸ ਔਰ ਲੋਕ ਜਿੰਨੇ ਵੀ ਲੋਕ ਜਿਹੜੇ ਉੱਥੇ ਸ਼ਾਂਤ ਸੀਗੇ, ਉਹ ਇੱਕ ਤਾਂ ਨੰਬਰ 1 ਉਹ ਗੁਰੂ ਮਹਾਰਾਜ ਲਈ ਗਏ ਸੀ, ਅੰਮ੍ਰਿਤਪਾਲ ਜੀ। ਹਾਂ, ਦੂਜੀ ਗੱਲ ਜਿਹੜੀ ਪੁਲਿਸ ਸ਼ਾਂਤ ਰਹੀ ਨਾ, ਮੇਰੀ ਗੱਲ ਸੁਣੋ, ਉਹ ਵੀ ਗੁਰੂ ਗ੍ਰੰਥ ਸਾਹਿਬ ਕਰਕੇ ਸ਼ਾਂਤ ਰਹੀ। ਅੱਛਾ, ਗੁਰੂ ਮਹਾਰਾਜ ਲਈ ਉੱਥੇ ਗਏ ਸੀ ਲੋਕ? ਹਾਂਜੀ। ਤੇ ਉੱਥੇ ਲੋਕਾਂ ਨੂੰ ਪਤਾ ਸੀ ਵੀ ਗੁਰੂ ਮਹਾਰਾਜ ਆ ਰਹੇ ਉੱਥੇ? ਪਤਾ ਹੀ ਸੀ। ਇੱਥੇ ਜਦੋਂ ਤੁਸੀਂ ਨਿਕਲੇ, ਇੱਕ ਮਿੰਟ ਮੇਰੀ ਗੱਲ ਸੁਣੋ, ਸਾਰਾ ਪੰਜਾਬ ਸੀਲ ਕਰ ਦਿੱਤਾ, ਇਨਫੋਰਮੇਸ਼ਨ ਬਲੌਕ ਕਰ ਦਿੱਤੀ ਪੰਜਾਬ ਦੀ, ਹੱਡ ਸੀਲ ਕੀਤਾ ਬਿਆਸ ਦਾ, ਹਰੀਕੇ ਦਾ, ਹੈ। ਉਸ ਤੋਂ ਬਾਅਦ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕਿਹਨੇ ਵੀ ਪੁਲਿਸ ਵਾਲੇ ਕਹਿੰਦੇ ਸਾਨੂੰ ਨਹੀਂ ਸੀ ਪਤਾ ਵੀ ਮਹਾਰਾਜ ਦਾ ਸਰੂਪ ਆ ਰਿਹਾ, ਹਾਲਾਂਕਿ ਮੈਂ ਇੱਕ ਦਿਨ ਪਹਿਲਾਂ ਸੀ ਪੁਲਿਸ ਨੂੰ ਪਤਾ ਸੀ ਬੈਰੀਕੇਡਿੰਗ ਕੀਤੀ। ਬਈ ਇੱਥੋਂ ਜਦੋਂ ਅਸੀਂ ਗਏ ਆ, ਇੱਥੋਂ ਸਾਰੇ ਮੀਡੀਆ ਤੇ ਚੱਲ ਰਿਹਾ ਸੀ ਕਿ ਗੁਰੂ ਮਹਾਰਾਜ ਅੱਗੇ ਜਾ ਰਹੇ। ਫਿਰ ਬੈਰੀਕੇਡਿੰਗ ਕੀਤੀ ਪੁਲਿਸ ਨੇ? ਮੈਨੂੰ ਤਾਂ ਇੱਕ ਹੋਰ ਖਬਰ ਹੈ ਕਿ ਫਿਕਸਡ ਮੈਚ ਸੀਗਾ, ਬੈਰੀਕੇਡਿੰਗ ਤੱਕ ਜਾਣਾ ਸੀ। ਤੁਸੀਂ ਹੁਣ ਕਹਿ ਰਹੇ ਜੋ ਵੀ ਇੱਕ ਪਾਸੇ ਕਹਿ ਰਹੇ ਪੁਲਿਸ ਨੇ ਵਧੀਆ ਕੀਤਾ, ਦੂਜੇ ਪਾਸੇ ਕਿੰਨੇ ਫਿਕਸਡ ਮੈਚ? ਨਹੀਂ, ਪੁਲਿਸ ਨੇ ਵਧੀਆ ਨਹੀਂ, ਡਿਸੀਜਨ ਤੇ ਆਈ ਹੈ। ਸੁਣੀ, ਹਾਂ, ਡਿਸੀਜਨ ਤੇ ਆਓ ਵੀ ਫਿਕਸਡ ਮੈਚ ਸੀ ਕਿ ਪੁਲਿਸ ਨੇ ਲਾਠੀ ਚਾਰਜ? ਬੈਰੀਕੇਡਿੰਗ ਤੱਕ ਜਾਣਾ ਤੈਅ ਹੋਇਆ ਸੀ। ਉਸ ਤੋਂ ਬਾਅਦ 5 ਬੰਦੇ ਅੰਦਰ ਜਾਣਗੇ ਜੀ, ਜਿਹੜੀ ਆਪਣੀ ਗੱਲ ਹੈ, ਆਪਣਾ ਜੋ ਕੰਪਲੇਂਟ ਹੈਗੀ ਹੈ ਉਹ ਅੰਦਰ ਰੱਖਣਗੇ। ਠੀਕ ਹੈ, ਇਹ ਤੁਸੀਂ ਜਾਣੋ, ਅੰਮ੍ਰਿਤਸਰ ਪੁਲਿਸ ਜਾਣੇ। ਕਿਹਦੇ ਨਾਲ ਗੱਲ? ਮੈਂ ਤੇ ਵਿੱਚ ਨਹੀਂ ਸੀ ਉਹਦੇ ਚ। ਕਿਹਦੇ ਨਾਲ ਗੱਲ ਤੈਅ ਹੋਈ ਸੀ? ਤੁਹਾਡੀ ਅੰਮ੍ਰਿਤਸਰ ਪੁਲਿਸ ਨਾਲ ਕੋਈ ਗੱਲ ਨਹੀਂ ਹੋਈ? ਨਹੀਂ, ਇਸ ਮਸਲੇ 'ਚ ਕੋਈ ਗੱਲ ਨਹੀਂ। ਕਿਸੇ ਅਫਸਰ ਨਾਲ ਕੋਈ ਗੱਲ ਨਹੀਂ ਹੋ ਰਹੀ ਸੀ? ਇਹ ਵੀ ਗੱਲ ਹੋਈ ਸੀ ਅੰਮ੍ਰਿਤਸਰ ਪੁਲਿਸ ਨਾਲ ਵੀ ਸਾਡਾ ਕੋਈ ਬੰਦਾ ਨਹੀਂ ਡੱਕਿਆ ਜਾਊਗਾ, ਸਾਡੇ ਬੰਦੇ ਘਰਾਂ 'ਚ ਟ੍ਰੇਨ ਨਹੀਂ ਕੀਤੇ। ਤੁਸੀਂ ਕਿੰਨੀਆਂ ਰਿਪੋਰਟਾਂ ਕੀਤੀਆਂ ਵੀ ਭਾਈ ਜੇ ਕੋਈ ਬੰਦਾ ਅਜਨਾਲੇ ਜਾਣਾ ਚਾਹੁੰਦਾ ਉਹਨੂੰ ਕਿਉਂ ਰੋਕਿਆ ਜਾ ਰਿਹਾ? ਕੀ ਇਹ ਫ੍ਰੀ ਬੰਦੇ ਦਾ ਰਾਈਟ ਨਹੀਂ ਹੈਗਾ ਵੀ ਅਜਨਾਲੇ ਜਾਵੇ? ਜਦੋਂ ਪਹਿਲੀ ਕਾਲ ਤੁਸੀਂ ਦਿੱਤੀ ਉਦੋਂ ਤੁਸੀਂ ਕਿਉਂ ਨਹੀਂ ਗਏ? ਪਹਿਲੀ ਕਾਲ ਦਿੱਤੀ, ਪੁਲਿਸ ਨੇ ਸਾਨੂੰ ਕਿਹਾ ਵੀ ਸਾਨੂੰ 2 ਦਿਨ ਦਾ ਟਾਈਮ ਦੇ ਦਿਓ, ਅਸੀਂ ਸੋਮਵਾਰ ਤੱਕ ਇਹ ਸਾਰਾ ਮਸਲਾ ਜਾਂਚ ਕਰਕੇ ਤੁਹਾਨੂੰ ਦੱਸ ਦਿਆਂਗੇ। ਅਸੀਂ ਕਿਹਾ ਸੋਮਵਾਰ ਛੱਡੋ, ਤੁਸੀਂ ਬੁੱਧਵਾਰ ਤੱਕ ਦਾ ਟਾਈਮ ਲੈ ਲਓ। ਠੀਕ ਹੈ, ਅਸੀਂ ਕੋਆਪਰੇਟ ਕੀਤਾ, 7 ਦਿਨ ਅਸੀਂ ਵੇਟ ਕੀਤੀ, ਵੀਰਵਾਰ ਨੂੰ ਅਸੀਂ ਗਏ ਉੱਥੇ। ਤੁਸੀਂ ਦੇਖੋ ਵੀ ਜੇ ਅਸੀਂ ਕਨਫਲਿਕਟ ਕਰਨ ਵਾਲੇ ਬੰਦੇ ਹੋਈਏ, ਤੇ ਵੀਰਵਾਰ ਨੂੰ ਗਏ ਤੇ ਤੁਸੀਂ ਪੁੱਛਿਆ ਨਹੀਂ ਕਿ ਬੁੱਧਵਾਰ ਤੱਕ ਤੁਸੀਂ ਕੀ ਕੀਤਾ? ਅਸੀਂ ਪੁੱਛਿਆ ਸਾਰੀ ਗੱਲ, ਉਹਨਾਂ ਸਾਨੂੰ ਨਹੀਂ ਰਿਪਲਾਈ ਕੀਤਾ। ਬਾਅਦ 'ਚ ਜਦੋਂ ਉੱਥੇ ਪਹੁੰਚੇ ਆ, ਉਹਨਾਂ ਨਾਲ ਦੀ ਨਾਲ ਜਿਹੜੇ ਐਵੀਡੈਂਸ ਅਸੀਂ ਪਹਿਲੇ ਦਿਨ ਦਿੱਤੇ ਸੀ, ਉਹੀ ਐਵੀਡੈਂਸ ਤੇ ਬੰਦਾ ਛੱਡਿਆ ਗਿਆ ਬਾਅਦ 'ਚ। ਤੁਸੀਂ ਇਹ ਵੀ ਸਵਾਲ ਪੁਲਿਸ ਨੂੰ ਕਰੋ, ਤੁਸੀਂ ਇਹ ਵੀ ਸਵਾਲ ਪ੍ਰਸ਼ਾਸਨ ਨੂੰ ਕਰੋ ਵੀ ਇੱਕ FIR ਕਿਉਂ ਲੌਂਚ ਕੀਤੀ ਗਈ ਜਿਹਦੇ ਪਿੱਛੇ ਕੋਈ ਸੈਂਸ ਨਹੀਂ ਸੀ ਬਣਦੀ। ਸਾਰੀ ਗੱਲ ਆਪਾਂ ਘੁਮਾ ਕੇ ਇਸ ਗੱਲ ਤੇ ਨਾ ਲੈ ਕੇ ਆਏ ਕਰੀਬ ਉੱਥੇ ਕੀ ਵਾਪਰਿਆ। ਗੱਲ ਇਹ ਵੀ ਉੱਥੇ ਜੇ ਫਰਜ਼ ਕਰੋ ਉੱਥੇ ਸਾਡਾ ਬੰਦਾ ਝੂਠਾ ਅਰੈਸਟ ਨਾ ਹੁੰਦਾ, ਅਸੀਂ ਅਜਨਾਲੇ ਜਾਣਾ ਸੀ? पलक झपकाओ अनएक्सपेक्टेड जरूरतों के लिए टाटा कैपिटल पर्सनल लोन पाओ।
नागालैंड सरकार डियर होली बम्पर 2023। पहला इनाम 2.5 करोड़ गारंटीड, दूजा इनाम 1 करोड़ तीजा इनाम 1 करोड़ ते होर बहुत सारे इनाम। टिकट की कीमत 500 रुपए। ड्रॉ 11 मार्च ਨੂੰ। ਪਹਿਲਾ ਇਨਾਮ ਵਿਕਿਆ ਹੋਈਆਂ ਟਿਕਟਾਂ ਵਿੱਚੋਂ। ਕੁਸ਼ੰਕ ਗੋਇਲ ਨੇ ਡੀਅਰ ਕ੍ਰਿਸਮਸ ਨਿਊ ਈਅਰ ਬੰਪਰ 2023 ਵਿੱਚ 2.5 ਕਰੋੜ ਜਿੱਤੇ ਸੀ। ਕੀ ਤੁਸੀਂ ਹੋ ਇਸ ਵਾਰ ਦੇ ਕਰੋੜਪਤੀ? ਮੇਰੀ ਤੰਦਰੁਸਤੀ ਤੇ ਤਾਕਤ ਦਾ ਰਾਜ਼ 5 ਰਤਨ। ਤੁਸੀਂ ਵੀ ਖਾਓ, ਬੱਚਿਆਂ ਨੂੰ ਵੀ ਖਵਾਓ। ਆਓ ਰਲ ਮਿਲ ਕੇ ਆਪਾਂ ਦੁਬਾਰਾ ਤੰਦਰੁਸਤ ਪੰਜਾਬ ਦੀ ਸਿਰਜਣਾ ਕਰੀਏ। ਤੁਸੀਂ ਅੰਦਰ ਬਹਿ ਕੇ ਕਹਿ ਰਹੇ ਹੋ ਐਸਐਸਪੀ ਨੂੰ ਕਿ ਦੇਖ ਲਿਆ, ਤੁਸੀਂ ਕਹਿੰਦੇ ਸੀ ਏਜੰਸੀਆਂ ਨੂੰ ਚਿੱਠੀਆਂ ਭੇਜਦੇ ਸੀ, ਮੇਰੀ ਤੜ ਦੇਖਣਾ ਚਾਹੁੰਦੇ ਸੀ ਤੁਸੀਂ ਕਿ ਇਹਦੇ ਆਖੇ ਲੋਕ ਨਹੀਂ ਆਉਂਦੇ। ਦੇਖ ਲਿਆ ਤੁਸੀਂ ਹੁਣ ਕਿਵੇਂ ਸੰਗਤ ਆਈ ਹੈ। ਇਹ ਜਦ ਗੁਰੂ ਦੀ ਹਜ਼ੂਰੀ ਹੋਗੀ ਫਿਰ ਤੁਹਾਡੀ ਤੜ ਕਿੱਥੇ ਰਹਿ ਗਈ? ਇਹ ਤਾਂ ਗੁਰੂ ਦੀ ਮਰਿਆਦਾ ਹੈ। ਇੱਕ ਮੇਰੀ ਗੱਲ ਸੁਣੋ, ਤੁਸੀਂ ਸਵੇਰੇ ਮਹਾਰਾਜ ਸਰੂਪ ਲੈ ਕੇ ਸੰਗਤ ਇਕੱਠੀ ਕਰਕੇ ਦਿਖਾ ਦਿਓ ਮੈਨੂੰ। ਇਹ ਕਿਦਾਂ ਦੀ ਗੱਲ ਹੋਈ ਤੁਹਾਡੀ? ਗੱਲ ਇਹ ਹੈ ਵੀ ਅਸੀਂ ਤੜ ਦੀ ਗੱਲ ਨਹੀਂ ਕੀਤੀ, ਉਹਦੇ ਕਦੀ ਨਾ ਕਰਾਂ ਜੀ। ਉਹਦੇ ਪਿੱਛੇ ਮੇਰੀ ਗੱਲ ਸੁਣ ਲਓ, ਉਹਦੇ ਪਿੱਛੇ ਵਜ੍ਹਾ ਕੀ ਹੋਈ ਹੈ। ਇਹਨਾਂ ਨੇ ਉੱਪਰ ਰਿਪੋਰਟ ਭੇਜੀ ਹੈ, ਜਿਹੜਾ ਪਰਚਾ ਸਾਡੇ ਤੇ ਝੂਠਾ ਪਰਚਾ ਹੋਇਆ ਉਹ ਵੀ ਇਸੇ ਵਜ੍ਹਾ ਕਰਕੇ ਹੋਇਆ। ਪੁਲਿਸ ਨੇ ਉੱਤੇ ਰਿਪੋਰਟ ਭੇਜੀ ਸੀ ਵੀ ਇਹਨਾਂ ਦੇ ਪਿੱਛੇ 100 ਬੰਦਾ ਇਕੱਠਾ ਨਹੀਂ ਹੁੰਦਾ, 50 ਬੰਦੇ ਇਕੱਠੇ ਨਹੀਂ ਹੁੰਦੇ। ਤੁਸੀਂ ਇਹਨਾਂ ਨੂੰ, ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਦੇਖੋ ਜੇ ਪਰਚਾ ਕਰਨਾ ਸੱਚਾ ਪਰਚਾ ਜ਼ਰੂਰ ਕਰਿਓ ਸਾਡੇ ਤੇ, ਆ ਝੂਠਾ ਸੱਚਾ ਪਰਚਾ ਨਾ ਸਾਡੇ ਤੇ ਕਰੋ। ਇਹਨਾਂ ਨੇ ਕਿਹਾ ਵੀ ਇਹਨਾਂ ਦੇ ਕੋਈ ਗੱਲ ਨਹੀਂ, ਤੁਸੀਂ ਇਹਨਾਂ ਨੂੰ ਸੁਣੋ ਨਾ। ਬਿਲਕੁਲ ਸਾਨੂੰ ਇਗਨੋਰ ਕੀਤਾ ਗਿਆ। ਫਿਰ ਮੈਂ ਉੱਥੇ ਜਾ ਕੇ ਪੁਲਿਸ ਵਾਲੇ ਨੂੰ ਉਹਨੂੰ ਸਪੈਸ਼ਲੀ ਕਿਹਾ, ਉਸ ਪੁਲਿਸ ਵਾਲੇ ਨੂੰ ਹੀ ਜਿਹਨੇ ਇਹ ਗੱਲ ਕੀਤੀ, ਮੈਂ ਸਪੈਸ਼ਲੀ ਇਹ ਗੱਲ ਜਿਹੜਾ ਪੁਲਿਸ ਵਾਲੇ ਨੇ ਕਹੀ, ਉੱਤੇ ਰਿਪੋਰਟਾਂ ਭੇਜੀਆਂ ਜਿਨ੍ਹਾਂ ਨੇ, ਮੈਂ ਉਹਨਾਂ ਨੂੰ ਇਹ ਗੱਲ ਜੇ ਹੁੰਦੀ ਤਾਂ ਅਸੀਂ ਰਿਕਾਰਡ ਕਿਉਂ ਕਰਨੀ ਸੀ? ਲਕਾਉਣ ਵਾਲੀ ਗੱਲ ਹੁੰਦੀ। ਆਰਟੀਕਲ ਛਪਿਆ ਵੀ ਅਮਰਤਪਾਲ ਸਿੰਘ ਇਜ਼ ਡੈਸਪਰੇਟ ਐਂਡ ਆਈਸੋਲੇਟਡ ਐਂਡ ਡੈਸਪਰੇਟ ਹੈ। ਮੈਂ ਉਹਨਾਂ ਨੂੰ ਗੱਲ ਕਹੀ ਸੀ ਵੀ ਆਹ ਦੇਖੋ ਸੰਗਤ ਆਈ ਕਿ ਨਹੀਂ ਇਹ ਵਾਰ ਹੈ। ਉਸ ਤੋਂ ਬਾਅਦ ਅਗਲੇ ਦਿਨ ਤੇ ਅਸੀਂ ਮਹਾਰਾਜ ਦਾ ਸਰੂਪ ਲੈ ਕੇ ਨਾਲ ਨਹੀਂ ਸੀ ਗਏ। ਅਗਲੇ ਦਿਨ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਜਨਾਲੇ ਦੇ ਵਿੱਚ, ਸਾਰੇ ਗੁਰੂ ਘਰਾਂ ਦੇ। ਉਦੋਂ ਵੀ ਹਜ਼ਾਰਾਂ ਦੀ ਗਿਣਤੀ ਸੰਗਤ ਸੀ ਉੱਥੇ। ਇਸ ਕਰਕੇ ਇਹ ਗੱਲ ਕਰਨੀ ਵੀ ਉੱਥੇ ਅਸੀਂ ਮਹਾਰਾਜ ਦੇ ਸਰੂਪ ਨੂੰ ਕਿਤੇ ਵਰਤਿਆ, ਇਹ ਗੱਲ ਝੂਠੀ ਹੈ। ਨਾ ਵਰਤਿਆ, ਅਵਹੀਰ ਕੱਢੀ ਹੈ ਪੂਰੀ। ਉਦੋਂ ਵੀ ਤੇ ਇਕੱਲੇ ਜਾ ਸਕਦੇ ਸੀ। ਮਹਾਰਾਜ ਦਾ ਸਰੂਪ ਉੱਥੇ ਜਿੱਥੇ ਜਾਈਦਾ ਉੱਥੇ ਹੁੰਦਾ ਹੀ ਹੈ। ਅਵਹੀਰ ਕੱਢ ਦਿਓ ਤਾਂ ਉਹਦੇ ਤੇ ਤਾਂ ਕੋਈ ਇਤਰਾਜ਼ ਹੀ ਨਹੀਂ ਕਰਦਾ। ਕਰਦੇ ਕਿਉਂ ਨਹੀਂ ਉਹਦੇ ਤੇ? ਤੁਸੀਂ ਅੱਜ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ, ਮੇਰਾ ਕੋਈ ਐਸਾ ਬੰਦਾ ਦੱਸੋ ਜਿਹੜਾ ਮੇਰਾ ਪਹਿਲਾਂ ਹਮਾਇਤੀ ਸੀ ਅੱਜ ਵਿਰੋਧੀ ਬਣ ਗਿਆ। ਮੈਂ ਇਹ ਕਹਿ ਰਿਹਾ ਕਿ ਅਜਨਾਲੇ ਵਾਲੀ ਘਟਨਾ ਤੋਂ ਬਾਅਦ ਹੀ ਤੁਹਾਡੇ ਖਿਲਾਫ ਵਿਰੋਧ ਦਾ ਸੁਰ ਉੱਠਿਆ। ਨਾ ਮੇਰੇ ਸਿਰ ਦੇਣ ਦੀ ਗੱਲ ਹੋਈ, ਸਿਰ ਦੇਣ ਦੀ ਗੱਲ ਹੋਈ। ਇਹ ਸਾਰੇ ਬੰਦੇ ਉਦੋਂ ਮੇਰਾ ਵਿਰੋਧ ਕਰਦੇ ਸੀ, ਤੁਸੀਂ ਸਿਰ ਦੇਣ ਦੀ ਗੱਲ ਕਿਉਂ ਕੀਤੀ ਹੈ? ਤੁਸੀਂ ਮੈਨੂੰ ਦੱਸੋ, ਮੈਂ ਗੱਲ ਕੀਤੀ ਸਿਰ ਦੇਣ ਦੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੀਤੀ? 29 ਸਾਲ ਦੀ ਉਮਰ 'ਚ ਹਰ ਸ਼ਬਦਾਂ ਨੂੰ, ਇਤਿਹਾਸ ਨੂੰ ਆਪਣੇ ਹਿਸਾਬ ਨਾਲ ਟਵਿਸਟ ਕਰਕੇ ਪੇਸ਼ ਨਾ ਕਰੋ। ਮੈਂ ਇਤਿਹਾਸਕ ਤੁਸੀਂ ਦੱਸ ਦਿਓ, ਮੈਂ ਪੰਥ ਪ੍ਰਕਾਸ਼ ਦੀ ਗੱਲ ਕਰਦਾ। ਤੁਸੀਂ ਦੱਸੋ ਵੀ ਕਿਹੜਾ ਇਤਿਹਾਸਕ? ਇਹ ਮਰਿਆਦਾ ਹੈ ਜੋ ਤੁਸੀਂ ਕੀਤਾ, ਇਹ ਮਰਿਆਦਾ ਹੈ ਗੁਰੂ ਸਾਹਿਬ ਦੀ? ਮਰਿਆਦਾ ਹੈ। ਤੇ ਤੁਸੀਂ ਫਿਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੋ ਕਿ ਤੁਹਾਡੀ ਕਮੇਟੀ ਗਲਤ ਹੈ, ਮਰਿਆਦਾ ਹੈ। ਨਹੀਂ, ਕਮੇਟੀ ਦਾ ਡਿਸੀਜਨ ਕੀ ਅਜੇ ਆਉਣਾ ਹੈ। ਅਕਾਲ ਤਖਤ ਸਾਹਿਬ ਤੇ ਕਮੇਟੀ ਬਣਨੀ ਹੈ, ਉਸ ਕਮੇਟੀ ਨੇ ਜਾਂਚ ਕਰਨੀ ਹੈ। ਜੇ ਉਹ ਸਾਨੂੰ ਸੱਦਣਗੇ, ਅਸੀਂ ਉੱਥੇ ਜਾ ਕੇ ਆਪਣਾ ਪੱਖ ਪੇਸ਼ ਕਰਨਾ ਹੈ। ਉੱਥੇ ਫੈਸਲਾ ਹੋਊਗਾ ਕੀ ਸਹੀ ਹੈ ਕੀ ਗਲਤ ਹੈ, ਅਸੀਂ ਉੱਥੇ ਤੱਥ ਦੇਵਾਂਗੇ। ਪਰ ਤੁਸੀਂ ਤਾਂ ਅੱਜ ਹੀ ਜਜਮੈਂਟ ਦੇ ਰਹੇ ਹੋ ਕਿ ਉਹਦੇ 'ਚ ਗਲਤੀ ਕੁਝ ਨਹੀਂ ਹੈ ਤੇ ਕਮੇਟੀ ਦਾ ਪਾਸੇ ਰਹਿ ਗਈ। ਅੱਛਾ, ਮੈਂ ਹੁਣ ਅੱਜ ਜਜਮੈਂਟ ਦਵਾਂ ਜਾਂ ਕੱਲ ਦਵਾਂ ਤਾਂ ਮੈਟਰ ਨਹੀਂ ਕਰਦਾ। ਆਪਾਂ ਅਕਾਲ ਤਖਤ ਸਾਹਮਣੇ ਸਨਮੁਖ ਗੱਲ ਕਰਾਂਗੇ ਨਾ, ਗੱਲ ਉੱਥੇ ਹੋ ਜੂਗੀ। ਉੱਥੇ ਤੁਸੀਂ ਵੀ ਆ ਜਾਓ। ਤੁਹਾਨੂੰ ਲੱਗਦਾ ਹੈ ਨਾ ਵੀ ਅਕਾਲ ਤਖਤ ਸਾਹਿਬ ਨੂੰ ਤੁਹਾਨੂੰ ਤਲਬ ਕਰਨਾ ਚਾਹੀਦਾ? ਨਹੀਂ, ਮੈਨੂੰ ਮੇਰੇ ਕਹਿਣ ਤੇ ਨਾ ਕਹਿਣ ਨਾਲ ਸਾਹਮਣੇ ਮੈਨੂੰ ਅਕਾਲ ਤਖਤ ਸਾਹਿਬ ਨੇ ਨਹੀਂ ਭੇਜਣੇ। ਮੈਂ ਇਹੋ ਜਿਹਾ ਬੰਦਾ ਨਹੀਂ ਵੀ ਜੇ ਅਕਾਲ ਤਖਤ ਸਾਹਿਬ ਮੈਨੂੰ ਤਲਬ ਕਰਨਗੇ ਮੈਂ ਜਾਊਂਗਾ ਨਹੀਂ ਉੱਥੇ। ਜਦੋਂ ਅਸੀਂ ਕੋਈ ਗਲਤੀ ਕਰਦੇ ਨੇ ਨਾ ਪੰਥ ਨੂੰ ਲੈ ਕੇ, ਤੇ ਮੈਨੂੰ ਲੱਗਦਾ ਕਿ ਮੈਂ ਕਹਿੰਦਾ ਵੀ ਜਿਹੜਾ ਬੰਦਾ ਸੱਚਾ ਹੋਵੇ ਉਹੀ ਇਹ ਗੱਲ ਕਹਿੰਦਾ। ਇੱਥੇ ਬੰਦੇ ਹੈਗੇ ਨਾ ਜਿਹੜੇ ਭਗੌੜੇ ਹੋ ਗਏ ਅਕਾਲ ਤਖਤ ਸਾਹਿਬ ਦੀ ਕਾਲ ਤੋਂ, ਹੈਗੇ ਆ ਨਾ ਬੰਦੇ ਜਿਹਨਾਂ ਨੂੰ ਸੱਦਿਆ ਸੀ, ਉਹ ਕਹਿੰਦੇ ਅਸੀਂ ਨਹੀਂ ਜਾਣਾ, ਅਸੀਂ ਉੱਥੇ ਨਹੀਂ ਜਾਣਾ, ਉਹ ਇੱਥੇ ਹੁਣ। ਅਸੀਂ ਤੇ ਇਹ ਗੱਲ ਨਹੀਂ ਕਹੀ। ਜਿਹੜਾ ਬੰਦਾ ਹਿਰਦੇ ਤੋਂ ਸੱਚਾ ਹੋਵੇ, ਜਿਹਨੂੰ ਪਤਾ ਉਹਨੇ ਕੋਈ ਪਾਪ ਨਹੀਂ ਕੀਤਾ, ਉਹੀ ਬੰਦਾ ਕਹੂਗਾ ਵੀ ਜਿੱਥੇ ਮਰਜ਼ੀ ਸੱਦ ਕੇ ਬਿਠਾ ਲਓ। ਲੇਕਿਨ ਆਪਾਂ ਨੂੰ ਇਹ ਗੱਲ ਕਹਿਣਾ ਕਿ ਜੇ ਸੰਗਤ ਇਹ ਮੰਨਦੀ ਹੈ ਕਿ ਮੇਰੇ ਤੋਂ ਕੋਈ ਗਲਤੀ ਹੋਈ ਹੈ ਤੇ ਆਪਾਂ ਇਸ ਗੱਲ ਦਾ ਸੰਗਤ ਮੰਨਦੀ ਨਹੀਂ। ਸੰਗਤ ਨੂੰ ਲੈ ਕੇ ਆਓ, ਕਿਹੜੀ ਸੰਗਤ ਮੰਨਦੀ ਹੈ? 4 ਬੰਦੇ ਜਿਹੜੇ ਬੰਦੇ ਮੇਰੇ ਪਹਿਲਾਂ ਵਿਰੋਧੀ ਆ, ਉਹਨੂੰ ਸੰਗਤ ਦਾ ਰੂਪ ਦੇਣਾ। ਜਿਨ੍ਹਾਂ ਦੇ ਚਿੱਟੇ ਦੇ ਕੇਸ ਨੇ, ਜਿਨ੍ਹਾਂ ਦੇ ਬੇਅਦਬੀ ਦੇ ਕੇਸ ਨੇ, ਉਹੀ ਬੰਦੇ ਵਿਰੋਧ ਕਰ ਰਹੇ ਨੇ। ਜਿਹੜੇ ਬੰਦਿਆਂ ਨੇ ਸਿੱਖਾਂ ਦੇ ਤਖਤ ਢਾਏ ਨੇ, ਜਿਨ੍ਹਾਂ ਦੀ ਪਾਰਟੀਆਂ ਨੇ, ਜਿਹੜੇ ਬੰਦੇ ਕਹਿ ਰਹੇ ਨੇ ਵੀ ਬੇਅਦਬੀ ਕੀਤੀ, ਕਿਹੜੇ ਨੇ ਦੱਸੋ ਮੈਨੂੰ? ਰਾਜੇ ਵੜਿੰਗਾ ਵਰਗੇ ਹੋ ਗਏ, ਬਿੱਟੂ ਵਰਗੇ ਹੋ ਗਏ, ਮਜੀਠੀਆ ਵਰਗੇ ਹੋ ਗਏ, ਬਾਦਲ ਵਰਗੇ ਹੋ ਗਏ। ਇਹਨਾਂ ਬੰਦਿਆਂ ਦਾ ਕੋਈ ਆਧਾਰ ਹੈਗਾ ਪੰਥ ਦੇ ਵਿੱਚ? ਕਿਹੜਾ ਹੋਰ ਬੰਦਾ, ਨਵਾਂ ਬੰਦਾ ਕਿਹੜਾ ਦੱਸੋ ਮੈਨੂੰ? ਜਿਹੜੇ ਬੰਦੇ ਮੇਰੇ ਪਹਿਲਾਂ ਵਿਰੋਧੀ ਸੀ, ਜਿਨ੍ਹਾਂ ਨੇ ਹਰ ਮਸਲੇ ਦਾ ਵਿਰੋਧ ਕੀਤਾ, ਚਾਹੇ ਮੈਂ ਅਮਰ ਸੰਚਾਰ ਦੀ ਗੱਲ ਕੀਤੀ ਹੈ, ਇਹਨਾਂ ਕੇ ਲੋਕਾਂ ਦੇ ਪੁੱਤ ਮਰਾਉਣੇ ਨੇ ਹੈ। ਜੇ ਮੈਂ ਗੱਲ ਕੀਤੀ ਹੈ ਵੀ ਗੁਰਦੁਆਰੇ 'ਚ ਕੁਰਸੀਆਂ ਨਹੀਂ ਹੋਣੀਆਂ ਚਾਹੀਦੀਆਂ, ਇਹਨਾਂ ਕਿਹਾ ਵੀ ਨਹੀਂ। ਆਪ ਜਿਹੜੇ ਬੰਦੇ ਕੁਰਸੀਆਂ ਦਾ ਸਾਰੀ ਉਮਰ ਵਿਰੋਧ ਕਰਦੇ ਰਹੇ ਆ, ਉਹ ਅਕਾਲ ਤਖਤ ਸਾਹਿਬ ਦਾ ਉਦੋਂ ਹੁਕਮਨਾਮਾ ਨਹੀਂ ਚੇਤਾ ਆਪਾਂ ਨੂੰ? ਹੁਕਮਨਾਮਾ ਅਕਾਲ ਤਖਤ ਸਾਹਿਬ ਦਾ ਜਾਰੀ ਹੋਇਆ ਵੀ ਕੁਰਸੀਆਂ ਨਹੀਂ ਢਹਿ ਸਕਦੀਆਂ। ਉਦੋਂ ਤੁਸੀਂ ਕਿੰਨੀ ਕਰ ਕਿਹਾ ਵੀ ਭਾਈ ਇਹ ਗੱਲ ਸਹੀ ਕੀਤੀ ਇਹਨਾਂ ਬੰਦੇ ਨੇ, ਤੁਸੀਂ ਨਹੀਂ ਕਰਨੀ ਚਾਹੀਦੀ। ਤੁਸੀਂ ਵਿਦੇਸ਼ 'ਚ ਰਹੇ ਹੋ 10 ਸਾਲ, ਵਿਦੇਸ਼ 'ਚ ਤਾਂ ਜਿੰਨਾ
ਲੰਗਰ ਪ੍ਰਸ਼ਾਦੇ ਵੀ ਛਕਦੇ ਆ, ਉਹ ਵੀ ਟੇਬਲ ਕੁਰਸੀਆਂ ਤੇ ਬਹਿ ਕੇ ਛਕਦੇ ਆ। ਆਪਾਂ ਉੱਥੋਂ ਹਟਵਾਏ ਕਦੀ? ਮੇਰੀ ਗੱਲ ਸੁਣੋ, ਇਹਦਾ ਮਤਲਬ ਇਹ ਆ ਵੀ ਇੱਕ ਤਾਂ ਵਿਦੇਸ਼ ਦੇ ਵਿੱਚ ਤੇ ਬਹੁਤ ਕੁਝ ਹੁੰਦਾ ਹੈ। ਵਿਦੇਸ਼ ਤੇ ਹੁਣ ਹੀਰੋਇਨ ਲੀਗਲ ਕਰਤੀ, ਇੱਥੇ ਵੀ ਕਰਦੀ ਆਪਾਂ। ਵਿਦੇਸ਼ਾਂ ਨੂੰ ਵੇਖ ਕੇ ਆਪਾਂ ਤੋਂ ਚੰਗੀ ਚੀਜ਼ ਸਿੱਖਣੀ। ਹਰ ਚੀਜ਼ ਨੂੰ ਦੂਜੇ ਪਾਸੇ ਕਿਉਂ ਲੈ ਜਾਂਦੇ? ਮੈਂ ਨਹੀਂ ਕਰ ਰਿਹਾ, ਤੁਸੀਂ ਕਰ ਰਹੇ। ਮੈਂ ਤਾਂ ਸਿੰਪਲ ਇੱਕ ਗੱਲ ਕਹਿ ਰਿਹਾ ਕਿ ਆਪਣੇ ਲੰਗਰ ਪੰਗਤ ਗੁਰੂ ਸਾਹਿਬਾਨ ਦੱਸ ਕੇ ਗਏ ਲੰਗਰ ਪੰਗਤ ਸੇਵਾ। ਮੈਂ ਆਪ ਗਿਆ ਲੰਡਨ ਦੇ ਕਈ ਗੁਰਦੁਆਰਿਆਂ 'ਚ, ਉੱਥੇ ਟੇਬਲ ਕੁਰਸੀਆਂ ਤੇ ਖਾ ਰਹੇ ਹੁੰਦੇ ਆ ਬਜ਼ੁਰਗ ਬੈਠੇ, ਤੇ ਮੈਂ ਕੀ ਕਹਾਂ ਉੱਥੋਂ ਹਟਾਓ? ਤੁਹਾਡਾ ਫਰਜ਼ ਬਣਦਾ ਜੇ ਤੁਸੀਂ ਸਿੱਖੀ ਦੀ ਜਾਣਕਾਰ। ਤੇ ਤੁਸੀਂ ਦੁਬਈ 'ਚ ਕਿੰਨੇ ਹਟਵਾਏ? ਅਸੀਂ ਤੇ ਦੁਬਈ ਦੇ ਵਿੱਚ ਜਦੋਂ ਗਏ ਪੰਗਤ 'ਚ ਬਹਿ ਕੇ ਲੰਗਰ ਛਕਿਆ, ਸਾਡੇ ਸਾਹਮਣੇ ਤੇ ਕਿਸੇ ਨੇ ਕੁਰਸੀਆਂ ਲਾਈਆਂ ਨਹੀਂ। ਲੇਕਿਨ ਉੱਥੇ ਵੀ ਦੁਬਈ ਦੇ ਗੁਰਦੁਆਰਿਆਂ 'ਚ ਵੀ ਹੈਗੇ ਆ ਟੇਬਲ ਕੁਰਸੀਆਂ। ਦੁਬਈ ਦੇ ਵਿੱਚ ਜਿਹੜਾ ਅਫੀਸ਼ੀਅਲ ਗੁਰਦੁਆਰਾ ਉਹਨੂੰ ਕੌਣ ਮੈਨੇਜ ਕਰਦਾ, ਪਹਿਲਾਂ ਇਹ ਵੀ ਪਤਾ ਕਰ ਲਓ। ਸਰ ਇਹ ਤਾਂ ਉਹੀ ਗੱਲ ਹੈ ਕਿ ਇਨਫਲੂਐਂਸ ਚੱਲ ਰਿਹਾ, ਜਿਹੜੇ ਬਾਕੀ ਗੁਰੂ ਘਰ ਸਾਰੇ ਥੱਲੇ ਬਹਿ ਕੇ ਛਕਦੇ। ਜਦੋਂ ਤੁਸੀਂ ਕਪੂਰਥਲੇ ਟੇਬਲ ਤੜਵਾਏ ਸੀ, ਉਦੋਂ ਤੁਸੀਂ ਪਤਾ ਕੀਤਾ ਸੀ ਵੀ ਕੌਣ ਮੈਨੇਜ ਕਰਦਾ ਹੈ? ਮੈਂ ਤੁਹਾਨੂੰ ਕਹਿਣ ਡਿਆ ਵੀ ਜਿੱਥੇ ਸਾਡੇ ਸਾਹਮਣੇ ਹੋਊਗਾ ਉੱਥੇ ਤੇ ਕਰਾਂਗੇ। ਫਿਰ ਇੱਥੇ ਆਣ ਕੇ ਮੈਂ ਮੂਵਮੈਂਟ ਚਲਾ ਰਿਹਾ ਕਿ ਜਥੇਬੰਦੀ ਦਾ ਮੈਨੂੰ ਉਹਨਾਂ ਨੇ ਜਥੇਦਾਰ ਥਾਪਿਆ ਹੈ, ਠੀਕ ਹੈ। ਉਹ ਮੂਵਮੈਂਟ ਦੇ ਤਹਿਤ ਮੇਰਾ ਫਰਜ਼ ਬਣਦਾ ਹੈ ਵੀ ਮਰਿਆਦਾ ਨੂੰ ਕਾਇਮ ਕਰਨਾ ਹੈ। ਉਸ ਮਰਿਆਦਾ ਨੂੰ ਕਾਇਮ ਕਰਨ ਲਈ ਅਸੀਂ ਜਿੱਥੇ ਵੀ ਗਏ ਆ, ਮੱਟੀ ਵੀ ਤੋੜੀ ਸੀ, ਉੱਥੇ ਤੇ ਗੱਲ ਨਹੀਂ ਕੀਤੀ ਕਿਸੇ ਨੇ। ਪਿੰਡ ਵਾਲਿਆਂ ਨੇ ਸਹਿਮਤੀ ਦਿੱਤੀ ਵੀ ਭਾਈ ਅਸੀਂ ਇਹ ਮੱਟੀ ਜਿਹੜੀ ਹੈ ਤੇ ਦੀਵੇ ਜਗ੍ਹਾ ਤੇ ਅਸੀਂ ਨਹੀਂ ਚਾਹੁੰਦੇ ਇਹਨੂੰ ਗੁਰਦੁਆਰੇ ਦੇ ਵਿੱਚ। ਉਹਨਾਂ ਨੇ ਆਪ ਤੋੜੀ ਹੈ, ਉਹਦੇ ਤੇ ਕੋਈ ਬਹਿਸ ਵਸਈਆ ਨਹੀਂ ਹੋਇਆ। ਇਹ ਵੀ ਆਪਾਂ ਵੇਖਣਾ ਪਊਗਾ ਨਾ ਵੀ ਆਪਾਂ ਜੋ ਕੁਝ ਕਰ ਰਹੇ ਹਾਂ। ਤੁਸੀਂ ਮੈਨੂੰ ਇੱਕ ਹਿਸਟੋਰੀਕਲ ਐਵੀਡੈਂਸ ਦੇ ਦਿਓ। ਹੁਣ ਤੁਸੀਂ ਕਿਹਾ ਵੀ ਹਿਸਟਰੀ ਨੂੰ ਟਵਿਸਟ ਕਰਨਾ, ਮੈਂ ਤੁਹਾਨੂੰ ਕਹਿ ਰਿਹਾ ਵੀ ਇੱਕ ਹਿਸਟੋਰੀਕਲ ਤੱਥ ਦੇ ਦਿਓ ਜਿੱਥੇ ਗੁਰੂ ਸਾਹਿਬ ਨੇ ਸਿਰ ਨਾ ਮੰਗੇ ਹੋਣ। ਇੱਕ ਤੱਥ ਦੋ ਹਿਸਟੋਰੀਕਲ ਕੱਢ ਕੇ ਜਿੱਥੇ ਕਿਸੇ ਨੇ ਲਿਖਿਆ ਹੋਵੇ ਵੀ ਨਹੀਂ ਗੁਰੂ ਸਾਹਿਬ ਨੇ ਸਿਰ ਨਹੀਂ ਸੀ ਮੰਗੇ ਅੰਮ੍ਰਿਤ ਸੰਚਾਰ ਵੇਲੇ। पलक झपकाओ अनएक्सपेक्टेड जरूरतों के लिए टाटा कैपिटल पर्सनल लोन पाओ। नागालैंड सरकार डियर होली बम्पर 2023। पहला इनाम 2.5 करोड़ गारंटीड। दूजा इनाम 1 करोड़। तीजा इनाम 1 करोड़ ते होर बहुत सारे इनाम। टिकट की कीमत 500 रुपए। ड्रॉ 11 मार्च ਨੂੰ। ਪਹਿਲਾ ਇਨਾਮ ਵਿਕਿਆ ਹੋਈਆਂ ਟਿਕਟਾਂ ਵਿੱਚੋਂ। ਕੁਸ਼ੰਕ ਗੋਇਲ ਨੇ ਡੀਅਰ ਕ੍ਰਿਸਮਸ ਨਿਊ ਈਅਰ ਬੰਪਰ 2023 ਵਿੱਚ 2.5 ਕਰੋੜ ਜਿੱਤੇ ਸੀ। ਕੀ ਤੁਸੀਂ ਹੋ ਇਸ ਵਾਰ ਦੇ ਕਰੋੜਪਤੀ? ये सिर्फ अपनी ही चाबी से मिलते हैं, लिंक लॉक्स। ਤੁਸੀਂ ਜਿਸ ਤਰ੍ਹਾਂ ਇਤਿਹਾਸ 'ਚ ਸਿੱਖੀਜ਼ਮ ਦੀ ਗੱਲ ਕਰਦੇ ਹੋ, ਤੁਹਾਡੇ ਤੇ ਵੀ ਤਾਂ ਇਹ ਗੱਲ ਆਊਗੀ ਕਿ ਤੁਸੀਂ ਮਤਲਬ ਕਤਲ ਕਰਾਤੇ। ਨਹੀਂ, ਮੈਂ ਪਹਿਲਾਂ ਕਰਾਇਆ, ਮੈਂ ਆਪਣੇ ਆਪ ਨੂੰ ਸਹੀ ਕਹਿਣਾ ਉਦੋਂ। ਮੈਂ ਆਪਣੇ ਆਪ ਨੂੰ ਕਹਿਣਾ ਵੀ ਅਸੀਂ ਗਲਤ ਸੀ, ਅਸੀਂ ਉਲਝੇ ਸੀ। ਪਤਿਤ ਸਿੱਖੀਜ਼ਮ ਦੀ ਗੱਲ ਕੀਤੀ, ਅਸੀਂ ਕਹਿੰਨੇ ਪਤਿਤਪੁਣਾ ਸਾਡੇ ਚ ਆਇਆ ਕਿਉਂਕਿ ਹੀਣਤਾ ਸੀ ਸਾਡੇ। ਆਪ ਪਤਿਤ ਰਹੇ ਹੋ ਵਿੱਚ, ਤੇ ਫਿਰ ਹੁਣ ਤੇ ਆ ਗਏ ਨਾ। ਇਦਾਂ ਤੇ ਗੁਰੂ ਮਹਾਰਾਜ ਪਹਿਲਾਂ ਦੇਵੀ ਪੂਜਕ ਰਹੇ ਨੇ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ। ਇਦਾਂ ਤੁਸੀਂ ਕਹੋਗੇ ਬੰਦਾ ਸੁਧਰ ਹੀ ਨਹੀਂ ਸਕਦਾ। ਆਹ ਮੁੰਡੇ ਡਰੱਗ ਐਡਿਕਟ ਨੇ, ਕੱਲ ਨੂੰ ਇਹ ਸੁਧਰ ਜਾਂਦੇ ਨੇ ਕੀ ਇਹਨਾਂ ਨੂੰ ਸਾਰੀ ਉਮਰ ਕਹਿ ਜੋ ਤੁਸੀਂ ਡਰੱਗ ਐਡਿਕਟ ਸੀ ਇੱਕ ਮੌਕੇ ਤੇ? ਬਿਲਕੁਲ ਤੁਹਾਨੂੰ ਸੁਧਾਰਨਾ ਚਾਹੀਦਾ ਹੈ। ਨਹੀਂ ਤਾਂ ਫਿਰ ਇਹੋ ਹੀ ਗੱਲ ਹੈ ਨਾ, ਜਿਹੜਾ ਤੇ ਇਹੀ ਤਾਂ ਕਿਸੇ ਬੰਦੇ ਦਾ। ਜੇ ਤੇ ਬੰਦਾ ਕਵੇ ਮੈਂ ਉਦੋਂ ਵੀ ਠੀਕ ਸੀ, ਮੈਂ ਅੱਜ ਵੀ ਠੀਕ ਹਾਂ, ਫਿਰ ਤੇ ਗੱਲ ਹੁੰਦੀ ਝੂਠੀ। ਅਸੀਂ ਸ਼ਰਿਆਮ ਕਹਿੰਦੇ ਆ ਵੀ ਜਦੋਂ ਪਤਤ ਸੀ ਉਦੋਂ ਗਲਤ ਸੀ, ਅੱਜ ਅਸੀਂ ਠੀਕ ਹੈ, ਅੱਜ ਅਸੀਂ ਗੁਰੂ ਦੇ ਆਸ਼ੇ 'ਚ ਠੀਕ ਹੈ। ਤੁਸੀਂ ਕਿਹਾ ਕਿ ਅਸੀਂ ਗੁਲਾਮ ਆ, ਤੁਹਾਨੂੰ ਕਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਗੁਲਾਮੀ ਹੈਗੀ ਹੈ? ਜਦੋਂ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਈ ਦਿੱਲੀ ਦੀਆਂ ਸੜਕਾਂ 'ਚ, ਜਦੋਂ ਸਾਡੇ ਭਰਾਵਾਂ ਦੇ ਗਲਾਂ 'ਚ ਟਾਇਰ ਪਏ, ਜਦੋਂ ਸਾਡਾ ਪਾਣੀ ਸਾਨੂੰ ਬਿਨਾਂ ਪੁੱਛੇ ਲੁੱਟਿਆ ਗਿਆ, ਜਦੋਂ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਰਿਹਾਈ ਕਰਨ ਤੋਂ ਇਨਕਾਰ ਕਰਤਾ। ਤੁਸੀਂ ਪੜਿਆ ਹੋਣਾ, ਤੁਹਾਡਾ ਤੇ ਆਪ ਦਾ ਬਰਥ 93 ਦਾ, ਇਹ ਤਾਂ ਤੁਸੀਂ ਪੜਿਆ ਸੁਣਿਆ ਹੋਣਾ। ਇਦਾਂ ਤੇ ਫਿਰ ਜਦੋਂ ਗੁਰੂ ਸਾਹਿਬ ਦੇ ਵੇਲੇ ਦੀ ਆਪਾਂ ਗੱਲ ਕਰਦੇ ਆਂ, ਫਿਰ ਤੇ ਆਪਾਂ ਨੂੰ ਕਰਨੀ ਨਹੀਂ ਚਾਹੀਦੀ। ਤੁਸੀਂ ਫਿਰ 47 ਦੀ ਗੱਲ ਹੀ ਨਾ ਕਰਿਆ ਕਰੋ। ਮੈਂ ਤਾਂ ਕੀਤੀ ਨਹੀਂ। ਕਰਦੇ ਹੀ ਆ ਆਪਾਂ ਵੀ ਉਦੋਂ ਆ ਹੋਇਆ, ਉਦੋਂ ਹੀ ਬਿਨਾਂ ਡਾਂਗਾ ਚਲਾਏ ਬੰਦੇ ਨੂੰ ਬਾਹਰ ਕੱਢਤਾ। ਤੇ ਗੱਲਾਂ ਸੁਣਾਈਆਂ ਗੱਲਾਂ ਨੇ ਪੜੇ, ਇਹਦਾ ਮਤਲਬ ਹਿਸਟਰੀ ਰੈਲੇਵੈਂਟ ਨਹੀਂ ਹੁੰਦੀ। ਹਿਸਟਰੀ ਰੈਲੇਵੈਂਟ ਹੈ ਨਾ। ਸਾਡੇ ਨਾਲ ਜੇ ਇਨਜਸਟਿਸ ਹੋਇਆ, ਤੁਹਾਨੂੰ ਉਦੋਂ ਹੀ ਲੱਗਾ ਜਾਂ ਹੁਣ ਵੀ ਲੱਗਦਾ ਹੈ ਕਿ ਆਪਾਂ ਗੁਲਾਮੀ ਦੇ ਮਾਹੌਲ 'ਚ ਆਪਾਂ? ਹੁਣ ਜੇ ਨਾ ਲੱਗਦਾ ਵਾ ਤੇ ਅਸੀਂ ਸਾਡੇ ਦਿਮਾਗ 'ਚ ਕੋਈ ਨੁਕਸ ਥੋੜੀ ਹੈ ਵੀ ਅਸੀਂ ਤੁਰੇ ਫਿਰੀ ਸੜਕਾਂ ਤੇ। 2004 ਤੋਂ ਲੈ ਕੇ ਔਰ 2014 ਤੱਕ ਇੱਕ ਸਿੱਖ ਨੇ ਇਸ ਦੇਸ਼ ਦੀ ਨੁਮਾਇੰਦਗੀ ਕੀਤੀ। ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣੇ, ਉਹ ਗੁਲਾਮ ਮੁਲਕ ਦੇ ਪ੍ਰਾਈਮ ਮਿਨਿਸਟਰ ਸੀ। ਮੈਂ ਤੁਹਾਨੂੰ ਦੱਸਦਾ ਹਾਂ, ਬਰਾਕ ਓਬਾਮਾ ਬੀਇੰਗ ਅ ਬਲੈਕ ਪਰਸਨ, ਅਫਰੀਕਨ ਅਮਰੀਕਨ ਮੂਲ ਦਾ, ਉਹ ਪ੍ਰੈਜ਼ੀਡੈਂਟ ਬਣਿਆ। ਕੀ ਉਸ ਤੋਂ ਬਾਅਦ ਕਾਲਿਆਂ ਦੇ ਸਾਰੇ ਮਸਲੇ ਹੱਲ ਹੋ ਗਏ? ਕੀ ਅੱਜ ਉਹ ਕਾਲੇ ਉਸ ਮੁਲਕ 'ਚ ਆਜ਼ਾਦ ਨੇ?
ਤੇ ਜੇ ਆਜ਼ਾਦ ਨੇ, ਅੱਜ BLM ਦੀ ਮੂਵਮੈਂਟ ਉੱਥੇ ਕਿਉਂ ਚੱਲ ਰਹੀ ਹੈ, ਬਲੈਕ ਲਾਈਵਸ ਮੈਟਰ ਦੀ ਮੂਵਮੈਂਟ ਕਿਉਂ ਚੱਲ ਰਹੀ ਹੈ? ਅੱਜ ਸਿੱਖਾਂ ਨੂੰ ਇੱਥੇ ਜੇਲ੍ਹਾਂ 'ਚ ਬੰਦ ਕੀਤਾ ਜਾਂਦਾ ਹੈ, ਅੱਜ ਸਿੱਖਾਂ ਤੇ ਐਸੇ ਕੇਸ ਪਾਏ ਜਾਂਦੇ ਨੇ, ਅੱਜ ਸਿੱਖਾਂ ਨੂੰ ਜੇਲ੍ਹਾਂ 'ਚ ਕੱਢਣ ਨੂੰ ਤਿਆਰ ਨਹੀਂ ਹਕੂਮਤ। ਪਾਣੀ ਅੱਜ ਵੀ ਪੰਜਾਬ ਦਾ ਰਿਪੀਨੀਅਨ ਲਾਅ ਦੇ ਉਲਟ ਜਾ ਕੇ ਲੁੱਟਿਆ ਜਾ ਰਿਹਾ ਹੈ। ਇੱਥੇ ਮਾਈਗ੍ਰੇਸ਼ਨ ਦਾ ਇਸ਼ੂ ਹੈ, ਇੱਥੇ ਡਰੱਗ ਦਾ ਐਪੀਡੈਮਿਕ ਹੈ, ਇੱਥੇ ਜਿਹੜਾ ਸਾਡੇ ਨਾਲ ਬੇਪਤੀਆਂ ਹੋਈਆਂ ਦਾ ਕੋਈ ਇਨਸਾਫ ਨਹੀਂ, ਇੱਥੇ ਬੇਅਦਬੀਆਂ ਦਾ ਕੋਈ ਇਨਸਾਫ ਨਹੀਂ ਮਿਲ ਰਿਹਾ। ਸਰਦਾਰ ਮਨਮੋਹਨ ਸਿੰਘ ਗੁਲਾਮ ਭਾਰਤ ਦੇ ਪ੍ਰਧਾਨ ਮੰਤਰੀ ਸੀ। ਸਰਦਾਰ ਮਨਮੋਹਨ ਸਿੰਘ ਗੁਲਾਮ ਸਿੱਖ ਭਾਰਤ ਦੇ ਪ੍ਰਧਾਨ ਮੰਤਰੀ ਬਣਾਏ ਗਏ ਟੋਕਨ ਵਜੋਂ, ਤਾਂ ਜੋ ਸਿੱਖਾਂ ਨੂੰ ਦਿਖਾਇਆ ਜਾਵੇ ਕਿ ਤੁਸੀਂ ਤੇ ਅਹੁਦਿਆਂ 'ਚ ਬੈਠੇ ਜੋ। ਗੁਲਾਮ ਮਨਮੋਹਨ ਸਿੰਘ ਦੇ ਕੋਲੋਂ ਸਿੱਖ ਜੈਨੋਸਾਈਡ ਦੀ ਮਾਫੀ ਮੰਗਾਈ ਗਈ। ਹੈਰਾਨੀ ਦੀ ਗੱਲ ਵੇਖੋ, ਇਹ ਜਸਵਿੰਦਰ ਭੱਲੇ ਨੇ ਬੜੀ ਵਧੀਆ ਗੱਲ ਕੀਤੀ ਸੀ ਵੀ ਸਿੱਖਾਂ ਨਾਲ ਹੀ ਹੋਇਆ ਧੱਕਾ ਤੇ ਸਿੱਖ ਹੀ ਮੰਗਣ ਮਾਫੀ ਜੀ। ਵੇਖੋ ਹੈਰਾਨੀ ਵਾਲੀ ਗੱਲ ਹੈ, ਵਿਕਰਮ ਸਿੰਘ ਸਾਰੇ ਆਰਮੀ ਜਨਰਲ ਰਹੇ, ਉਹ ਸਿੱਖ ਆਰਮੀ ਜਨਰਲ ਜਗਜੀ ਆਪਣੇ ਜਿਹੜੇ ਸੀ 에ਅਰ ਮਾਰਸ਼ਲ ਅਰਜਨ ਸਿੰਘ ਦੇ ਘਰ ਤੇ ਹਮਲਾ ਹੋਇਆ ਸੀ। ਧਨੋਆ ਸਾਹਿਬ ਮੰਨਦੇ ਜੋ ਵੀ ਰਾਸ਼ਟਰਪਤੀ ਦਾ ਉਹਦਾ ਸਭ ਤੋਂ ਵੱਡਾ ਹੁੰਦਾ ਹੈ। ਰਾਸ਼ਟਰਪਤੀ ਦੀ ਕਾਰ ਤੇ ਹਮਲਾ ਹੋਇਆ ਕਿ ਨਹੀਂ ਹੋਇਆ ਗਿਆਨੀ ਜੈਲ ਸਿੰਘ ਦੀ 1984 ਦੇ ਵਿੱਚ, ਤੇ ਫਿਰ ਰਾਸ਼ਟਰਪਤੀ ਕਾਹਦਾ ਹੈ? ਸਿੱਖ ਰਾਸ਼ਟਰਪਤੀ ਦੀ ਕਾਰ ਤੇ ਵੀ ਹਮਲਾ ਹੋ ਜਾਂਦਾ ਹੈ। ਇੰਨੀ ਔਕਾਤ ਹੈ ਸਿੱਖਾਂ ਦੀ ਇਸ ਮੁਲਕ ਦੇ ਵਿੱਚ। ਸੋ ਇਹ ਆਪਾਂ ਗੱਲ ਨਾ ਕਰੀਏ ਵੀ ਸਿੱਖ ਆਜ਼ਾਦ ਨੇ ਕਿ ਗੁਲਾਮ ਨੇ। ਮੈਨੂੰ ਲੱਗਦਾ ਕਿ ਆਪਾਂ ਆਜ਼ਾਦ ਹੈ, ਖਾਲਸਾ ਚੜ੍ਹਦੀ ਕਲਾ, ਬਾਕੀ ਤੁਹਾਡੀ ਮਰਜ਼ੀ। ਉਹ ਫਿਰ ਉਹੀ ਗੱਲ ਹੈ ਨਾ ਵੀ ਜਦੋਂ ਅੱਖਾਂ ਮੀਟ ਕੇ ਆਪਾਂ ਕਹੀ ਜੇ ਕਬੂਤਰ ਅੱਖਾਂ ਮੀਟ ਲੈ ਕਵੇ ਬਿੱਲੀ ਆਈ ਨਹੀਂ ਇੱਥੇ, ਹੁਣ ਉਹਦੀ ਵੀ ਗੱਲ ਸੱਚੀ ਆ, ਸਾਡੀ ਵੀ ਸੱਚੀ, ਤੁਹਾਡੀ ਵੀ ਸੱਚੀ ਹੋ ਸਕਦੀ। ਅਸੀਂ ਖਤਰਾ ਵੇਖ ਕੇ ਨਹੀਂ ਕਹਿੰਦੇ ਖਤਰਾ ਹੈ ਨਹੀਂ। ਚੀਫ ਮਿਨਿਸਟਰ ਸਾਹਿਬ ਕਹਿੰਦੇ ਆ ਤੁਹਾਨੂੰ ਪਾਕਿਸਤਾਨ ਤੋਂ ਫੰਡਿੰਗ ਆ ਰਹੀ ਹੈ। ਪਾਕਿਸਤਾਨ ਨੂੰ ਸਭ ਫੰਡਿੰਗ ਦੀ ਲੋੜ ਹੋਵੇ, ਉਹਨਾਂ ਦੀ ਇਕਨੋਮਿਕਲ ਹਾਲਤ ਇਦਾਂ ਦੀ ਬਣ ਚੁੱਕੀ ਹੈ, ਇਨਫਲੇਸ਼ਨ ਦੂਜੀ ਤੀਜੀ ਹਰ ਚੀਜ਼ ਉੱਥੇ ਹੋ ਗਈ। ਸਾਡੇ ਨਾਲ ਇੱਕ ਫੈਨੋਮੀਨਾ ਰਿਹਾ ਵੀ ਜਦੋਂ ਕੋਈ ਬੰਦੇ ਦੇ ਨਾਲ ਆਪਾਂ ਕੋਈ ਵਿਰੋਧ ਧੱਪ ਕਰਨੀ ਹੋਵੇ ਤੇ ਉਹਨੂੰ ਫਲਾਣੇ ਨਾਲ ਜੋੜ ਦਿਓ। ਪਹਿਲਾਂ ਸੰਤ ਭੰਡਾਰਾਂ ਨੂੰ ਕਹਿਣਾ ਕਾਂਗਰਸ ਦੇ ਏਜੰਟ ਹੈ, ਅੱਜ ਤੱਕ ਕਈ ਬੰਦੇ ਕਹੀ ਜਾਂਦੇ। ਹੁਣ ਉਸ ਤੋਂ ਬਾਅਦ ਦੀਪ ਸਿੱਧੂ ਨੂੰ BJP ਦਾ ਏਜੰਟ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਸਾਨੂੰ ਪਾਕਿਸਤਾਨ ਨਾਲ ਜੋੜ ਦੇਣਗੇ ਚੀਫ ਮਿਨਿਸਟਰ, ਦੂਜੇ ਕਹਿਣਗੇ ਵੀ ਆਮ ਆਦਮੀ ਪਾਰਟੀ, ਤੁਸੀਂ ਵੀ ਕਹਤਾ ਫਿਕਸਡ ਮੈਚ ਸੀ ਸਾਰਾ, ਹੈ ਨਾ? ਤੁਹਾਨੂੰ ਲੱਗਦਾ ਹੋਊ ਭਾਨੀ ਸਾਨੂੰ ਕਿਹਨੇ ਸਪਾਂਸਰ ਕਰ ਦਿੱਤਾ ਹੈ? ਜਿਹੜੀ ਪੰਜਾਬ ਦੀਆਂ ਬਾਕੀ ਕਾਂਗਰਸ ਕਹੂਗੀ ਇਹ BJP ਵੱਲੋਂ ਪਲਾਂਟਡ ਕੀਤਾ ਬੰਦਾ। ਪਹਿਲਾਂ ਇਹ ਕਨਕਲੂਜਨ ਤੇ ਸਾਰੇ ਬੈਠੋ, ਸਾਰੇ ਨਹੀਂ, ਅਸੀਂ ਤਾਂ ਤੁਹਾਨੂੰ ਹੀ ਪੁੱਛ ਰਹੇ ਸੀ ਤਾਂ ਹੀ ਕਿ ਜੀ ਇਹ ਹੈ ਫਿਕਸਡ ਮੈਚ ਹੈ ਨਹੀਂ ਹੈ। ਅਸੀਂ ਤਾਂ ਤੁਹਾਨੂੰ ਪੁੱਛ ਰਹੇ ਹਾਂ। ਕੋਈ ਕਿਸੇ ਨਾਲ ਫਿਕਸ ਮੈਚ ਨਹੀਂ ਹੁੰਦਾ, ਨਾ ਇਥੋਂ ਦੀ ਸਰਕਾਰ ਨਾਲ, ਨਾ ਸੈਂਟਰ ਦੀ ਸਰਕਾਰ ਨਾਲ, ਪੰਜਾਬ ਤੋਂ, ਨਾ ਹਿੰਦੁਸਤਾਨ ਦੀ ਬਾਹਰੋਂ ਕਿਸੇ ਸਰਕਾਰ ਨਾਲ। ਅਸੀਂ ਪੰਥ ਪ੍ਰਸਤ ਹਾਂ, ਪੰਥ ਪ੍ਰਸਤੀ ਤੇ ਚੱਲਦੇ ਹਾਂ। ਸਾਨੂੰ ਤੀਜੇ ਬੰਦੇ ਦੇ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਅਸੀਂ ਕਿਹਦੇ ਬੰਦੇ ਹਾਂ? ਗੁਰੂ ਦੇ ਬੰਦੇ ਹੋ ਸਕਦੇ ਹਾਂ। ਗੁਰੂ ਤੋਂ ਬਾਹਰ ਜਾ ਕੇ ਕਿਸੇ ਦੀ ਗੱਲ ਮੰਨੀਏ ਸੁਣੀਏ ਫਿਰ ਦੋਸ਼ੀ ਹੋਵਾਂਗੇ। ਤੁਹਾਨੂੰ ਅਗਰ ਮੰਨ ਲਓ ਪਰਚਾ ਦਰਜ ਕਰਦੇ ਆ, ਤੁਸੀਂ ਉਸ ਦਿਨ ਮੈਂ ਦਰਬਾਰ ਸਾਹਿਬ ਤੋਂ ਸੁਣ ਰਿਹਾ ਸੀ, ਕਹਿ ਰਹੇ ਸੀਗੇ ਤੁਸੀਂ ਹੈਰੀਟੇਜ ਸਟਰੀਟ 'ਚ ਜਾਂਦੇ ਹੋਏ ਵੀ DGP ਢੰਗ ਦੀ ਗੱਲ ਕਰੇ, ਅਗਰ ਫਿਰ ਦੁਬਾਰਾ ਪਰਚਾ ਦਰਜ ਕੀਤਾ ਤਾਂ ਮੈਂ ਫੇਰ ਆਊਂਗਾ। ਪਹਿਲਾਂ ਇਨੋਸੈਂਟ ਬੰਦੇ ਤੇ ਪਰਚਾ ਦਰਜ ਹੋਇਆ ਨਾ, ਉਹਦੇ ਕਨਸੀਕੁਐਂਸਸ ਵਜੋਂ ਜੋ ਕੁਝ ਵਾਪਰਿਆ, ਹੁਣ ਉੱਥੇ ਫਿਰ 20-25 ਬੰਦੇ ਦੇ ਪਰਚੇ ਦਰਜ ਹੋਣਗੇ ਤੇ ਕੀ ਅਸੀਂ ਫਿਰ ਮਤਲਬ ਉਹਨਾਂ ਨੌਜਵਾਨਾਂ ਨੂੰ ਜੇਲ੍ਹਾਂ ਸਣ ਦੇਵਾਂਗੇ? ਤੁਸੀਂ ਮੈਨੂੰ ਦੱਸੋ, ਨੌਜਵਾਨਾਂ ਨੂੰ ਜੇਲ੍ਹਾਂ ਸਣਨਾ ਚਾਹੀਦਾ? ਤੁਸੀਂ ਫਿਰ ਪ੍ਰੋਟੈਸਟ ਕਰੋਗੇ? ਪਸੰਦ ਕਰਨੇ ਪਊਗਾ ਪ੍ਰੋਟੈਸਟ। ਗੁਰੂ ਸਾਹਿਬ ਨੂੰ ਨਾਲ ਲੈ ਕੇ ਜਾਓਗੇ? ਅਸੀਂ ਬਹੀਰ ਲੈ ਕੇ ਹਰ ਥਾਂ ਤੇ ਜਾਂਦੇ ਆ। ਉਹ ਮੌਕੇ ਦੇ ਉੱਤੇ 5 ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਫੈਸਲਾ ਕਰਾਂਗੇ ਵੀ ਅਸੀਂ ਕੀ ਕਰਨਾ ਹੈ, ਪ੍ਰੋਟੈਸਟ ਕਰਨਾ ਹੈ, ਕਿੱਦਾਂ ਕਰਨਾ, ਕਿਵੇਂ ਨਹੀਂ ਕਰਨਾ, ਇਹ ਭਵਿੱਖ ਦਾ ਫੈਸਲਾ। ਪਰਚੇ ਕਰਨੇ ਉਹਨਾਂ ਨੇ ਕਿ ਨਹੀਂ ਕਰਨੇ ਵੀ ਭਵਿੱਖ ਦਾ ਫੈਸਲਾ। पलक झपकाओ अनएक्सपेक्टेड जरूरतों के लिए टाटा कैपिटल पर्सनल लोन पाओ। नागालैंड सरकार डियर होली बम्पर 2023। पहला इनाम 2.5 करोड़ गारंटीड, दूजा इनाम 1 करोड़, तीजा इनाम 1 करोड़ ਤੇ ਹੋਰ ਬਹੁਤ ਸਾਰੇ ਇਨਾਮ। ਟਿਕਟ ਦੀ ਕੀਮਤ 500 ਰੁਪਏ। ਡਰਾ 11 ਮਾਰਚ ਨੂੰ। ਪਹਿਲਾ ਇਨਾਮ ਵਿਕਿਆ ਹੋਈਆਂ ਟਿਕਟਾਂ ਵਿੱਚੋਂ। ਕੁਸ਼ੰਕ ਗੋਇਲ ਨੇ ਡੀਅਰ ਕ੍ਰਿਸਮਸ ਨਿਊ ਈਅਰ ਬੰਪਰ 2023 ਵਿੱਚ 2.5 ਕਰੋੜ ਜਿੱਤੇ ਸੀ। ਕੀ ਤੁਸੀਂ ਹੋ ਇਸ ਵਾਰ ਦੇ ਕਰੋੜਪਤੀ? एक्सरसाइज से भी जरूरी क्या है जानते हो? क्या? सेहतमंद खाना। मैं सिर्फ राघव भोग आटे की रोटी खाता हूँ। और क्या चटपटा है राजेश मसाला, ट्राई करिए। टेस्ट मस्त, जबरदस्त। राजेश राघव भोग चक्की आटा फ्रॉम मेकर्स ऑफ राजेश मसाले। ਕਾਇਦਾ ਕਾਨੂੰਨ ਤੁਹਾਨੂੰ ਵੀ ਪਤਾ, ਤੁਹਾਨੂੰ ਲੱਗਦਾ ਹੈ ਕਿ ਉਹ ਪਰਚਾ ਦਰਜ ਨਹੀਂ ਹੋਊਗਾ ਜੋ ਅਜਨਾਲੇ ਥਾਣੇ 'ਚ ਹੋਇਆ? 5 ਘੰਟੇ ਤੁਸੀਂ ਕਬਜ਼ਾ ਰੱਖਿਆ ਹੀ ਹੈ। ਕਬਜ਼ਾ ਤਾਂ ਕੋਈ ਨਹੀਂ, ਪੁਲਿਸ ਨੇ ਤਾਂ ਕਿਤੇ ਨਹੀਂ ਕਿਹਾ ਸਾਡੇ ਕਬਜ਼ਾ। ਅਸੀਂ ਤੇ ਲਾਈਵ ਦੇਖਿਆ, ਤੁਸੀਂ ਇੱਕ ਤਰ੍ਹਾਂ ਨਾਲ ਤੁਹਾਡਾ ਇੱਕ ਪੂਰੀ ਭੀੜ ਉੱਥੇ ਅੰਦਰ ਸੀਗੀ, ਸੰਗਤ ਨੂੰ ਭੀੜ ਕਹਿਣਾ ਵੀ ਇੱਕ ਗਲਤ ਗੱਲ ਹੈ। ਨਹੀਂ, ਜਦੋਂ ਤੱਕ ਤੇ ਸੰਗਤ ਗੁਰੂ ਮਹਾਰਾਜ ਨਾਲ ਹੈ, ਗੁਰੂ ਮਹਾਰਾਜ ਵੀ ਥਾਣੇ ਦੇ ਵਿੱਚ ਨਾਲ ਹੀ ਸੀ, ਸੰਗਤ ਦਫ਼ਤਰ ਦੇ ਅੰਦਰ ਨਹੀਂ ਵੜੀ, ਠੀਕ ਹੈ?
ਸੰਗਤ 'ਚ ਕੋਈ ਬੰਦਾ ਦਫ਼ਤਰ 'ਚ ਨਜ਼ਰ ਨਹੀਂ ਵੜਿਆ। ਸਾਡੇ ਸਿਰਫ 10 ਨੁਮਾਇੰਦੇ ਬੰਦੇ, ਜਿਹੜੀ 10 ਤੋਂ 12 ਬੰਦੇ, ਉਹ ਅਸੀਂ ਅੰਦਰ ਗਏ ਸੀ। ਅਫਸਰਾਂ ਨਾਲ ਗੱਲਬਾਤ ਹੋਈ ਹੈ। ਪਿਛਲੇ ਗਲਿਆਰੇ 'ਚ ਕੋਈ ਸੰਗਤ ਨਹੀਂ ਗਈ। ਸੰਗਤ ਮਹਾਰਾਜ ਦੀ ਹਜ਼ੂਰੀ 'ਚ ਬੈਠੀ ਰਹੀ ਹੈ। ਸੰਗਤ ਤੇ ਭੀੜ ਬਣ ਕੇ ਦਿਖਾਇਆ ਨਹੀਂ ਸੰਗਤ ਨੇ ਕਦੀ ਵੀ ਕਿਸੇ ਨੂੰ। ਉਸ ਤੋਂ ਬਾਅਦ ਜਦੋਂ ਸਾਰਾ ਮਸਲਾ ਹੱਲ ਹੋ ਗਿਆ, ਫਿਰ ਕਬਜ਼ਾ ਛੱਡ ਕੇ ਦਿੱਤਾ ਸੀ ਥਾਣੇ ਦਾ। ਅੰਦਰ ਦੀਵਾਰਾਂ ਵਗੈਰਾ ਤੇ ਖੜੇ ਸੀ, ਨਹੀਂ ਉਹ ਤੇ ਸੰਗਤ ਜ਼ਿਆਦਾ ਹੋਣ ਕਰਕੇ ਉੱਪਰ ਬੈਠ ਗਈ ਸੰਗਤ। ਉਹ ਵੀ ਉਹਨਾਂ ਨੂੰ ਜਦੋਂ ਕਿਹਾ ਵੀ ਮਹਾਰਾਜ ਦਾ ਪ੍ਰਕਾਸ਼ ਆਪ ਥੱਲੇ ਬੈਠ ਕੇ ਥੱਲੇ ਆਣ ਕੇ ਬਹਿ ਗਏ। ਉਸ ਵੇਲੇ ਇਹ ਵੀ ਸਪੀਕਰ 'ਚ ਅਨਾਉਂਸਮੈਂਟ ਹੋਈ ਸੀ ਤੇ ਦੱਸਣਾ ਸੀ ਉੱਥੇ। ਨਹੀਂ ਅਜੇ ਤਾਂ ਦਿਖਾ ਰਹੇ ਸੀ ਸਾਰਾ ਹੀ, ਕੈਮਰੇ ਆਨ ਸੀ, ਜੋ ਦਿਖ ਰਿਹਾ ਸੀ ਕੈਮਰਾ ਝੂਠ ਥੋੜਾ ਬੋਲਦਾ। ਮੈਂ ਕਹਿ ਰਿਹਾ ਨਾ ਤੁਹਾਨੂੰ, ਉਹਦੇ ਵਿੱਚ ਕਬਜ਼ੇ ਵਾਲੀ ਤਾਂ ਕੋਈ ਗੱਲ ਹੀ ਨਹੀਂ। ਨੈਗੋਸ਼ੀਏਸ਼ਨ ਕਬਜ਼ੇ ਕਰਕੇ ਹੁੰਦੀ ਹੈ, ਜਾਂ ਤੇ ਕਬਜ਼ਾ ਤੇ ਤਾਂ ਮੰਨਦੇ ਜੇ ਅਸੀਂ ਜੇਲ੍ਹ 'ਚੋਂ ਬੰਦਾ ਆਪ ਕਬਜ਼ੇ ਨਾਲ ਧੱਕੇ ਨਾਲ ਕੱਢ 5 ਘੰਟਿਆਂ 'ਚ ਕੋਈ ਫਿਰ 24 ਘੰਟੇ ਦਾ ਟਾਈਮ ਦਿੱਤਾ ਉਹਨਾਂ ਨੇ। ਕੋਈ ਥਾਣੇ 'ਚ ਕੰਮ ਹੋਇਆ? ਸਾਰੇ ਕੰਮ ਹੁੰਦੇ ਰਹੇ ਪਿੱਛੇ। ਕਿਥੇ ਨਹੀਂ ਹੋ ਰਿਹਾ ਸੀ ਅੰਮ੍ਰਿਤਪਾਲ ਜੀ? ਦੇਖੋ ਉਦੋਂ ਪਿੱਛੇ ਜਿਹੜੇ ਕੰਮ ਹੋਏ, ਜੇ ਪੁਲਿਸ ਵਾਲੇ ਕਹਿਣ, ਅਸੀਂ ਪੁਲਿਸ ਵਾਲਿਆਂ ਨੂੰ ਇਹ ਵੀ ਕਿਹਾ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਜਾਣ ਆਉਣ 'ਚ ਕਿਤੇ ਬਾਹਰ, ਤੁਹਾਡੇ ਨਾਲ ਕੋਈ ਨਹੀਂ ਬੰਦੇ ਇਹੋ ਜਿਹੀ ਪ੍ਰੋਬਲਮ ਨਹੀਂ ਦਿੱਤੀ। ਸਾਡੇ ਆਪਣੇ ਭਰਾ ਨੇ ਇਹੋ ਜਿਹੀ ਕੋਈ ਤੰਗੀ ਨਹੀਂ ਦਿੱਤੀ ਉਹਨਾਂ ਨੂੰ। ਪ੍ਰੋਬਲਮ ਇਹ ਹੈ ਵੀ ਜਦੋਂ ਸਾਡੇ ਨਾਲ ਏਡਾ ਧੱਕਾ ਹੋ ਰਿਹਾ ਤੇ ਪੁਲਿਸ ਨੂੰ ਵੀ ਸਮਝਣਾ ਚਾਹੀਦਾ ਨਾ। ਉਸ ਤੋਂ ਬਾਅਦ ਅਸੀਂ ਜਦੋਂ ਥਾਣੇ 'ਚੋਂ ਗਏ ਆ, ਮਹਾਰਾਜ ਦਾ ਅਸੀਂ ਸੋਕਾਸਨ ਕੀਤਾ ਗੁਰੂ ਘਰ ਦੇ ਵਿੱਚ, ਉਦੋਂ ਸਾਰੀ ਸੰਗਤ ਨਾਲ ਲੈ ਕੇ ਗਏ ਆ। ਮੀਡੀਆ ਤੇ ਉਦੋਂ ਦੀਆਂ ਵੀਡੀਓ ਚਲਾਈ ਜਾਂਦਾ ਵੀ ਅੰਮ੍ਰਿਤਪਾਲ ਸਿੰਘ ਪਾਲਕੇ ਦੇ ਪਿੱਛੇ ਤੁਰਿਆ ਫਿਰਦਾ ਸੀ। ਫਿਰ ਅਸੀਂ ਥਾਣਾ ਛੱਡਣਾ ਕਿਉਂ ਸੀ? 24 ਘੰਟੇ ਦਾ ਟਾਈਮ ਦਿੱਤਾ ਨਾ ਉਹਨਾਂ ਨੇ ਸਾਨੂੰ। 24 ਘੰਟੇ ਦਾ ਟਾਈਮ ਦੇ ਕੇ ਅਸੀਂ ਥਾਣਾ ਛੱਡ ਕੇ ਚਲ ਗਏ। ਜੇ ਕਬਜ਼ਾ ਹੁੰਦਾ ਛੱਡਦਾ ਕੋਈ? ਅੰਮ੍ਰਿਤਪਾਲ ਜੀ ਆਪਾਂ ਨੂੰ ਕੋਈ ਅਫਸੋਸ ਨਹੀਂ ਜੋ ਅਜਨਾਲਾ 'ਚ ਹੋਇਆ ਉਹਦਾ। ਮੈਂ ਕਹਿੰਦਾ ਵੀ ਜੇ ਕਿਸੇ ਦੇ ਸੱਟ ਲੱਗਦੀ ਆ ਨਾ, ਕਿਸੇ ਵੀ ਬੰਦੇ ਦੇ ਲੱਗਦੀ, ਤੇ ਮੈਨੂੰ ਉਸ ਦੀ ਗੱਲ ਦੀ ਖੁਸ਼ੀ ਨਹੀਂ ਹੁੰਦੀ। ਅਫਸੋਸ ਹੋਣਾ ਤਾਂ ਵੱਖਰਾ ਵਿਸ਼ਾ ਹੈ, ਪਰ ਮੈਂ ਇਹ ਗੱਲ ਕਹਿਣਾ ਵੀ ਜਦੋਂ ਸਾਡਾ ਬੰਦਾ ਜਦੋਂ ਜੇਲ੍ਹ 'ਚ ਇਨੋਸੈਂਟ ਗਿਆ ਸੀ 5 ਦਿਨ, ਕਿਸੇ ਨੂੰ ਅਫਸੋਸ ਹੋਇਆ? ਜਦੋਂ ਸਾਡੇ ਬੰਦੇ ਨੂੰ ਕੁੱਟਿਆ ਮਾਰਿਆ ਗਿਆ ਸੀ ਸਟਾਫ 'ਚ, ਜਦੋਂ ਕਿਸੇ ਨੂੰ ਅਫਸੋਸ ਹੋਇਆ? ਉਹਦੇ ਪਰਿਵਾਰ 'ਚੋਂ ਅੱਧੇ ਬੰਦੇ ਡਿਪਰੈਸ਼ਨ ਚਲੇ ਗਏ, ਕਿਸੇ ਬੰਦੇ ਨੂੰ ਅਫਸੋਸ ਹੋਇਆ? ਉਹਦੀ ਜਿਹੜੀ ਧਰਮ ਪਤਨੀ ਹੈ, ਮੈਂ ਹੁਣ ਗੱਲ ਕਹਿਣਾ ਨਹੀਂ ਸੀ ਚਾਹੁੰਦਾ, ਉਹਦਾ ਸਾਨੂੰ ਸਾਈਕੈਟਰਿਸਟ ਕੋਲ ਇਲਾਜ ਕਰਾਉਣਾ ਪੈਣਾ। ਕਿਸੇ ਬੰਦੇ ਨੂੰ ਅਫਸੋਸ ਹੈ ਇਸ ਗੱਲ ਦਾ, ਕਿਉਂਕਿ ਉਹ ਸ਼ੌਕ 'ਚ ਚਲੀ ਗਈ, ਜਿਵੇਂ ਉਹਨੂੰ ਚੁੱਕ ਕੇ ਘਰੋਂ ਖੜਿਆ ਗਿਆ। ਕਿਸੇ ਬੰਦੇ ਨੂੰ ਅਫਸੋਸ ਹੋਇਆ ਨਾ ਗੱਲਾਂ ਦਾ? ਸਾਡੇ ਵਾਰੀ ਅਫਸੋਸ, ਸਾਡੇ ਹਜ਼ਾਰਾਂ ਪੁੱਤ ਮਾਰ ਦਿੱਤੇ, ਕਿਸੇ ਨੇ ਅਫਸੋਸ ਕੀਤਾ ਅਜੇ ਤੱਕ? ਮੈਂ ਗੱਲ ਕਹਿਣਾ ਅਫਸੋਸ ਦੋਵਾਂ ਤਰਫਾਂ ਦਾ। ਸਾਨੂੰ ਫਿਰ ਵੀ ਅਫਸੋਸ ਹੈ ਵੀ ਸਾਡੇ ਭਰਾ ਨੇ, ਪੁਲਿਸ ਵਾਲਿਆਂ ਨੂੰ ਮੈਂ ਤਾਈਓ ਬਾਰ-ਬਾਰ ਕਹਿਣਾ ਵੀ ਤੁਸੀਂ ਵੀ ਇਸੇ ਤੰਤਰ 'ਚ ਰਹਿਣਾ, ਤੁਸੀਂ ਇਸੇ ਪੰਜਾਬ ਲਈ ਜੀਂਦੇ ਜੋ। ਜੇ ਪੰਜਾਬ ਵੀ ਕਿਸੇ ਦੇ ਹੱਥ ਗਿਰਵੀ ਰੱਖਣਾ ਤੇ ਫਿਰ ਫਾਇਦਾ ਕੀ ਸਾਡੇ ਨੌਕਰੀ ਕਰਨ ਦਾ? ਲੱਗਦਾ ਹੈ ਕਿ ਪੰਜਾਬ ਪੁਲਿਸ ਦਾ ਮਨੋਬਲ ਤੁਹਾਡੀਆਂ ਗੱਲਾਂ ਸੁਣ ਕੇ ਡਾਊਨ ਹੋਏਗਾ ਤਾਂ ਇਹ ਚੰਗੀ ਉੱਚਾ ਹੋਊਗਾ। ਮੈਂ ਕਹਿੰਦਾ ਪੰਜਾਬ ਪੁਲਿਸ ਨੂੰ ਗੁਰੂ ਸਾਹਿਬ ਦੇ ਅਦਬ ਤੋਂ ਲੈ ਕੇ ਹਰ ਚੀਜ਼ ਜਿਹੜੀ ਆ ਨਾ, ਇਹ ਕਹਿੰਦੇ ਅਦਬ ਦੀ ਗੱਲ ਹੈ। ਅਦਬ ਦੀ ਜੇ ਗੱਲ ਹੋਵੇ ਨਾ ਤੇ ਜਿਹੜੇ ਬੇਅਦਬੀ ਦੇ ਦੋਸ਼ੀ ਫੜੇ ਜਾਂਦੇ ਉਹਨੂੰ ਸੋਧ ਦੇਣਾ ਚਾਹੀਦਾ ਪੰਜਾਬ ਪੁਲਿਸ ਵੱਲੋਂ। ਕਿਹੜੇ ਕਾਨੂੰਨ 'ਚ ਲਿਖਿਆ ਕਾਨੂੰਨ? ਤੇ ਫਿਰ ਜਿਹੜੇ ਸਾਡੇ ਮੁਕਾਬਲੇ ਬਣੇ ਉਹ ਕਿਹੜੇ ਕਾਨੂੰਨ 'ਚ ਲਿਖੇ ਸੀ? ਪੁਲਿਸ ਤੇ ਕਾਨੂੰਨ ਨਾਲ ਚੱਲੇਗੀ ਨਾ। ਤੇ ਫਿਰ ਕਾਨੂੰਨ ਦੇ ਨਾਲ ਤੇ ਜਿਹੜਾ ਸਾਡਾ ਇਨੋਸੈਂਟ ਬੰਦਾ ਛੱਡਿਆ ਗਿਆ, ਉਹ ਤੁਸੀਂ ਗੱਲ ਕਰੋ ਵੀ ਸਾਡੀ ਛੱਡਤਾ ਨਾ। ਜੇ ਮੰਨ ਲਓ ਕਿਸੇ ਨੂੰ ਸੋਧ ਹੀ ਦਓਗੇ, ਜੇ ਕੱਲ ਨੂੰ ਪਤਾ ਲੱਗੇਗਾ ਕਿ ਇਹ ਬੰਦੇ ਦਾ ਕਸੂਰ ਨਹੀਂ ਦੂਜੇ ਦਾ ਕਸੂਰ ਸੀ, ਫਿਰ ਜਦੋਂ ਇਨੋਸੈਂਟ ਬੰਦਾ ਛੱਡਿਆ ਗਿਆ ਫਿਰ ਤੇ ਬਹਿਸ ਖਤਮ ਹੋ ਜਾਣੀ ਚਾਹੀਦੀ ਇਸ ਮਸਲੇ। ਤੁਹਾਨੂੰ ਜਿਨ੍ਹਾਂ ਪੁਲਿਸ ਵਾਲਿਆਂ ਨੇ ਉਹਨੂੰ ਅਰੈਸਟ ਕੀਤਾ ਸੀ, ਤੁਹਾਨੂੰ ਤੇ ਉਹਨਾਂ ਦੇ ਖਿਲਾਫ ਜਾਣਾ ਚਾਹੀਦਾ ਕੋਰਟ ਕਚਹਿਰੀ। ਪੁਲਿਸ ਵਾਲਿਆਂ ਦੇ ਨਾਲ ਅਸੀਂ ਇਸ ਤਰੀਕੇ ਨਾਲ ਸਹਿਮਤੀ ਪ੍ਰਗਟ ਕਰਦੇ ਹਾਂ ਵੀ ਦੇਖੋ ਤੁਹਾਡੇ ਤੇ ਪੋਲੀਟੀਕਲ ਪ੍ਰੈਸ਼ਰ ਜ਼ਰੂਰ ਸੀ, ਪਰ ਅੱਗੇ ਤੋਂ ਆਣ ਕੇ ਪੋਲੀਟੀਕਲ ਪ੍ਰੈਸ਼ਰ 'ਚ ਤੁਸੀਂ ਆਪਣਾ ਕੰਮ ਨਾ ਗਲਤ ਕਰਿਆ ਕਰੋ। ਇਹ ਤੁਹਾਨੂੰ ਵੀ ਕਹਿਣਾ ਚਾਹੀਦਾ ਵੀ ਪੋਲਿਟਿਕਸ ਜਿਹੜੀ ਹੈ ਉਹ ਤੇ 5 ਸਾਲ ਹੀ ਬਦਲ ਜੂਗੀ। ਪੁਲਿਸ ਨੇ ਤੇ ਉਹ ਰਹਿਣਾ ਨਾ, ਹੱਦੋਂ ਹੱਦ ਐਸਐਚਓ ਇੱਥੋਂ ਬਦਲ ਕੇ ਉੱਥੇ ਚੱਲ ਜੂਗਾ, ਕਿਤੇ ਐਸਐਸਪੀ ਹੋਰ ਕਿਤੇ ਚੱਲ ਜੂਗਾ, ਆਈਜੀ ਬਦਲ ਜੂਗਾ। ਸੋ ਕੀ ਪੁਲਿਸ ਨੂੰ ਪੋਲੀਟੀਕਲ ਪ੍ਰੈਸ਼ਰ 'ਚ ਆਉਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਸਵਾਲ ਇੱਥੇ ਹੋਣਾ ਚਾਹੀਦਾ ਕਿ ਸਾਡੀ ਪੁਲਿਸਿੰਗ 1947 ਤੋਂ ਬਾਅਦ ਕਲੋਨੀਅਲ ਜਿਹੜੀ ਪ੍ਰੈਕਟਿਸ ਆ ਉਹ ਬੰਦ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਕੀ ਸਾਡੀ ਪੁਲਿਸ ਨੂੰ ਬੰਦਿਆਂ ਨੂੰ ਚੁੱਕਣਾ, ਅਬਡਕਟ ਕਰਨਾ ਜਾਂ ਬੰਦਿਆਂ ਦੀ ਇੰਟਰੋਗੇਸ਼ਨ ਕਰਨ ਦੇ ਤਰੀਕਿਆਂ 'ਚ ਬਦਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਕੀ ਸਾਡੀ ਪੁਲਿਸ ਨੂੰ ਜਦੋਂ ਬੇਅਦਬੀ ਦੇ ਕੇਸ ਵਾਪਰਦੇ ਆ ਉਦੋਂ ਬੰਦਿਆਂ ਦੇ ਉੱਤੇ ਡਿਟੇਲ ਕਿਉਂ ਹੁੰਦੀ ਹੈ? ਨਹੀਂ, ਬੇਅਦਬੀ ਲਈ ਤਾਂ ਹੋਰ ਸਖਤ ਸਜ਼ਾ ਕਰਨ ਦੀ ਗੱਲ ਚੱਲ ਰਹੀ ਹੈ ਨਾ। ਇਸੇ ਪਿਛਲੀ ਪਾਰਲੀਮੈਂਟ 'ਚ ਉੱਠਿਆ ਹੈ ਕਿ ਇਹ ਸਜ਼ਾ ਹੋਰ ਸਖਤ ਕੀਤੀ ਜਾਵੇ। ਆ ਤੇ ਕਦੋਂ ਕਰਨੀ ਹੈ? ਜਦੋਂ ਹੋ ਜੂਗੀ ਉਦੋਂ ਸਾਨੂੰ ਦੱਸ ਦਿਓ। ਤੁਸੀਂ ਤੇ ਸ਼ਾਮ ਨੂੰ ਸਿਸਟਮ ਬਦਲਣਾ ਚਾਹੁੰਦੇ ਹੋ, ਇਦਾਂ ਥੋੜਾ ਹੁੰਦਾ। ਮੈਂ ਸ਼ਾਮ ਨੂੰ ਬਦਲਣਾ ਚਾਹੁੰਦਾ ਜਿਸ ਤਰ੍ਹਾਂ ਥੋੜਾ। ਅੱਛਾ 6 ਸਾਲ ਹੋ ਗਏ, 7 ਸਾਲ ਹੋ ਗਏ, ਸ਼ਾਮ ਹੀ ਜਿੱਥੇ 10 ਸਾਲ ਰਹਿ ਕੇ ਆਏ ਹੋ ਉੱਥੇ ਵੀ ਤਾਂ ਸੁਲਤਾਨ ਹੀ ਕਰਾਉਂਦਾ ਜੋ ਚਾਹੁੰਦਾ ਹੈ। ਉੱਥੇ ਇੰਜਸਟਿਸ ਨਹੀਂ ਹੁੰਦਾ ਕਿਸੇ ਨਾਲ। ਮੈਂ ਕਹਿੰਦਾ ਕਿ ਇੰਨੀ ਕਿ ਉੱਥੇ ਹਿੰਮਤ ਹੀ ਨਹੀਂ ਕਰ ਸਕਦਾ ਕੋਈ। ਉੱਥੇ ਬਹੁਤ ਕੁਝ ਹੁੰਦਾ ਹੈ, ਉੱਥੇ ਇੰਜਸਟਿਸ ਹੀ ਨਹੀਂ ਹੁੰਦਾ ਕਿਸੇ ਨਾਲ। ਉੱਥੇ ਇਨੋਸੈਂਟ ਬੰਦਾ ਚੱਕ ਕੇ ਜੇਲ੍ਹ 'ਚ ਨਹੀਂ ਡੱਕਦੇ ਅਗਲੇ। ਉੱਥੇ ਤੇ ਸਖਤ ਇੰਨੀ ਸਜ਼ਾ ਹੈ, ਫਾਈਨ ਤੇ ਮਤਲਬ ਉਹ ਫਿਰ ਸਾਡਾ ਮੁਲਕ ਨਹੀਂ ਨਾ। ਜੇ ਸਖਤ ਸਜ਼ਾ ਹੈ ਅਸੀਂ ਉੱਥੇ ਕੰਮ ਕਰਨ ਜਾਂਦੇ ਆ। ਜੇ ਉਹੋ ਹੀ ਸਾਡਾ ਮੁਲਕ ਹੋਵੇ, ਪੰਜਾਬ ਨਾ ਹੋਵੇ ਸਾਡਾ ਦੇਸ਼, ਤੇ ਅਸੀਂ ਜੇ ਪੰਜਾਬ ਸਾਡੇ ਯੂਰਪੀਅਨ ਕੰਮ ਕਰਨ ਆਉਂਦੇ ਸੀ, ਅੱਜ ਸਾਡੀ ਦਸ਼ਾ ਇਹ ਕਰਦੀ ਸਾਨੂੰ ਅਰਬ ਕੰਟਰੀਆਂ 'ਚ ਕੰਮ ਕਰਨ ਜਾਣਾ ਪੈਂਦਾ। ਅਸੀਂ ਰਹਿ ਰਹੇ ਹਾਂ, ਅਸੀਂ ਇੱਥੇ ਹੀ ਕੰਮ ਕਰ ਰਹੇ ਹਾਂ। ਮੈਂ ਇਹ ਕਹਿ ਰਿਹਾ ਕਿ ਜੋ ਅਜਨਾਲਾ 'ਚ ਵਾਪਰਿਆ ਤੁਹਾਨੂੰ ਕੀ ਲੱਗਦਾ ਕਿ ਉਹ ਤੁਹਾਨੂੰ ਸੂਤ ਆਇਆ? ਨਾ ਸਾਨੂੰ ਸੂਤ ਆਵੇ, ਨਾ ਸਾਨੂੰ ਹੋਵੇ ਮਾੜਾ। ਜੇ ਸਾਡਾ ਇਨੋਸੈਂਟ ਬੰਦਾ ਚੱਕਿਆ ਜਾਂਦਾ ਹੈ ਤੇ ਪੰਥ ਨੂੰ ਇਕੱਠੇ ਹੋ ਕੇ ਇਦਾਂ ਹੀ ਕਰਨਾ ਚਾਹੀਦਾ, ਸੰਘਰਸ਼ ਕਰਨਾ ਚਾਹੀਦਾ। ਅੱਜ ਬੰਦੀ ਸਿੰਘਾਂ ਦਾ ਮੋਰਚਾ ਲੱਗਾ, ਉੱਥੇ ਵੀ ਦਿੱਲੀ ਪੁਲਿਸ, ਉੱਥੇ ਚੰਡੀਗੜ੍ਹ ਦੀ ਪੁਲਿਸ ਨਾਲ ਕਲੈਸ਼ ਹੋਇਆ ਸੀ ਨਾ? ਹੋਇਆ ਸੀ। ਤੇ ਉੱਥੇ ਕੀ ਕਹੋਗੇ, ਚੰਗਾ ਹੋਇਆ ਕਿ ਮਾੜਾ ਹੋਇਆ? ਚੰਡੀਗੜ੍ਹ ਪੁਲਿਸ ਨੇ ਕਿਹੜਾ ਲਾਠੀ ਚਾਰਜ ਕੀਤਾ? ਫਿਰ ਕਿਉਂ ਨਹੀਂ ਕੀਤਾ? ਚੰਡੀਗੜ੍ਹ ਪੁਲਿਸ ਦੇ ਹੀ 40 ਬੰਦੇ ਫੱਟੜ ਹੋਏ ਸੀ। ਤੇ ਫਿਰ ਉਦੋਂ ਤੇ ਆਪਾਂ ਰੌਲਾ ਨਹੀਂ ਪਾਇਆ, ਪੁਲਿਸ ਦਾ ਮਰਾਲ ਡਿੱਪਿਆ। ਅੱਜ ਹੀ ਡਿੱਗਣ ਦੀ ਲੋੜ? ਨਹੀਂ, ਉੱਥੇ ਵੀ ਰੌਲਾ ਪਿਆ, ਤੁਸੀਂ ਸੁਣਿਆ ਨਹੀਂ ਹੋਣਾ। ਨਹੀਂ, ਇੰਨਾ ਤੇ ਨਹੀਂ ਪਾਇਆ ਤੁਸੀਂ ਰੌਲਾ। ਨਹੀਂ ਤੁਸੀਂ ਕਿਹਦੀ ਇੰਟਰਵਿਊ ਕਰਨ ਗਏ ਉਦੋਂ? ਕਿਹਦੀ ਨਹੀਂ ਕੀਤੀ? ਉੱਥੇ ਟੀਵੀ ਥੋੜਾ ਦੇਖਦੇ ਹੋਣੇ। ਨਹੀਂ, ਮੈਂ ਘੱਟ ਵੇਖਣਾ ਟੀਵੀ, ਮੈਨੂੰ ਲੱਗ ਰਿਹਾ ਨਾ ਘੱਟ ਦੇਖਦੇ ਹੋਣੇ। ਮੈਂ ਇਸ ਤਾਂ ਕਰਕੇ ਕਹਿਣਾ, ਮੇਰੀ ਸਪਸ਼ਟ ਗੱਲ ਹੈ ਵੀ ਦੇਖੋ ਜੋ ਕੁਝ ਉੱਥੇ ਵਾਪਰਿਆ ਇਹਨੂੰ ਅਵੋਇਡ ਕੀਤਾ ਜਾ ਸਕਦਾ ਸੀ, ਪਰ ਕਿਹਦੇ ਵੱਲੋਂ, ਕਿਹਦੇ ਕੋਲ ਅਥਾਰਟੀ ਸੀ ਇਹਨੂੰ ਅਵੋਇਡ ਕਰਨ ਦੀ? ਅਸੀਂ ਤੇ ਇਹਨਾਂ ਨੂੰ ਰਿਕੁਐਸਟ ਕਰ ਰਹੇ ਸੀ ਵੀ ਲੁੱਕ ਇਨਟੂ ਦਿਸ। ਇਹ ਜਿਹੜੀ ਚੀਜ਼ ਹੈ, ਜਿਹੜਾ ਫਾਇਰ ਕਰਾਈ ਗਈ ਹੈ, ਸਾਡੇ ਨਾਲ ਕਿਸੇ ਦੀ ਪੁਰਾਣੀ ਰਾਇਵਦਾਰੀ ਹੋ ਸਕਦੀ ਹੈ। ਤੁਸੀਂ ਘੱਟੋ ਘੱਟ ਇੱਕ ਨੌਨ ਬੰਦਿਆਂ ਤੇ FIR ਕਰਨ ਤੋਂ ਪਹਿਲਾਂ ਦੀ ਇਨਵੈਸਟੀਗੇਸ਼ਨ ਕਰੋ। ਮੈਨੂੰ ਲੱਗਦਾ ਹੈ ਕਿ ਜਿਹੜਾ ਤੁਹਾਨੂੰ
ਪੁਲਿਸ ਨੇ ਪਹਿਲੀ ਵਾਰੀ ਤੁਸੀਂ ਉਹਨਾਂ ਨਾਲ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੀ ਗੱਲ ਸੁਣੋ, ਉਹ ਪੁਲਿਸ ਨੇ ਨਹੀਂ ਸੁਣੀ, ਤਾਂ ਤੁਸੀਂ ਆਪਣਾ ਸਟਰੈਂਥ ਸ਼ੋ ਕੀਤਾ। ਇੱਕ ਦਿਨ ਨੈਗੋਸ਼ੀਏਸ਼ਨ ਹੋਵੇ ਨਾ ਫਰਕ ਪੈਂਦਾ। 7 ਦਿਨ ਤੋਂ ਅਸੀਂ ਨੈਗੋਸ਼ੀਏਸ਼ਨ ਕਰ ਰਹੇ ਹਾਂ, ਪ੍ਰੈਸ ਕਾਨਫਰੰਸਸ ਕਰ ਰਹੇ ਹਾਂ, ਆਪਣੀ ਐਵੀਡੈਂਸ ਪੇਸ਼ ਕਰ ਰਹੇ ਹਾਂ ਵੀ ਆਹ ਗੱਲ ਹੈ, ਆਹ ਬਾਤ ਹੈ ਸਾਰੀ। ਜੇ ਸਾਡੇ ਦਿਲ 'ਚ ਕੋਈ ਚੋਰ ਹੋਵੇ ਤੇ ਜਦੋਂ ਪਹਿਲੇ ਦਿਨ ਕਾਲ ਕੀਤੀ ਜਾ ਤਾਂ ਉਦੋਂ ਵੀ ਸਕਦੇ ਸੀ। ਵੇਖੋ ABP ਸਾਂਝਾ ਪੰਜਾਬ ਦੇ ਸਾਰੇ ਵੱਡੇ ਪਲੇਟਫਾਰਮਸ ਤੇ। ਤੁਹਾਨੂੰ ਲੱਗਦਾ ਹੈ ਕਿ ਜਿਸ ਪ੍ਰਵਿਰਤੀ ਨਾਲ ਤੁਸੀਂ ਅੱਗੇ ਚੱਲ ਰਹੇ ਹੋ, ਇਸ ਪ੍ਰਵਿਰਤੀ ਨਾਲ ਇਹ ਸਭ ਚੀਜ਼ਾਂ ਪੰਜਾਬ ਹਾਸਲ ਕਰ ਲੇਗਾ ਜੋ ਤੁਸੀਂ ਗੱਲ ਕਰ ਰਹੇ ਨਹੀਂ, ਮੈਂ ਇਸ ਪ੍ਰਵਿਰਤੀ ਨਾਲ ਨਹੀਂ ਚੱਲ ਰਿਹਾ। ਮੈਂ 1 ਮਹੀਨਾ ਵੀ ਹੀਰ ਕੱਢੀ ਆ, 37 ਦਿਨ। 37 ਦਿਨ ਦੇ ਵਿੱਚ ਕੋਈ ਇਹ ਮੈਨੂੰ ਦੱਸਣ ਵੀ ਇੱਕ ਲਾਅ ਐਂਡ ਆਰਡਰ ਦੀ ਪ੍ਰੋਬਲਮ ਮੈਂ ਖੜੀ ਹੋਣ ਦਿੱਤੀ ਹੋਵੇ, ਟ੍ਰੈਫਿਕ ਦੀ ਵੀ ਸਮੱਸਿਆ ਖੜੀ ਹੋਣ ਦਿੱਤੀ ਹੋਵੇ ਕਿਸੇ ਤੇ ਤੁਹਾਨੂੰ ਵੀ ਕਿਸੇ ਨੇ ਮਾੜਾ ਨਹੀਂ ਮੰਨਦਾ? ਨਹੀਂ ਮਾੜਾ ਕਿਉਂ ਨਹੀਂ ਆਖਿਆ, ਮੈਨੂੰ ਤਾਂ ਸਾਰੇ ਹੀ ਮਾੜਾ ਕਹੀ ਜਾਂਦੇ ਨੇ। ਮੈਨੂੰ ਸਾਰੇ ਮੈਂ ਕਹਿੰਦਾ ਜਿਹੜੇ ਮੇਰੇ ਵਿਰੋਧੀ ਨੇ ਉਹਨਾਂ ਨੇ ਤਾਂ ਕਹਿ ਕਿਹਾ ਮੈਨੂੰ ਮਾੜਾ। ਅਸੀਂ ਇਹ ਸਭ ਗੱਲਾਂ ਕਰਕੇ ਕਿਤੇ ਆਪਣੀ ਯੂਥ ਪੀੜ੍ਹੀ ਨੂੰ ਅਸੀਂ ਦੂਜੇ ਪਾਸੇ ਤਾਂ ਨਹੀਂ ਲੈ ਜਾਾਂਗੇ? ਫਿਰ ਕਿਹੜਾ ਦੂਜਾ ਪਾਸਾ? ਯੂਥ ਪੀੜ੍ਹੀ ਸਾਡੀ ਚਿੱਟੇ 'ਚ ਫਸੀ ਪਈ ਹੈ, ਉਹਨੂੰ ਹੋਰ ਇਹ ਤੋਂ ਮਾੜੇ ਕਿਹੜੇ ਪਾਸੇ 'ਚ ਲੈ ਜਾਾਂਗੇ ਆਪਾਂ? ਦੱਸੋ ਮੈਨੂੰ। ਯੰਗ ਲੋਕਾਂ ਨੂੰ ਗੁੰਮਰਾਹ ਕਰਕੇ ਦੁਆਰਾ ਮਾਵਾਂ ਦੇ ਪੁੱਤ ਨਾ ਮਰਵਾ ਦਈਏ। ਜੇ ਉਹ ਚਾਹੁੰਦੇ ਨੇ ਵੀ ਯੰਗ ਲੋਕ ਗੁੰਮਰਾਹ ਨਾ ਹੋਣ ਤੇ ਉਹਨਾਂ ਨੂੰ ਸਿੱਖਾਂ ਦੇ ਮਸਲੇ ਹੱਲ ਕਰ ਦੇਣੇ ਚਾਹੀਦੇ ਨੇ। ਕੌਣ ਗੁੰਮਰਾਹ ਹੋ ਸਕਦਾ ਜੇ ਸਿੱਖਾਂ ਦਾ ਕੋਈ ਮਸਲਾ ਨਾ ਹੋਵੇ? ਹਰ ਮਸਲਾ ਗੱਲਬਾਤ ਨਾਲ ਹੱਲ ਹੁੰਦਾ ਹੈ, ਤੇ ਗੱਲਬਾਤ ਅਸੀਂ ਕਰਨ ਨੂੰ ਤਿਆਰ ਹਾਂ। ਹੁਣ ਜਿਹੜੇ ਉੱਥੇ ਬੰਦੀ ਸਿੰਘ ਵਾਲੇ ਮੋਰਚੇ ਤੇ ਬੈਠੇ ਨੂੰ ਗੱਲਬਾਤ ਨਹੀਂ ਕਰ ਰਹੇ, ਉਹਨਾਂ ਨੇ ਕਿਉਂ ਨਹੀਂ ਬੰਦੀ ਸਿੰਘ ਛੱਡੇ ਜਾ ਰਹੇ? ਕਦੋਂ ਛੱਡਣੇ ਆ? ਜਦੋਂ ਉੱਥੇ ਕੋਈ ਵਾਪਰ ਜਾਂਦਾ ਫਿਰ। ਬੰਦੀ ਸਿੰਘ ਕੋਈ ਮੇਰੇ ਜਾਂ ਤੁਹਾਡੇ ਕਹਿਣ ਦੇ ਇੱਕ ਤੇ ਬੰਦੇ ਤੇ ਨਹੀਂ ਛੱਡੇ। ਫਿਰ ਗੱਲਬਾਤ ਕਿਹਨੇ ਕਰਨੀ ਹੈ? ਸਰਕਾਰਾਂ ਗੱਲ ਕਰ ਤਾਂ ਰਹੀਆਂ। ਕਦੋਂ ਤੱਕ? ਉਦੋਂ ਤੱਕ ਉਹ ਜੇਲ੍ਹਾਂ 'ਚ ਮਰ ਜਾਣ। ਕੋਰਟ ਕਚਹਿਰੀ ਸਭ ਕੁਝ ਇਨਵੋਲਵ ਹੁੰਦਾ। ਹੁਣ ਤੁਹਾਡੇ ਪਿੰਡ ਦੇ ਗੁਰਦੀਪ ਹੋਣੀ ਆਏ ਆ ਛੁੱਟ ਕੇ, ਤੁਸੀਂ ਮਿਲੇ ਇਹਨਾਂ ਨੂੰ, ਗੱਲ ਕੀਤੀ ਤੁਸੀਂ? ਸਾਡੀ ਗੱਲਬਾਤ ਹੁੰਦੀ ਰਹਿੰਦੀ ਉਹਨਾਂ ਦੇ ਨਾਲ। ਉਹ ਦੁਖੀ ਹੈ, ਉਹਨਾਂ ਨੇ ਇਹ ਗੱਲ ਕਹੀ ਯਾਰ ਪੜਾਓ ਲਿਖਾਓ ਨਿਆਣਿਆਂ ਨੂੰ ਅੱਗੇ ਭੇਜੋ। ਇੱਕ ਬੰਦੇ ਦੇ ਵੱਲੋਂ ਇਹ ਗੱਲ ਕਹਿਣ ਨਾਲ ਮੂਵਮੈਂਟ ਖਤਮ ਹੋ ਜਾਂਦੀ ਹੈ। ਭਾਈ ਤਾਰਾ ਉਹਨਾਂ ਦਾ ਬਿਆਨ ਪੜਿਆ ਤੁਸੀਂ? ਭਾਈ ਹਵਾਰੀ ਦਾ ਬਿਆਨ ਪੜਿਆ? ਭਾਈ ਭਿਓਰੇ ਨੇ ਆਪਣੀ ਮਾਤਾ ਦੇ ਸੰਸਕਾਰ ਦੇ ਉੱਤੇ ਕੀ ਕਿਹਾ? ਜਗਤਾਰ ਸਿੰਘ ਹਵਾਰਾ ਤੁਹਾਡੇ ਨਾਲ ਖੜੇ ਆ ਸਾਰੇ ਜਣੇ? ਪੱਕੀ ਗੱਲ ਹੈ? ਪੱਕੀ ਗੱਲ। ਦੱਸੋ ਤੁਸੀਂ, ਉਹਨਾਂ ਨੂੰ ਪੁੱਛ ਲਓ ਜਾ ਕੇ। ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਸਾਡੇ ਨਾਲ ਖੜੇ ਆ। ਕੀ ਉਹ ਆਪਣੇ ਪੰਥਕ ਨਿਸ਼ਾਨੇ ਤੋਂ ਪਿੱਛੇ ਹਟ ਸਕਦੇ? ਨਹੀਂ ਹਟ ਸਕਦੇ। ਦੀਪ ਸਿੱਧੂ ਕਿੰਨੀ ਵਾਰੀ ਗਏ ਉਹਨਾਂ ਕੋਲ ਮਿਲਣ? ਉਹਨਾਂ ਨੂੰ ਉਹ ਇਦਾਂ ਨਹੀਂ ਮਿਲ ਸਕਦੇ ਕੋਈ ਉਹਨਾਂ ਨੂੰ। ਬੀਂਗਾ ਲਾਇਰ ਦੀਪ ਸਿੱਧੂ ਹੋ ਸਕਦਾ ਮਿਲ ਸਕਦੇ ਹੁਣ, ਪਰ ਇਦਾਂ ਆਮ ਬੰਦਾ ਉਹਨਾਂ ਨੂੰ ਨਹੀਂ ਵਿਜ਼ਿਟ ਕਰ ਸਕਦਾ। ਤੁਸੀਂ ਦੀਪ ਸਿੱਧੂ ਨੂੰ ਫੋਲੋ ਕਰਦੇ ਹੋ ਤਾਂ ਮੈਂ ਪੁੱਛ ਰਿਹਾ ਕਿ ਦੀਪ ਸਿੱਧੂ ਹੋਣੀ ਕਦੋਂ ਗਏ? ਇਹ ਟੈਕਨੀਕਲ ਗੱਲਾਂ ਹੁੰਦੀਆਂ। ਤੇ ਮੈਂ ਤੁਹਾਨੂੰ ਪੁੱਛੂੰਗਾ ਦੀਪ ਸਿੱਧੂ ਨੇ ਨੀਲੇ ਰੰਗ ਦੀ ਪੈਂਟ ਕਿਹੜੀ ਤਰੀਕ ਨੂੰ ਪਾਈ ਸੀ? ਦੋ ਜਵਾਬ ਮੈਨੂੰ। ਬੀਜੇਪੀ ਦਾ ਇਲਜ਼ਾਮ ਤਾਂ ਲੱਗਦਾ ਹੈ ਅੰਮ੍ਰਿਤਪਾਲ ਜੀ ਕਿਉਂਕਿ ਉਹ ਸਾਰੀ ਚੋਣ 'ਚ ਸਨੀ ਦਿਓਲ ਦੇ ਨਾਲ ਸੀ। ਸਨੀ ਦਿਓਲ ਦੇ ਨਾਲ ਸੀ, ਇਹ ਲੁਕੀ ਛੁਪੀ ਗੱਲ ਤੇ ਨਹੀਂ ਸੀ। ਉਹ ਮੇਰੀ ਗੱਲ ਉਹਨਾਂ ਨਾਲ ਹੋ ਗਈ ਸੀ, ਉਹ ਕਰਨ ਦੀ ਲੋੜ ਨਹੀਂ। ਤੇ ਬਸ ਗੱਲ ਖਤਮ ਹੈ। ਪਰ ਅੱਜ ਵੀ ਲਾਈ ਜਾਂਦੇ ਨੇ ਕਈ ਬੰਦੇ ਇਲਜ਼ਾਮ। ਗੱਲ ਤੇ ਇਹ ਹੈ ਵੀ ਉਹਦੇ ਮਰਨ ਦੇ ਪਿੱਛੋਂ ਵੀ ਕਈ ਬੰਦੇ ਇਲਜ਼ਾਮ ਲਾਈ ਜਾਂਦੇ ਜਿਨ੍ਹਾਂ ਲਾਈ ਜਾਣ। ਜਿਹੜੇ ਉਹਦੇ ਵਿਰੋਧੀ ਸੀ ਉਹ ਮੇਰੇ ਵਿਰੋਧੀ ਬਣੇ, ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ ਉਹਨਾਂ ਨੇ ਅੱਜ ਮੇਰਾ ਵਿਰੋਧ ਕੀਤਾ। ਤੁਹਾਨੂੰ ਵਿਰੋਧੀਆਂ ਤੋਂ ਡਰ ਲੱਗਦਾ ਹੈ? ਮੈਨੂੰ ਵਿਰੋਧੀਆਂ ਤੋਂ ਕੋਈ ਡਰ ਨਹੀਂ ਲੱਗਦਾ, ਪਰ ਮੈਨੂੰ ਇਹ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਵਿਰੋਧ ਕਰਨ ਦਾ ਪੈਮਾਨਾ ਇੰਨਾ ਨੀਵਾਂ ਚੱਲ ਜਾਂਦਾ ਹੈ ਵੀ ਬੰਦੇ ਆਰਗੂਮੈਂਟ ਦੇਣ ਦੀ ਬਜਾਏ, ਜਿਹੜੇ ਬੰਦੇ ਨੇ ਕਦੀ ਪੰਥ ਨੂੰ ਬਾਰੇ ਸੋਚਿਆ ਨਹੀਂ, ਜਿਹੜੇ ਬੰਦੇ ਨੂੰ ਧਰਮ ਦਾ ਊੜਾ ਨਹੀਂ ਪਤਾ, ਉਹ ਬੰਦਾ ਸਾਨੂੰ ਗਿਆਨ ਦਿੰਦਾ ਵੀ ਇੱਥੇ ਆ ਨਹੀਂ ਹੋਣਾ ਚਾਹੀਦਾ। ਇਹ ਪ੍ਰੋਬਲਮੈਟਿਕ ਗੱਲ। ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਹੈ। ਕਮੇਟੀ ਦਾ ਅਰਥ ਇਹ ਨਹੀਂ ਹੁੰਦਾ ਵੀ ਅਸੀਂ ਦੋਸ਼ੀ ਬਣ ਗਏ। ਕਮੇਟੀ ਦਾ ਅਰਥ ਇਹ ਹੁੰਦਾ ਵੀ ਕਮੇਟੀ ਨੇ ਸਾਡੇ ਨਾਲ ਗੱਲਬਾਤ, ਉਹ ਸਾਡੇ ਲਈ ਨਹੀਂ ਬਣੀ ਨਾਲੇ। ਲੇਕਿਨ ਤੁਸੀਂ ਉਸ ਮੁੱਦੇ ਤੇ ਬੋਲੋ ਨਾ ਹੱਲੇ। ਤੁਸੀਂ ਤਾਂ ਇਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਇੰਡੀਕੇਸ਼ਨ ਦੇ ਰਹੇ ਹੋ ਕਿ ਤੁਸੀਂ ਖਬਰਦਾਰ ਜੇ ਮੇਰੇ ਖਿਲਾਫ ਗੱਲ ਕੀਤੀ ਤਾਂ। ਮੈਂ ਹੀ ਸਮਰਪਿਤ ਕਿਹਾ ਅਕਾਲ ਤਖਤ ਸਾਹਿਬ ਨੂੰ। ਅਸੀਂ ਜੇ ਇਹ ਵੀ ਕਹਿ ਦਈਏ ਸਰ ਸਾਡੇ ਲਈ ਇਹੀ ਬੜੀ ਮਾੜੀ ਗੱਲ ਹੈ ਕਿ 550 ਸਾਲ ਬਾਅਦ ਅਗਰ ਇਹ ਕਮੇਟੀ ਬਣ ਰਹੀ ਹੈ ਕਿ ਉੱਥੇ ਜਾ ਸਕਦੇ ਸੀ ਗੁਰੂ ਸਾਹਿਬ ਜਾਂ ਨਹੀਂ। ਇਦਾਂ ਦੀ ਸਾਨੂੰ ਪਤਾ ਹੋਣਾ ਚਾਹੀਦਾ ਸੀ। ਬਣੀ ਕਮੇਟੀ ਬੀਇੰਗ ਅ ਕੋਰਟ ਆਫ ਸਿੱਖੀ, ਹਾਇਰ ਕੋਰਟ ਆਫ ਸਿੱਖੀ, ਅਥਾਰਟੀ ਆਫ ਸਿੱਖੀ, ਉਹਨਾਂ ਦਾ ਕੰਮ ਹੈ ਫਿਰ ਸਿੱਖਾਂ ਦੇ ਹਰ ਮਸਲੇ, ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡਾ ਕੇਸ ਜਿਹੜਾ ਉੱਥੇ ਜਾਂਦਾ ਹੈ, ਠੀਕ ਹੈ। ਔਰ ਬਿਨਾਂ ਕੇਸ ਜਾਇਆ ਵੀ ਸੁਮੋਟੋ ਨੋਟਿਸ ਲੈ ਕੇ ਉਹ ਕਮੇਟੀ ਬਣਾ ਸਕਦੇ। 550 ਸਾਲ 'ਚ ਸਾਨੂੰ ਪਤਾ ਹੋਣਾ ਚਾਹੀਦਾ ਸੀ। ਸਾਡਾ ਗੁਰੂ ਸਭ ਤੋਂ ਪਹਿਲਾਂ ਤੇ ਸਾਨੂੰ ਪਤਾ ਹੋਣਾ ਚਾਹੀਦਾ ਸੀ। ਸਾਡਾ ਗੁਰੂ ਸਾਡੀ ਜੰਗਾਂ 'ਚ ਵੀ ਗਵਾਹੀ ਕਰਦਾ ਰਿਹਾ। ਸਾਡਾ ਗੁਰੂ ਉੱਥੇ ਆਪਣੇ ਸਿੱਖ ਰੈਜੀਮੈਂਟਾਂ ਦੇ ਵਿੱਚ ਬਾਰਡਰ ਦੇ ਉੱਤੇ ਬਿਲਕੁਲ ਕਿੱਦਾਂ ਸੁਸ਼ੋਭਿਤ ਕੀਤਾ ਹੁੰਦਾ ਸੀ, ਤੁਹਾਨੂੰ ਉਹ ਮਰਿਆਦਾ ਵੀ ਪਤਾ ਹੋਈ। ਪਾਲਕੀ ਸਾਹਿਬ ਦੇ ਵਿੱਚ 5 ਪਿਆਰੇ ਬਕਾਇਦਾ ਤੌਰ ਤੇ ਪਾਲਕੀ ਸਾਹਿਬ ਦੇ ਵਿੱਚ ਸਾਰੀ ਮਰਿਆਦਾ, ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਸ਼ਸਤਰ ਸਜਾਏ, ਸਾਰਾ ਕੁਝ ਹੁੰਦਾ ਪਾਲਕੀ ਸਾਹਿਬ। ਪਰ ਗੁਰੂ ਸਾਹਿਬ ਦੇ ਵਿੱਚ ਜੋ ਬਾਕੀ ਕੁਝ ਹੋਇਆ ਨਾ, ਡਾਂਗ ਸੋਠੇ ਜਿੱਦਾਂ ਚੱਲੇ ਤੇ ਡਾਂਗਾ ਕਿੰਨੇ ਚਲਾਏ ਉਹ ਵੇਖੋ, ਠੀਕ ਹੈ ਨਾ। ਮੈਂ ਦੇਖ ਰਿਹਾ ਸੀ ਜੀ ਅੰਮ੍ਰਿਤਪਾਲ ਜੀ, ਮੈਂ ਦੇਖ ਰਿਹਾ। ਜਿਹਨੇ ਸ਼ੁਰੂ ਕੀਤਾ ਡਾਂਗ ਛੋਟਾ ਉਹਨਾਂ ਨੇ ਚਲਾਇਆ, ਅਸੀਂ ਨਹੀਂ ਚਲਾਇਆ। ਮੈਨੂੰ ਇਹ ਲੱਗਦਾ ਅੱਗੇ ਤੋਂ ਸਿੱਖੀਜ਼ਮ 'ਚ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਮੈਨੂੰ ਇਹ ਲੱਗਦਾ ਵੀ ਅੱਗੇ ਤੋਂ ਸਿੱਖੀਜ਼ਮ ਦੇ ਵਿੱਚ ਜਿਹੜੀ ਗੱਲ ਹੋਣੀ ਚਾਹੀਦੀ ਉਹ ਤੇ ਕਮੈਂਟ ਕਰਨ ਦਾ ਅਧਿਕਾਰ ਨੂੰ ਲੋਕਾਂ ਨੂੰ ਹੋਣਾ ਚਾਹੀਦਾ ਜਿਹੜੇ ਸਿੱਖੀ ਨੂੰ ਜਾਣਦੇ ਨੇ। ਪਰ ਤੁਹਾਡੇ ਤੋਂ ਇਲਾਵਾ ਕਿਸੇ ਨੂੰ ਹੈ ਹੀ ਨਹੀਂ ਗਿਆਨ। ਕਿਉਂ ਨਹੀਂ ਗਿਆਨ ਹੈਗਾ? ਸਾਰੇ ਬੰਦੇ ਜਿਨ੍ਹਾਂ ਨੇ ਹਮਾਇਤ ਕੀਤੀ ਹੈ, ਦੁਨੀਆ ਭਰ ਦੇ ਗੁਰਦੁਆਰਾ ਕਮੇਟੀਆਂ ਨੇ ਸਾਡੀ ਹਮਾਇਤ। ਤੁਸੀਂ ਆਪਣੇ ਤੋਂ ਇਲਾਵਾ ਮੰਨਦੇ ਹੀ ਨਹੀਂ ਕਿਸੇ ਨੂੰ ਵੀ ਫਲਾਣਾ ਬੰਦਾ ਕਹਿ ਰਿਹਾ ਠੀਕ ਗੱਲ ਕਹਿ ਰਿਹਾ। ਹੁਣ ਕੌਣ ਬੰਦਾ? ਪੜ੍ਹਿਆ ਲਿਖਿਆ ਸਿੱਖ ਵੀ ਇਸ ਗੱਲ ਤੋਂ ਪਰੇਸ਼ਾਨ ਹੈ। ਪੜਿਆ ਲਿਖਿਆ ਕੀ ਹੋਇਆ? ਪੜਿਆ ਲਿਖਿਆ ਸਿੱਖ ਤੇ ਇਹ ਵੀ ਕਹਿੰਦਾ ਗੁਰੂ ਸਾਹਿਬ ਨੇ ਸੀਸ ਨਹੀਂ ਸੀ ਮੰਗੇ। ਇੱਕ ਮੁਕੱਦਮੇ ਲਈ ਤੁਸੀਂ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਅੱਗੇ ਲਾ ਕੇ ਲੈ ਗਏ। ਗੱਲ ਇੱਕ ਮੁਕੱਦਮੇ ਨਹੀਂ, ਗੱਲ ਇਨਜਸਟਿਸ ਤੇ ਜਸਟਿਸ ਦੀ ਹੈ।
ਇਨਜਸਟਿਸ ਇੱਕ ਬੰਦੇ ਨਾਲ ਹੋਵੇ ਜਾਂ ਹਜ਼ਾਰਾਂ ਬੰਦੇ ਨਾਲ, ਇਨਜਸਟਿਸ ਹੁੰਦਾ ਹੈ। ਤਰਨਤਾਰਨ ਚ ਇੰਨੇ ਡਰਗ ਸਮਗਲਿੰਗ ਦੇ ਪਰਚੇ ਦਰਜ ਹੋ ਰਹੇ ਆ, ਰੋਜ਼ ਡਰੋਨਾਂ ਦੇ ਪਰਚੇ ਦਰਜ ਹੋ ਰਹੇ ਆ, ਫਿਰ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਗੁਰੂ ਸਾਹਿਬ ਨੂੰ ਅੱਗੇ ਲਾ ਕੇ ਤੁਰ ਪਏਗਾ ਥਾਣੇ ਪਰਚਾ ਦਰਜ ਕੈਂਸਲ ਕਰਾਉਣ। ਮੇਰੀ ਗੱਲ ਸੁਣੋ, ਲੋਕਾਂ ਨੇ ਕੀ ਕਰਨਾ ਇਹ ਗੱਲ ਦੀ ਮੈਨੂੰ ਪਰਵਾਹ ਨਹੀਂ। ਪਰ ਤੁਸੀਂ ਗਲਤ ਨਜ਼ੀਰ ਪੇਸ਼ ਕਰ ਰਹੇ ਹੋ। ਮੈਂ ਕੋਈ ਨਜ਼ੀਰ ਪੇਸ਼ ਨਹੀਂ ਕਰ ਰਿਹਾ, ਮੈਂ ਆਪਣੀ ਗੱਲ ਦਾ ਕੀਤੀ ਦਾ ਰਿਸਪੌਂਸਿਬਲ ਆ, ਔਰ ਮੈਂ ਇਹ ਗੱਲ ਪਹਿਲੀ ਵਾਰ ਨਹੀਂ ਕੀਤੀ। ਅਸੀਂ ਗੁਰੂ ਸਾਹਿਬ ਦੀ ਅਗਵਾਈ 'ਚ ਚੱਲਦੇ ਰਹੇ ਹਾਂ। ਅਗਲੇ ਦਿਨ ਵੀ ਅਸੀਂ ਭੀੜ ਲੈ ਕੇ ਤਰਨਤਾਰਨ ਸਾਹਿਬ ਗਏ। ਵਹੀਰ ਲੈ ਜਾਣਾ ਅਲੱਗ ਗੱਲ ਹੈ, ਆਪਣਾ ਮੁਕੱਦਮਾ ਖਤਮ ਕਰਾਉਣ ਲਈ ਅੱਗੇ ਲੈ ਕੇ ਜਾਣਾ ਅਲੱਗ ਗੱਲ ਹੈ। ਤੁਸੀਂ ਕੀ ਗੱਲਾਂ ਕਰ ਰਹੇ ਹੋ? ਟਵਿਸਟ ਨਾ ਕਰੋ ਤੁਸੀਂ। ਉਸ ਦਿਨ ਵੀ ਅਸੀਂ ਸਪਸ਼ਟ ਕਹਿ ਕੇ ਤੁਰੇ ਹਾਂ ਵੀ ਵਹੀਰ ਲੈ ਕੇ ਜਾਵਾਂਗੇ, ਅਮਰ ਸੰਚਾਰ ਕਰਾਂਗੇ। ਮੈਂ ਤੁਹਾਨੂੰ ਬਹਾਦਰ ਮੰਨਦਾ, ਤੁਸੀਂ ਆਪ ਜਾਂਦੇ ਇਕੱਲੇ। ਤੇ ਬਹਾਦਰ ਮੈਂ ਹੁਣ ਕਿਤੇ ਡਰਪੋਕ ਹਾਂ ਉੱਥੇ ਜਾ ਕੇ? ਨਹੀਂ, ਤੁਸੀਂ ਆਪ ਇਕੱਲੇ ਜਾਂਦੇ, ਅੱਗੇ ਪਾਲਕੀ ਸਾਹਿਬ ਚ ਗੁਰੂ ਸਾਹਿਬ ਨੂੰ ਨਾ ਲੈ ਕੇ ਜਾਂਦੇ। ਪਾਲਕੀ ਸਾਹਿਬ ਚ ਅੱਗੇ ਫਿਰ ਤੇ ਤੁਸੀਂ ਸੰਤ ਕਰਤਾਰ ਭਿੰਡਰਾਂ ਵਾਲੇ ਨੂੰ ਡਰਪੋਕ ਕਹੋਗੇ, ਫਿਰ ਤੁਸੀਂ ਸਾਰਿਆਂ ਨੂੰ ਡਰਪੋਕ ਕਹਿਣ ਲੱਗ ਪਏ। ਉਹਨਾਂ ਦੇ ਉਹ ਆਪਣੇ ਮੁਕੱਦਮੇ ਲਈ ਥੋੜਾ ਗਏ ਸੀ। ਨਹੀਂ, ਐਮਰਜੈਂਸੀ ਦੇ ਖਿਲਾਫ ਹੀ ਜੇ ਕੱਲ ਨੂੰ ਕੋਈ ਗੁਰੂ ਨੂੰ ਢਾਲ ਬਣਾਇਆ, ਆਪ ਜਾਂਦੇ ਇਕੱਲੇ, ਐਮਰਜੈਂਸੀ ਜੇ ਤੋੜਨੀ ਸੀ ਤੇ ਕਹਿ ਸਕਦੇ ਨਾ ਤੁਸੀਂ ਉੱਠ ਕੇ ਐਮਰਜੈਂਸੀ ਤੋੜਨੀ। ਐਮਰਜੈਂਸੀ ਦਾ ਵਿਸ਼ਾ ਤੇ ਇਹਦਾ ਤਾਂ ਨਹੀਂ ਹੈਗਾ। ਮੈਨੂੰ ਲੱਗਦਾ ਹੈ ਕਿ ਅੱਜ ਦੀ ਗੱਲ ਸਾਨੂੰ ਮੁਕਾਣੀ ਪੈਣੀ ਹੈ, ਲੇਕਿਨ ਅੱਗੇ ਸਾਡੀ ਗੱਲਬਾਤ ਜਾਰੀ ਰਹੇਗੀ। ਔਰ ਮੈਨੂੰ ਲੱਗਦਾ ਤੁਹਾਡੀ ਸਰਕਾਰ ਔਰ ਪੁਲਿਸ ਨਾਲ ਵੀ ਇਹ ਗੱਲ ਏਡੀ ਛੇਤੀ ਮੁੱਕਣ ਵਾਲੀ ਨਹੀਂ ਹੈ। ਇਹ ਅੱਗੇ ਤੁਹਾਡਾ ਵਿਚਾਰ ਵਟਾਂਦਰਾ ਜਾਰੀ ਰਹਿਣਾ ਔਰ ਤੁਹਾਡੇ ਟਾਕਰੇ ਹੁੰਦੇ ਹੀ ਰਹਿਣੇ ਆ। ਤੁਸੀਂ ਇੰਨਾ ਵਕਤ ਦਿੱਤਾ, ਅਗਰ ਕੋਈ ਮੇਰੇ ਵੱਲੋਂ ਉੱਚਾ ਨੀਵਾਂ ਸਵਾਲ ਪੁੱਛਿਆ ਗਿਆ ਹੋਏ ਤੇ ਮਾਫੀ ਚਾਹੁੰਦਾ, ਲੇਕਿਨ ਅੱਜ ਮੁੱਕਦੀ ਗੱਲ 'ਚ ਇੰਨਾ ਹੀ। ਪਰ ਤੁਸੀਂ ਇਸ ਇੰਟਰਵਿਊ ਤੇ ਮੈਨੂੰ ਆਪਣਾ ਫੀਡਬੈਕ ਮੇਰੇ ਟਵਿੱਟਰ ਹੈਂਡਲ ਤੇ ਜ਼ਰੂਰ ਦੇਣਾ। पलक झपकाओ, बढ़ती फैमिली के लिए टाटा।